ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸੰਦੀਪ ਸਿੰਘ ਅਕਾਲ ਚੈਨਲ ਦੇ YouTube ਚੈਨਲ ਅਕਾਲ ਆਡੀਓ ਬੁੱਕਸ ਤੇ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ। ਲੇਖਕ ਸਰਦਾਰ ਕਪੂਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਰਾਜ ਕਰੇਗਾ ਖਾਲਸਾ ਤੇ ਹੋਰ ਨਿਬੰਧ ਉਸ ਦਾ 17ਵਾਂ ਅਧਿਆਇ ਸਫਰਾਂ ਦਾ ਸਾਖੀ ਪੋਥੀ ਉਤੇ ਇੱਕ ਪੰਛੀ ਦ੍ਰਿਸ਼ਟੀ। ਪਿਛਲੇ ਅਧਿਆਇ ਸੂਫੀ ਮਤ ਦਾ ਨਿਕਾਸ ਤੇ ਵਿਕਾਸ ਵਿੱਚ ਲੇਖਕ ਨੇ ਸੂਫੀਅਤ ਦੇ ਅਸਲੀ ਅਰਥਾਂ ਦੀ ਵਿਆਖਿਆ ਕੀਤੀ ਅਤੇ ਦੱਸਿਆ ਕਿ ਸੂਫੀ ਵਿਚਾਰਧਾਰਾ ਦਾ ਆਰੰਭ ਕਿੱਥੋਂ ਅਤੇ ਕਿਵੇਂ ਹੋਇਆ। ਲੇਖਕ ਨੇ ਉਸ ਅਧਿਆਇ ਨੂੰ 5 ਵੱਖ-ਵੱਖ ਭਾਗਾਂ ਵਿੱਚ ਵੰਡ ਕੇ ਬਹੁਤ ਹੀ ਖੂਬੀ ਨਾਲ ਸੂਫੀਅਤ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਸੀ। ਆਓ ਹੁਣ ਸ਼ੁਰੂਆਤ ਕਰਦੇ ਹਾਂ 17ਵਾਂ ਅਧਿਆਇ, ਜਿਸ ਦਾ ਨਾਮ ਹੈ ਸਫਰਾਂ ਦਾ ਸਾਖੀ ਪੋਥੀ ਉੱਤੇ ਇੱਕ ਪੰਛੀ ਦ੍ਰਿਸ਼ਟੀ। ਨੰਬਰ 1। ਇੱਕ ਗ੍ਰੰਥਿਕਾ ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਲਵੇ ਦੇਸ਼ ਵਿੱਚ ਰਟਨ ਦੀਆਂ 120 ਸਾਖੀਆਂ ਦਾ ਸੰਗ੍ਰਹਿ ਹੈ, ਜੋ ਕਿ ਸਨ 1950 ਈਸਵੀ ਵਿੱਚ ਪਹਿਲੀ ਵਾਰ ਛਪਿਆ ਹੈ। ਪਰ ਜੋ ਪਿਛਲਰੀਆਂ 2 ਸਦੀਆਂ ਤੋਂ ਸਿੱਖਾਂ ਵਿੱਚ ਆਮ ਪ੍ਰਚਲਿਤ ਪ੍ਰਥਾ ਚਲੀ ਆਉਂਦੀ ਹੈ, ਇਸ ਦੀ ਸਾਹਿਤਕ ਸ਼ੈਲੀ ਤਾਂ ਗੌਰਵਪੂਰਨ ਅਤੇ ਮਧੁਮਈ ਹੈ ਹੀ, ਪਰ ਇਸ ਦੀ ਇਤਿਹਾਸਿਕ ਗਾਥਾ ਅਤੇ ਮਹੱਤਤਾ ਉਸ ਤੋਂ ਵੀ ਵੱਧ ਪ੍ਰਭਾਵਸ਼ਾਲੀ ਅਤੇ ਮਨੋਰੰਜਕ ਹੈ। ਨੰਬਰ 2। ਇਸ ਗ੍ਰੰਥਿਕਾ ਦੀ ਸਨ 1950 ਵਾਲੀ ਪਹਿਲੀ ਛਾਪੇ ਦੀ ਬੀੜ ਦੀ ਉਥਾਨਕਾ ਭਾਈ ਵੀਰ ਸਿੰਘ ਜੀ ਨੇ ਲਿਖੀ ਹੈ। ਉਸ ਵਿੱਚ ਉਹ ਦੱਸਦੇ ਹਨ ਕਿ ਇਸ ਪੋਥੀ ਵਿੱਚ 9ਵੇਂ ਅਤੇ 10ਵੇਂ ਸਤਿਗੁਰੂ ਜੀ ਦੇ ਮਾਲਵੇ ਦੇ ਸਫ਼ਰ ਦੀਆਂ ਸਾਖੀਆਂ ਹਨ। ਰਚਨਾ ਮਾਲਵੇ ਦੀ ਹੈ। ਸੀ ਦੀ ਥਾਵੇਂ ਥੀ, ਲਾਗੇ ਜਾਂ ਨੇੜੇ ਦੀ ਥਾਂ ਲਾਉਣੇ ਅਤੇ ਬ ਦੀ ਥਾਂ ਵ ਬਹੁਤ ਵਰਤਿਆ ਹੋਇਆ ਹੈ। ਇਸੇ ਤਰ੍ਹਾਂ ਹੋਰ ਅਨੇਕ ਪਦ ਇਸ ਨੂੰ ਮਾਲਵੇ ਦੀ ਚੀਜ਼ ਹੀ ਸਿੱਧ ਕਰਦੇ ਹਨ। ਗੁਰੂ ਸਾਹਿਬ ਦੇ ਮੁਕੰਮਲ ਸਫ਼ਰ ਇਸ ਵਿੱਚ ਨਹੀਂ ਹਨ। ਕੇਵਲ ਰਿਆਸਤ ਪਟਿਆਲਾ, ਜ਼ਿਲ੍ਹਾ ਕਰਨਾਲ ਲਾਗੇ ਦੇ ਗੁਰੂ ਅਸਥਾਨਾਂ ਦੀਆਂ ਸਾਖੀਆਂ ਦੇ ਕੇ ਪੁਸਤਕ ਸਮਾਪਤ ਹੋ ਜਾਂਦੀ ਹੈ। ਅੱਗੇ ਕਹਿੰਦੇ ਹਨ, ਗੁਰੂ ਸਾਹਿਬ ਦੇ ਸਫ਼ਰਾਂ ਦੀ ਤਰਤੀਬ ਜੋ ਇਸ ਪੁਸਤਕ ਵਿੱਚ ਹੈ, ਉਹੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਹੈ ਅਤੇ ਕਈ ਮਾਲਵੇ ਦੇ ਪਦ ਜੋ ਉਸੇ ਸਾਖੀ ਵਿੱਚੋਂ ਇਸ ਪੋਥੀ ਵਿੱਚ ਆਏ ਹਨ, ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਉਸੇ ਪ੍ਰਸੰਗ ਵਿੱਚ ਆ ਗਏ ਹਨ, ਜਿਸ ਤੋਂ ਸਿੱਧ ਹੁੰਦਾ ਹੈ ਕਿ ਇਹ ਪੁਸਤਕ ਵੀ ਕਵੀ ਜੀ ਭਾਈ ਸੰਤੋਖ ਸਿੰਘ ਜੀ ਪਾਸ ਹੀ ਸੀ। ਫਿਰ ਐਨ 1 ਦੇ ਆਰੰਭ ਤੋਂ ਜਦੋਂ ਦਸਮ ਪਿਤਾ ਜੀ ਦਾ ਮਾਲਵੇ ਦਾ ਸਫ਼ਰ ਚੱਲਦਾ ਹੈ, ਤਾਂ ਰੰਚਕ ਪਰ ਵੀ ਸੰਸਾ ਨਹੀਂ ਰਹਿ ਜਾਂਦਾ ਕਿ ਇਹ ਪੋਥੀ ਕਵੀ ਜੀ ਪਾਸ ਜ਼ਰੂਰ ਹੈ ਹੀ ਸੀ। ਤੀਸਰਾ, ਇਸੇ ਪ੍ਰਸਤਾਵਨਾ ਵਿੱਚ ਜਦੋਂ ਭਾਈ ਵੀਰ ਸਿੰਘ ਜੀ ਇਸ ਪੋਥੀ ਦੇ ਰਚਨਾ ਕਾਲ ਨੂੰ ਬੜੇ ਗੌਰ ਨਾਲ ਨਿਸ਼ਚਿਤ ਕਰਨ ਦਾ ਯਤਨ ਕਰਦੇ ਹਨ, ਤਦ ਇਸ ਅੰਤਿਮ ਸਿੱਟੇ ਉੱਤੇ ਪੁੱਜਦੇ ਹਨ ਕਿ ਇਉਂ ਸਾਰੀ ਵਿਚਾਰ ਦੇ ਅਖੀਰ ਇਸ ਦਾ ਰਚਨਾ ਕਾਲ 1823 ਏਡੀ ਦੇ ਲਾਗੇ ਜਾ ਕੇ ਸਾਨੂੰ ਲੈ ਜਾਂਦਾ ਹੈ ਤੇ ਸਾਨੂੰ ਆਸ ਹੈ ਕਿ ਇਹ ਸੰਮਤ ਅਸਲੀਅਤ ਤੋਂ ਬਹੁਤ ਦੂਰ ਨਹੀਂ ਹੋਵੇਗਾ। ਭਾਈ ਵੀਰ ਸਿੰਘ ਜੀ ਦੀਆਂ ਦਲੀਲਾਂ ਇਸ ਰਚਨ ਕਾਲ ਨੂੰ ਨਿਸ਼ਚਿਤ ਕਰਨ ਬਾਰੇ ਬੜੀਆਂ ਨਿੱਘਰ ਹਨ, ਪਰ ਇਹਨਾਂ ਸਤਰਾਂ ਦੇ ਲਿਖਾਰੀ ਦੀ ਜਾਚੇ ਕਤਈ ਅਤੇ ਹਸਤਾ ਮਲਕ ਦੀ ਤਰ੍ਹਾਂ ਪ੍ਰਤੱਖ ਤੇ ਦ੍ਰਿੜ ਨਹੀਂ ਹਨ। ਚੌਥਾ, ਭਾਈ ਵੀਰ ਸਿੰਘ ਜੀ ਦੀਆਂ ਮੋਟੀਆਂ-ਮੋਟੀਆਂ ਦਲੀਲਾਂ ਅਤੇ ਉਹਨਾਂ ਦੇ ਕਤਈ ਹੋਣ ਬਾਰੇ ਜੋ ਸੰਦੇਹ ਹਨ, ਉਹ ਇਹ ਹਨ। ਪਹਿਲਾ, ਮਹਾਕਵੀ ਸੰਤੋਖ ਸਿੰਘ ਜੀ ਦਾ ਗੁਰਪ੍ਰਤਾਪ ਸੂਰਿਆ ਗ੍ਰੰਥ ਸਨ 1843 ਏਡੀ ਵਿੱਚ ਸੰਪੂਰਨ ਹੋਇਆ। ਇਸ ਗ੍ਰੰਥ ਦੀ ਰਾਸ 11, ਜਿਸ ਵਿੱਚ ਇਸ ਸਾਖੀ ਪੋਥੀ ਨੂੰ ਨਿਰਸੰਦੇਹ ਆਧਾਰ ਬਣਾਇਆ ਗਿਆ ਹੈ, ਉਹ 1897 ਬਿਕਰਮੀ ਦੇ ਨੇੜੇ-ਤੇੜੇ ਸਿਰਜੀ ਗਈ ਹੈ। ਇਸ ਲਈ ਨਿਰਸੰਦੇਹ ਇਹ ਸਾਖੀ ਪੋਥੀ ਸਨ 1840 ਈਸਵੀ ਤੋਂ ਪਹਿਲਾਂ ਦੀ ਹੀ ਕ੍ਰਿਤ ਹੈ। ਇਹ ਸਪਸ਼ਟ ਹੀ ਹੈ ਅਤੇ ਇਸ ਦੇ ਸਿੱਟੇ ਉੱਤੇ ਕੋਈ ਠੋਸ ਕਿੰਤੂ ਸੰਭਵ ਨਹੀਂ ਹੈ। ਦੂਜਾ, ਸੰਮਤ 1762 ਬਿਕਰਮੀ ਤੋਂ ਪਹਿਲਾਂ ਦੀ ਇਹ ਗ੍ਰੰਥਿਕਾ ਰਚੀ ਹੋਈ ਨਹੀਂ, ਕਿਉਂ ਜੋ ਸੰਮਤ 1762 ਵਿੱਚ ਯਾਨੀ ਕਿ 1705 ਏਡੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਮਾਲਵੇ ਦਾ ਦੌਰਾ ਕੀਤਾ ਹੈ, ਜੋ ਕਿ ਸਾਖੀ ਪੋਥੀ ਦਾ ਭਾਗ ਹੈ। ਇਹ ਦਲੀਲ ਕਤਈ ਨਹੀਂ ਕਹੀ ਜਾਂਦੀ। ਪੂਰਵ ਕਲਪਨਾ ਇਸ ਦਲੀਲ ਦੀ ਇਹ ਹੈ ਕਿ ਗੁਰੂ ਤੇਗ ਬਹਾਦਰ ਜੀ ਦੀਆਂ ਸਾਖੀਆਂ 1 ਤੋਂ 38 ਤੱਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਖੀਆਂ 39 ਤੋਂ ਲੈ ਕੇ 118 ਤੱਕ ਨਿਰਸੰਦੇਹ ਪਿਛਲਰੀਆਂ ਅਤੇ ਪਹਿਲਾਂ ਆਈਆਂ। ਭਾਈ ਵੀਰ ਸਿੰਘ ਜੀ ਦੇ ਕਥਨ ਅਨੁਸਾਰ
ਸਵਿਸਤਾਰ ਪੂਰਨ ਰੂਪ ਹਨ, ਇੱਕੋ ਸਮੇਂ ਅਤੇ ਇੱਕ ਲਿਖਾਰੀ ਦੀ ਲਿਖਤ ਹਨ। ਜੋ ਅਸਲੀ ਗੱਲ ਇਉਂ ਮਿੱਥਣ ਵਿੱਚ ਕੋਈ ਬਹੁਤੀ ਕਠਿਨਾਈ ਨਾ ਹੋਵੇ ਕਿ ਨੌਵੇਂ ਪਾਤਸ਼ਾਹ ਦੀਆਂ ਸਾਖੀਆਂ ਪਹਿਲਾਂ ਕਿਸੇ ਹੋਰ ਲਿਖਾਰੀ ਦੀ ਲਿਖਤ ਹਨ। ਸਨ 1680 ਈਸਵੀ ਦੇ ਨੇੜੇ ਤੇੜੇ ਦੀ ਅਤੇ ਦਸਮ ਪਾਤਸ਼ਾਹ ਦੀਆਂ ਸਾਖੀਆਂ ਕਿਸੇ ਉੱਤਰ ਕਾਲ ਲਿਖਾਰੀ ਦੀ ਰਚਨਾ ਹਨ। 18ਵੀਂ ਸਦੀ ਦੇ ਪਹਿਲੇ 1-2 ਦਹਾਕਿਆਂ ਦੀ ਅਥਵਾ ਸਨ 1710 ਤੋਂ 1720 ਈਸਵੀ ਦੀ, ਤਦ ਇਸ ਸਾਖੀ ਪੋਥੀ ਦੀ ਰਚਨਕਾਲ ਭਾਈ ਵੀਰ ਸਿੰਘ ਜੀ ਦੇ ਅਨੁਮਾਨੇ ਹੋਏ ਰਚਨਕਾਲ ਤੋਂ ਕੋਈ 100 ਕੁ ਵਰ੍ਹਾ ਪਹਿਲਾਂ ਦਾ ਪ੍ਰਤੀਤ ਹੋਵੇਗਾ, ਜਿਸ ਨਾਲ ਸਾਖੀ ਪੋਥੀ 9ਵੇਂ ਤੇ 10ਵੇਂ ਗੁਰੂ ਸਾਹਿਬਾਨ ਦੀ ਨਿਕਟ ਸਮਕਾਲੀ ਲਿਖਤ ਬਣ ਜਾਵੇਗੀ। 2 ਕਾਰਨ ਇਹਨਾਂ ਸਤਰਾਂ ਦੇ ਲਿਖਾਰੀ ਦੇ ਵਿਚਾਰ ਵਿੱਚ ਹਨ ਕਿ ਇਹ ਕਲਪਨਾ ਕਿ ਸਾਖੀ ਪੋਥੀ ਦੇ 2 ਲਿਖਾਰੀ ਹਨ। ਤੀਜਾ ਲਿਖਾਰੀ ਸਾਖੀ ਨੰਬਰ 119 ਅਤੇ 120 ਦਾ ਹੋਰ ਹੈ, ਨਿਰ-ਆਧਾਰ ਨਹੀਂ ਕਹੀ ਜਾ ਸਕਦੀ। ਪਹਿਲਾ, ਦੋਹਾਂ ਭਾਗਾਂ ਦੀ ਗਦ ਸ਼ੈਲੀ ਜੋ ਮਹਾਨ ਅੱਖ ਅਤੇ ਸੂਖਮ ਚਕਸ਼ੂ ਨਾਲ ਦੇਖੀਏ ਤਾਂ ਇੱਕ ਦੂਜੇ ਨਾਲੋਂ ਭਿੰਨ ਹੈ। ਦਸਮ ਪਾਤਸ਼ਾਹ ਦੀਆਂ ਸਾਖੀਆਂ ਦੇ ਭਾਗ ਵਿੱਚ ਫਿਕਰਿਆਂ ਦੀ ਬਣਤਰ ਵਧੇਰੇ ਪਾਂਡਾਤਿਆਦਰਸ਼ੀ ਹੈ। ਪਹਿਲੇ ਭਾਗ ਦੀਆਂ ਸਿੱਧੀਆਂ ਅਨਕੜਤ ਮਨ ਅਤੇ ਬਚਨ ਦੀ ਏਕਾਕਣ ਇਕਸਾਰਤਾ ਆਧਾਰਿਤ ਗਦ ਨਾਲੋਂ, ਦੂਜਾ ਪਹਿਲੇ ਭਾਗ ਵਿੱਚ ਸਪਸ਼ਟ ਮਲਵਈ ਤਦਭਵ ਥੀ ਸ਼ਬਦ ਸੀ ਦੇ ਅਰਥਾਂ ਵਿੱਚ ਆਮ ਤੌਰ ਉਤੇ ਅਤੇ ਬਹੁਤ ਵਧੇਰੇ ਵਰਤਿਆ ਗਿਆ ਹੈ। ਦੂਜੇ ਭਾਗ ਨਾਲੋਂ, ਜਿਸ ਵਿੱਚ ਸੀ ਪ੍ਰਧਾਨ ਹੈ ਅਤੇ ਥੀ ਐਵੋ ਲਵਣ ਮਾਤਰਾ ਵਿੱਚ, ਜਿਵੇਂ ਖਿਚੜੀ ਵਿੱਚ ਲੂਣ ਹੁੰਦਾ ਹੈ, ਦਾਲ ਅਤੇ ਚੌਲਾਂ ਦੀ ਮਾਤਰਾ ਵਿੱਚ ਹਨ। ਤੀਸਰਾ, ਸਾਖੀ 110 ਵਿੱਚ ਦਸਮ ਪਾਤਸ਼ਾਹ ਦੀ ਭਵਿੱਖਬਾਣੀ ਨੋਹਰ ਪਿੰਡ ਬਾਬਤ ਹੈ। ਨੋਹਰ ਗੁਰੂ ਕੀ ਮੋਹਰ, ਲੁਟੇਗਾ ਖਾਲਸਾ। ਇਹ ਬਚਨ ਸਨ 1705 ਈਸਵੀ ਦੇ ਹਨ। ਸਨ 1811 ਈਸਵੀ ਵਿੱਚ ਇਹ ਵਾਕ ਸੱਤੇ ਹੋਏ ਅਤੇ 1811 ਈਸਵੀ ਵਾਲੀ ਘਟਨਾ ਦਾ ਜ਼ਿਕਰ ਵੀ ਇਸੇ ਸਾਖੀ ਦੀ ਪੁਛਲ ਵਿੱਚ ਦਰਜ ਹੈ। 1811 ਖਾਲਸੇ ਲੁੱਟੀ, ਮਾਰੀ ਮੋਹਰਾਂ ਲੁੱਟੀਆਂ। ਇਸ ਤੋਂ ਭਾਈ ਵੀਰ ਸਿੰਘ ਜੀ ਨੇ ਇਹ ਨਤੀਜਾ ਕੱਢਿਆ ਹੈ ਕਿ ਸਾਖੀ ਪੋਥੀ ਸਨ 1811 ਈਸਵੀ ਤੋਂ ਪਿੱਛੋਂ ਦੀ ਰਚਨਾ ਹੈ। ਇਹ ਦਲੀਲ ਤਦ ਹੀ ਕਤਈ ਮੰਨੀ ਜਾ ਸਕਦੀ ਹੈ ਜੇ ਇਹ ਅਸੰਭਵ ਅਤੇ ਅਨਹੋਣਾ ਮੰਨ ਲਿਆ ਜਾਵੇ ਕਿ ਇਹ ਸਨ 1811 ਵਿੱਚ ਨੋਹਰ ਗ੍ਰਾਮ ਨੂੰ ਲੁੱਟਣ ਵਾਲੀ ਟੂਕ ਕਿਸੇ ਨੇ ਪਿੱਛੋਂ ਵਾਧਾ ਨਹੀਂ ਕੀਤਾ, ਜਿਨ੍ਹਾਂ ਨੇ ਅਸਾਡੀਆਂ ਪੁਰਾਣੀਆਂ ਹੱਥ ਲਿਖਤਾਂ ਦਾ ਗੋਹ ਨਾਲ ਅਧਿਐਨ ਕੀਤਾ ਹੈ। ਉਹ ਭਲੀ ਪ੍ਰਕਾਰ ਜਾਣਦੇ ਹਨ ਕਿ ਅਸਾਡੇ ਵਿੱਚ ਇਹ ਰੀਤੀ ਆਮ ਤੌਰ ਉੱਤੇ ਪ੍ਰਵਾਨ ਹੈ ਕਿ ਹੱਥ ਲਿਖਤ ਦੇ ਅਰਥ ਬਦਲਣ ਲਈ ਜਾਂ ਕਥਾ ਵਾਰਤਾ ਸੰਪੂਰਨ ਕਰਨ ਲਈ ਉਸ ਵਿੱਚ ਘਾਟੇ ਵਾਧੇ ਪਿੱਛੋਂ ਕਿਸੇ ਹੋਰ ਦਾ ਕਰ ਦੇਣਾ ਅਨੁਚਿਤ ਨਹੀਂ ਸਮਝਿਆ ਜਾਂਦਾ। 2 ਉਦਾਹਰਨਾਂ ਅੱਖੀ ਦੇਖੀਆਂ ਇਸ ਰੀਤੀ ਜਾਂ ਕੁਰੀਤੀ ਦੀ ਪ੍ਰੋੜਤਾ ਵਿੱਚ ਇਹ ਹਨ। ਪਹਿਲਾ, ਸਨ 1942 ਵਿੱਚ ਇਹਨਾਂ ਸਤਰਾਂ ਦੇ ਲਿਖਾਰੀ ਨੇ ਮਹਾਰਾਜਾ ਕਸ਼ਮੀਰ ਦੇ ਪੁਰਾਣੇ ਸ਼੍ਰੀਨਗਰ ਸ਼ਹਿਰ ਦੇ ਰਾਜ ਮਹਿਲ ਵਿੱਚ, ਜੋ ਕਿ ਉਸ ਵੇਲੇ ਅਜਾਇਬ ਘਰ ਦੇ ਰੂਪ ਵਿੱਚ ਸੀ, ਸਨ 1842 ਦੀ ਉਹ ਅਸਲ ਸੰਧੀ ਦੀ ਪਰਤ ਦੇਖੀ ਜਿਸ ਦੁਆਰਾ ਸ਼ਹਿਨਸ਼ਾਹ ਚੀਨ ਅਤੇ ਤਿੱਬਤ ਦੇ ਦਲਾਈ ਲਾਮਾ ਨੇ ਲਦਾਖ ਦੇਸ਼ ਨੂੰ ਸਰਕਾਰ ਖਾਲਸਾ ਦਾ ਅਧੀਨ ਦੇਸ਼ ਪ੍ਰਵਾਨ ਕਰ ਲਿਆ ਸੀ ਅਤੇ ਇਸ ਸੰਧੀਨਾਮੇ ਵਿੱਚ ਇੱਕ ਫਰੀਕ ਸ਼ਹਿਨਸ਼ਾਹ ਚੀਨ ਅਤੇ ਦੂਜਾ ਫਰੀਕ ਫਾਥਾ ਆਲਮ ਖਾਲਸਾ ਜੀਓ ਅੰਕਿਤ ਹੈ। ਉਸ ਸੰਧੀਨਾਮੇ ਵਿੱਚ ਕਸ਼ਮੀਰ ਸਰਕਾਰ ਦੇ ਕਬਜ਼ੇ ਵਿੱਚ ਸਾਂਭੀ ਹੋਈ ਦਸਤਾਵੇਜ਼ ਵਿੱਚ 2 ਸਤਰਾਂ ਦੇ ਵਿਚਾਲੇ ਖਾਲਸਾ ਜੀਓ ਹੋਰ ਕਲਮ ਨਾਲ ਕੱਟ ਕੇ ਮਹਾਰਾਜਾ ਗੁਲਾਬ ਸਿੰਘ ਵੱਖਰੀ ਕਾਲੀ ਸਾਹੀ ਨਾਲ ਲਿਖਿਆ ਹੋਇਆ ਸੀ। ਇਹ ਬੇਹਯਾਈ ਦੀ ਕਰਤੂਤ ਸਰਕਾਰੀ ਪੱਧਰ ਉੱਤੇ ਸਰਕਾਰੀ ਅਜਾਇਬ ਘਰ ਵਿੱਚ ਖੁੱਲਮ ਖੁੱਲੀ ਅਤੇ ਆਮ ਜਨਤਾ ਨੂੰ ਪ੍ਰਭਾਵਿਤ ਕਰਨ ਲਈ ਰੱਖੀ ਹੋਈ ਸੀ। ਹੁਣ ਵੀ ਇਹ ਨਿਰਲਜ ਹਸਤਾਖੇਪ ਸਰਕਾਰੀ ਆਰਕੀਵ ਨਵੀਂ ਦਿੱਲੀ ਵਿੱਚ ਸੁਰੱਖਿਅਤ ਸੁਣੀਦਾ ਹੈ ਤਾਂ ਜੋ ਆਉਣ ਵਾਲੀਆਂ ਨਸਲਾਂ ਡੋਗਰਾ ਸਮਰਾਟ ਮਹਾਰਾਜਾ ਗੁਲਾਬ ਸਿੰਘ ਚੀਨ ਮਜੀਨ ਵਿਆਈ ਦੀ ਜਸ ਕੀਰਤੀ ਠੀਕ ਤੌਰ ਉੱਤੇ ਕਰ ਸਕਣ। ਤੀਸਰਾ, ਫਿਰ ਸਨ 1949 ਵਿੱਚ ਗੁਰਦੁਆਰਾ ਸਿੰਘ ਸਭਾ ਸ਼ਿਮਲਾ ਦੀ ਲਾਇਬ੍ਰੇਰੀ ਵਿੱਚ ਮੈਂ ਭਾਈ ਕਾਨ ਸਿੰਘ ਨਾਭਾ ਦੇ ਮਹਾਨ ਕੋਸ਼ ਦੇ ਅਨੇਕਾਂ ਸਫ਼ਿਆਂ ਉੱਤੇ ਕਈ ਲਿਖਾਰੀਆਂ ਦੀਆਂ ਹੱਥ ਲਿਖਤ ਸੁਧਾਈਆਂ ਤੇ ਵਾਧੇ ਕੀਤੇ ਹੋਏ ਦੇਖੇ, ਜਿਨ੍ਹਾਂ ਦਾ ਭਾਵ ਹੈ ਕਿ ਮਹਾਨ ਕੋਸ਼ ਵਿੱਚ ਛਪੇ ਹੋਏ ਲੇਖਾਂ ਨੂੰ ਵਧੇਰੇ ਸਪਸ਼ਟ ਕਰਨਾ
ਜਾਂ ਮੁਕੰਮਲ ਕਰਨਾ ਸੀ। ਕੋਈ ਆਸ਼ਚਰਜ ਵਾਲੀ ਗੱਲ ਨਹੀਂ ਜੇ ਸਾਖੀ ਪੋਥੀ ਦੀ ਸਾਖੀ 110 ਦੇ ਅੰਤ ਵਿੱਚ ਦਿੱਤੀ ਹੋਈ ਸਨ 1811 ਵਿੱਚ ਵਾਪਰੀ ਘਟਨਾ ਬਾਬਤ ਟੂਕ ਕਿਸੇ ਕਿਸਮ ਦਾ ਵਾਧਾ ਹਸਤਾਖੇਪ ਹੀ ਹੋਵੇ, ਜਿਸ ਤੋਂ ਕੇਵਲ ਇਹ ਸਿੱਧ ਹੁੰਦਾ ਹੈ ਕਿ ਇਹ ਇੱਕ ਫਿਕਰਾ ਸਨ 1811 ਤੋਂ ਪਿੱਛੋਂ ਕਿਸੇ ਨੇ ਲਿਖਿਆ ਹੈ ਅਤੇ ਇਹ ਪੱਕਾ ਨਤੀਜਾ ਨਹੀਂ ਕੱਢਿਆ ਜਾ ਸਕਦਾ ਕਿ ਸਾਖੀ ਪੋਥੀ ਦਾ ਰਚਨ ਕਾਲ ਸਨ 1811 ਤੋਂ ਪਿੱਛੋਂ ਦਾ ਹੈ। ਚੌਥਾ, ਪਹਿਲੀ ਸਾਖੀ ਸੈਫਾਬਾਦ ਵਾਲੀ ਨੂੰ ਆਧਾਰ ਬਣਾ ਕੇ ਜੋ ਦਲੀਲ ਭਾਈ ਵੀਰ ਸਿੰਘ ਨੇ ਦਿੱਤੀ ਹੈ ਕਿ ਸਾਖੀ ਪੋਥੀ ਦਾ ਰਚਨ ਕਾਲ ਸਨ 1774 ਈਸਵੀ ਤੋਂ ਪਿੱਛੋਂ ਦਾ ਹੈ, ਉਹ ਤਾਂ ਕੋਈ ਬਹੁਤੀ ਮੰਨਣਯੋਗ ਦਲੀਲ ਉੱਕਾ ਨਹੀਂ ਜਾਪਦੀ। ਦਲੀਲ ਇਹ ਹੈ ਕਿ ਇਸ ਸਾਖੀ ਵਿੱਚ ਨਵਮ ਪਾਤਸ਼ਾਹ ਦੇ ਇਹ ਭਵਿੱਖ ਵਾਕ ਹਨ ਕਿ ਸਾਡਾ ਸਿੰਘ ਹੋਵੇਗਾ ਕਰਮ ਸਿੰਘ ਨਾਮ, ਉਹ ਇਸ ਅਸਥਾਨ ਨੂੰ ਵੱਡਾ ਕਰੇਗਾ, ਸਾਡਾ ਹੀ ਨਾਮ ਰੱਖੇਗਾ। ਬਹਾਦਰਗੜ੍ਹ ਦਾ ਕਿਲਾ ਮਹਾਰਾਜਾ ਅਮਰ ਸਿੰਘ ਮਹਾਰਾਜਾ ਕਰਮ ਸਿੰਘ ਨੇ ਨਹੀਂ ਸਨ 1774 ਈਸਵੀ ਵਿੱਚ ਬਣਵਾਇਆ ਸੀ। ਮਹਾਰਾਜਾ ਕਰਮ ਸਿੰਘ ਦੇ ਨਾਂ ਦੀ ਥਾਂ ਕਰਮ ਸਿੰਘ ਲਿਖਾਰੀ ਦੀ ਭੁੱਲ ਹੈ ਅਤੇ ਪੋਥੀ ਵਿੱਚ ਆਏ ਭਵਿੱਖ ਵਾਕ ਨੂੰ ਸਮਕਾਲੀ ਵਾਸਤਵਿਕ ਵਾਕ ਸਮਝਣਾ ਹੀ ਉਚਿਤ ਹੈ। ਕਿਉਂ? ਭਵਿੱਖ ਵਾਕ ਹੁੰਦੇ ਹੀ ਨਹੀਂ ਜਾਂ ਗੁਰੂ ਸਾਹਿਬ ਵਿੱਚ ਇਹ ਸਿੱਧੀ ਹੈ ਹੀ ਨਹੀਂ ਸੀ। ਇਸ ਕੱਚੀ ਦਲੀਲ ਦੁਆਰਾ ਭਾਈ ਵੀਰ ਸਿੰਘ ਜੀ ਅਨੁਮਾਨ ਲਾਉਂਦੇ ਹਨ ਕਿ ਸਾਖੀ ਪੋਥੀ ਸਨ 1774 ਤੋਂ ਪਿੱਛੋਂ ਦੀ ਲਿਖਤ ਹੈ। ਪੰਜਵੀਂ ਦਲੀਲ ਭਾਈ ਵੀਰ ਸਿੰਘ ਜੀ ਦੀ ਇਹ ਹੈ ਕਿ ਸਾਖੀ 39 ਵਿੱਚ ਲਿਖਿਆ ਹੈ ਕਿ ਸਾਹਿਬ ਦਸਮ ਪਾਤਸ਼ਾਹ ਨੇ ਪਿੰਡ ਜਲਾਲ ਦੇ ਵਾਸੀਆਂ ਨੂੰ ਆਗਿਆ ਕੀਤੀ ਸੀ ਕਿ ਸਿੰਘਾਂ ਨਾਲ ਵਿਗਾੜ ਨਾ ਪਾਉਣਾ, ਤਦ ਹੀ ਸੁਰੱਖਿਅਤ ਰਹੋਗੇ। ਪਰ ਜਲਾਲ ਕੇ 1825 ਗੁਰੂ ਕੇ ਦਲ ਨੂੰ ਜਾਏ ਪਏ ਰਾਤ ਨੂੰ ਭਾਈ ਵੀਰ ਸਿੰਘ ਜੀ ਕਹਿੰਦੇ ਹਨ ਕਿ ਗੁਰੂ ਦੇ ਦਲ ਤੋਂ ਮੁਰਾਦ ਸਿੰਘਾਂ ਦੇ ਦਲ ਜਾਂ ਖਾਲਸੇ ਦਾ ਦਲ ਹੈ। ਕੋਈ ਪ੍ਰਾਪਰਟੀ ਸਿੱਖ ਮੁਹਾਵਰੇ ਜਾਂ ਸਿੱਖ ਲਿਖਤਾਂ ਦੇ ਵਿੱਚ ਅਜਿਹੀ ਪ੍ਰਾਲਬਧ ਨਹੀਂ ਜਿਸ ਵਿੱਚ ਸਿੰਘਾਂ ਦੇ ਦਲ ਜਾਂ ਖਾਲਸੇ ਦੇ ਦਲ ਨੂੰ ਗੁਰੂ ਕਾ ਦਲ ਕਿਹਾ ਗਿਆ ਹੋਵੇ। ਗੁਰੂ ਕਾ ਦਲ ਉਹ ਦਲ ਹੈ ਜੋ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਨਿੱਜੀ ਤਾਬਿਆ ਅਤੇ ਆਪਣੀ ਕਮਾਨ ਹੇਠਾਂ ਸੀ। ਸਿੰਘਾਂ ਦੇ ਦਲ ਜਾਂ ਦਲ ਖਾਲਸਾ ਨੂੰ ਕਦੇ ਗੁਰੂ ਕਾ ਦਲ ਨਹੀਂ ਕਿਹਾ ਗਿਆ। ਇਸ ਲਈ ਸਾਖੀ 39 ਵਿੱਚ ਜਿਹੜੀ ਟੂਕ 1825 ਬਾਬਤ ਹੈ ਉਹ ਕਿਸੇ ਸਿੱਖੀ ਮੁਹਾਵਰੇ ਤੇ ਖਾਲਸੇ ਦੀ ਬੋਲਚਾਲ ਵਿਧੀ ਤੋਂ ਉੱਕੇ ਅਣਜਾਣ ਦੀ ਲਿਖੀ ਹੋਈ ਹੈ ਅਤੇ ਸੋ ਬਿਸਵੇ ਇਸ ਟੂਕ ਦਾ ਕਰਤਾ ਤੇ ਲਿਖਾਰੀ ਉਹ ਨਹੀਂ ਜਿਸਨੇ ਜਾਂ ਜਿਨ੍ਹਾਂ ਨੇ ਸਾਖੀ ਪੋਥੀ ਰਚੀ ਹੈ। ਕਿਉਂ ਜੋ ਭਾਈ ਵੀਰ ਸਿੰਘ ਜੀ ਆਪ ਤਸਲੀਮ ਕਰਦੇ ਹਨ ਕਿ ਸਾਖੀ ਪੋਥੀ ਰਚਨ ਵਾਲਾ ਲੇਖਕ ਹੈ ਚੰਗਾ ਵਿਦਵਾਨ ਜੋ ਸਾਖੀਆਂ ਦੀ ਸੰਖੇਪਤਾ ਵਿੱਚ ਪੂਰਨ ਦਿਲਚਸਪੀ ਕਾਇਮ ਰੱਖਣ ਅਤੇ ਜ਼ੋਰਦਾਰ ਗੁਫ਼ਤਗੂ ਲਿਖਣ ਵਿੱਚ ਮਾਹਿਰ ਹੈ। ਛੇਵਾਂ, ਅਸੀਂ ਇਹ ਤਾਂ ਨਿਸ਼ਚਿਤ ਕਰਨ ਤੋਂ ਇਸ ਵੇਲੇ ਤੱਕ ਅਸਮਰੱਥ ਹਾਂ ਕਿ ਸਾਖੀ ਪੋਥੀ ਦਾ ਸ਼ੁੱਧ ਰਚਨਕਾਲ ਕੀ ਹੈ, ਪਰ ਇਹ ਜ਼ਰੂਰ ਕਹਿੰਦੇ ਹਾਂ ਕਿ ਭਾਈ ਵੀਰ ਸਿੰਘ ਜੀ ਨੇ ਜੋ ਦਲੀਲਾਂ ਸਾਖੀ ਪੋਥੀ ਨੂੰ ਮਹਾਕਵੀ ਸੰਤੋਖ ਸਿੰਘ ਜੀ ਦੇ ਕਾਲ ਦੇ ਰਚਿਤ ਸਨ 1840 ਦੇ ਨੇੜੇ ਤੇੜੇ ਦੀ ਜਾਂ ਸੰਤੋਖ ਜੀ ਦੀ ਨਿੱਜੀ ਪ੍ਰੇਰਨਾ ਦੁਆਰਾ ਰਚਿਤ ਜੋ ਕਿ ਮਨੋਕਲਪਿਤ ਵਿਚਾਰਾਂ ਤੋਂ ਵੱਧ ਨਹੀਂ ਹੋਣ ਦੇ ਹੱਕ ਵਿੱਚ ਦਿੱਤੀਆਂ ਹਨ, ਉਹਨਾਂ ਦਲੀਲਾਂ ਨੂੰ ਅੰਤਿਮ ਜਾਂ ਕਤਈ ਮੰਨਣ ਦੇ ਵਿੱਚ ਸਾਨੂੰ ਵੱਡੀਆਂ ਕਠਿਨਾਈਆਂ ਦਿਸਦੀਆਂ ਹਨ। ਸਾਖੀ ਪੋਥੀ ਨੂੰ ਸਾਹਿਬ ਨਵਮ ਪਾਤਸ਼ਾਹ ਦੇ ਅਤੇ ਸਾਹਿਬ ਦਸਮ ਪਾਤਸ਼ਾਹ ਦੇ ਦੋ ਭਾਗਾਂ ਦੇ ਰੂਪ ਵਿੱਚ ਲਗਭਗ ਸਮਕਾਲੀ ਮੰਨਣ ਦੀ ਕਲਪਨਾ ਨੂੰ ਪੂਰੇ ਤੌਰ ਉਤੇ ਕਾਟ ਕਰਨ ਵਾਲੀ ਕੋਈ ਦਲੀਲ ਜਾਂ ਕੋਈ ਤੱਥ ਜਿਸ ਨੂੰ ਕਤਈ ਕਿਹਾ ਜਾ ਸਕੇ ਸਾਡੇ ਕੋਲ ਇਸ ਵੇਲੇ ਹੈ ਨਹੀਂ। ਸੱਤਵਾਂ, ਹੁਣ ਸਮੱਸਿਆ ਹੈ ਕਿ ਸਾਖੀ ਪੋਥੀ ਦਾ ਰਚਣ ਵਾਲਾ ਜਾਂ ਰਚਣ ਵਾਲੇ ਕੌਣ ਹਨ। ਭਾਈ ਵੀਰ ਸਿੰਘ ਜੀ ਨੇ ਇਸ ਦਾ ਉੱਤਰ ਦੇਣ ਦਾ ਯਤਨ ਕੀਤਾ ਹੈ। ਇੱਕ ਇਸ਼ਾਰਾ ਸਾਖੀ ਪੋਥੀ ਵਿੱਚੋਂ ਸਾਨੂੰ ਵਿਸ਼ੇਸ਼ ਵੀ ਮਿਲਦਾ ਹੈ ਜੋ ਲੇਖਕ ਬਾਰੇ ਕਿਸੇ ਇਸ਼ਾਰੇ ਦੀ ਸੇਧ ਸੁੱਟ ਜਾਂਦਾ ਹੈ। ਦੂਜੀ ਸਾਖੀ ਦੇ ਸ਼ੁਰੂ ਵਿੱਚ ਲੇਖਕ ਇਹਨਾਂ ਅੱਖਰਾਂ ਵਿੱਚ ਮੰਗਲ ਕਰਦਾ ਹੈ, ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜਿਉ ਪਿੰਡ ਜਿਨ ਦਿੱਤਾ, ਐਸਾ ਗੁਰ ਸਿਵਰੋ ਨਿਤ ਨੀਤਾ। ਇਸ ਸਾਖੀ ਨਾਲ ਬਾਬੇ ਗੁਰਦਿੱਤਾ ਜੀ ਦਾ ਕੋਈ ਸੰਬੰਧ ਨਹੀਂ ਅਤੇ ਨਾ ਹੀ ਐਸਾ ਜਾਂ ਕੋਈ ਮੰਗਲ ਕਿਸੇ ਹੋਰ ਸਾਖੀ ਦੇ ਸ਼ੁਰੂ ਵਿੱਚ ਇਸ ਲੇਖਕ ਨੇ ਕੀਤਾ ਹੈ। ਇਹ ਸੁਭਾਵਿਕ ਲਿਖੇ ਗਏ ਅੱਖਰ ਸੂਹ ਦਿੰਦੇ ਹਨ ਕਿ ਲੇਖਕ ਬਾਬਾ ਗੁਰਦਿੱਤਾ ਜੀ ਨੂੰ
ਗੁਰੂ ਸਥਾਨੀ ਮੰਨਣ ਵਾਲਾ ਹੈ। ਬਾਬਾ ਗੁਰਦਿੱਤਾ ਜੀ ਨੂੰ ਗੁਰ ਪਦਵੀ ਤੁਲ ਮੰਨਣਾ ਉਦਾਸੀ ਸੰਪਰਦਾ ਦੇ ਵਿੱਚ ਵਧੇਰੇ ਪ੍ਰਚਲਿਤ ਰਿਹਾ ਹੈ। ਇਸ ਲਈ ਅਨੁਮਾਨ ਕੀਤਾ ਜਾ ਸਕਦਾ ਹੈ ਕਿ ਇਸ ਪੁਸਤਕ ਦਾ ਲੇਖਕ ਕੋਈ ਵਿਦਵਾਨ ਉਦਾਸੀ ਸਾਧੂ ਹੈ। ਇਹ ਭਾਈ ਵੀਰ ਸਿੰਘ ਜੀ ਦਾ ਅਨੁਮਾਨ ਕਿੰਤੂ ਵਿਮੁਖ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਇਸ ਅਨੁਮਾਨ ਦੇ ਨਿਰੋਧ ਦੀਆਂ ਦਲੀਲਾਂ ਇਹ ਹਨ। ਪਹਿਲਾ, ਮੰਗਲਾਚਰਨ ਆਰੰਭ ਵਿੱਚ ਸ਼ੁਭ ਹੈ ਅਤੇ ਆਰੰਭ ਉਪਰੰਤ ਵਿਘਨ ਪ੍ਰਦਾ, ਇਹ ਸਿਧਾਂਤ ਹੈ। ਦੂਜੀ ਸਾਖੀ ਦੇ ਪ੍ਰਾਰੰਭ ਵਿੱਚ ਬਾਬੇ ਗੁਰਦਿੱਤੇ ਦੀ ਇਹ ਸਮ੍ਰਿਤੀ ਉਸਤਤੀ ਮੰਗਲਕਾਰਕ ਨਹੀਂ ਵਿਘਨਕਾਰਕ ਹੈ। ਜੋ ਕੋਈ ਵਿਦਵਾਨ ਉਦਾਸੀ ਸਾਧੂ ਤਾਂ ਇੱਕ ਪਾਸੇ ਰਿਹਾ, ਕੋਈ ਅਪੰਡਿਤ ਪਾਮਰ ਉਦਾਸੀ ਵੀ ਨਹੀਂ ਕਰ ਸਕਦਾ। ਹਾਂ, ਕਾਰਜ ਆਰੰਭ ਕਰਨ ਵੇਲੇ, ਪੁਸਤਕ ਰਚਨ ਜਾਂ ਉਸਦਾ ਉਤਾਰਾ ਆਰੰਭ ਕਰਨ ਵੇਲੇ ਮੰਗਲਾਚਰਨ ਵਿਘਨਦਾਇਕ ਅਤੇ ਅਸ਼ੁਭ ਨਹੀਂ ਮੰਨਿਆ ਜਾਂਦਾ। ਦੂਜਾ, ਭਾਈ ਵੀਰ ਸਿੰਘ ਜੀ ਦਾ ਇਹ ਕਥਨ ਕਿ ਬਾਬਾ ਗੁਰਦਿੱਤਾ ਜੀ ਨੂੰ ਗੁਰੂ ਪਦਵੀ ਤੁਲ ਮੰਨਣਾ ਉਦਾਸੀ ਸੰਪਰਦਾ ਦੇ ਵਿੱਚ ਵਧੇਰੇ ਪ੍ਰਚਲਿਤ ਰਿਹਾ ਹੈ, ਵੀ ਠੀਕ ਨਹੀਂ। ਉਦਾਸੀ ਸਾਧ ਵੀ ਕਈ ਸ਼੍ਰੇਣੀਆਂ ਦੇ ਹਨ। ਪਹਿਲਾ, ਸ਼ੁੱਧ ਉਦਾਸੀ। ਦੂਜਾ, ਸਾਧੂ ਪ੍ਰੀਤਮ ਦਾਸ, ਜਿਸ ਨੇ 18ਵੀਂ ਸਦੀ ਦੇ ਪੂਰਬਾਰਧ ਵਿੱਚ ਕਿਸੇ ਵਣਖੰਡੀ ਨਾਮੀ ਸਾਧ ਕੋਲੋਂ ਕਾਠਮੰਡੂ ਨੇਪਾਲ ਵਿੱਚ ਦੇਖਿਆ ਅਤੇ ਸਲਾਹ ਲੈ ਕੇ ਸਵਾਹ ਦੇ ਕੋਲੇ ਦੀ ਪੂਜਾ, ਭਸਮ ਰਵਾਉਣਾ ਤੇ ਜਟਾ ਵਧਾਉਣੀਆਂ ਆਦਿ ਗੁਸਾਈ ਸੰਪਰਦਾ ਦੇ ਚਿੰਨ੍ਹ ਧਾਰਨ ਕਰ ਲਈ ਸੀ, ਤਾਂ ਜੋ ਜਨਤਾ ਵਿੱਚ ਇਹਨਾਂ ਸਾਧਾਂ ਦੀ ਪੂਜਾ ਮਾਨਤਾ ਵਧੇ। ਤੀਜਾ, ਰਾਜਨੀਤਿਕ ਉਦਾਸੀ, ਜਿਹੜੀ ਕਿ ਨਨਕਾਣੇ ਸਾਹਿਬ ਦੇ ਸਾਕੇ ਮਗਰੋਂ ਸਾਰੇ ਹਿੰਦੁਸਤਾਨ ਦੇ ਵਿੱਚ ਆਪਣੇ ਹੀ ਪੂਰਵ ਆਚਾਰਿਆ ਦੇ ਸਿੱਖੀ ਪ੍ਰਚਾਰ ਤੇ ਪ੍ਰਥਾ ਨੂੰ, ਜਿਹੜੀ ਕਿ ਉਹ ਬਾਬੇ ਗੁਰਦਿੱਤੇ ਦੇ 4 ਧੂਣੇ ਸਥਾਪਿਤ ਕਰਨ ਦੇ ਸਮੇਂ ਤੋਂ ਲੈ ਕੇ 1936 20ਵੀਂ ਸਦੀ ਦੇ ਦੂਜੇ ਦਹਾਕੇ ਤੱਕ ਕਰਦੇ ਰਹੇ ਹਨ, ਉਸ ਨੂੰ ਪ੍ਰੰਸ਼ ਅਤੇ ਮਲੀਆ ਮੇਟ ਕਰਨਾ ਹੀ ਉਦਾਸੀਨ ਰੁਚੀ ਅਤੇ ਸਾਧੂ ਧਰਮ ਦਾ ਪ੍ਰਮੁੱਖ ਲੱਛਣ ਮੰਨਦੇ ਹਨ। ਉਪਰੋਕਤ ਸ਼੍ਰੇਣੀ 2 ਦੇ ਉਦਾਸੀ ਹਨ ਅਤੇ ਪ੍ਰਤਿਸ਼ਠਿਤ ਧਨਾੜ ਸਤਿਆਵਾਨ ਸਿੱਖਾਂ ਦੇ ਸਾਹਮਣੇ ਸ਼ੁੱਧ ਉਦਾਸੀਆਂ ਦੇ ਰੂਪ ਵਿੱਚ ਦਰਸ਼ਨ ਦਿੰਦੇ ਰਹੇ ਹਨ, ਜਿਵੇਂ ਕਿ ਸਾਧੂ ਪ੍ਰੀਤਮ ਦਾਸ ਨੇ ਸਨ 1825 ਦੇ ਲਾਗੇ ਜਾਗੇ ਹੈਦਰਾਬਾਦ ਦੱਖਣ ਤੇ ਨਿਜ਼ਾਮ ਦੇ ਮੁੱਖ ਮੰਤਰੀ ਰਾਜਾ ਚੰਦੂ ਲਾਲ ਅਤੇ ਨਾਨਕ ਚੰਦ ਗੁਰੂ ਘਰ ਦੇ ਅਨੰਨ ਸਿੱਖਾਂ ਕੋਲੋਂ 7 ਲੱਖ ਰੁਪਈਆ ਦਾਨ ਲੈਣ ਹਿੱਤ ਕੀਤਾ ਗਿਆ ਸੀ। ਗੁਰੂ ਘਰ ਦੇ ਅਨੰਨ ਸਿੱਖਾਂ ਕੋਲੋਂ 7 ਲੱਖ ਰੁਪਈਆ ਦਾਨ ਲੈਣ ਹਿੱਤ ਕੀਤਾ ਸੀ, ਜਿਸ ਦਾਨ ਨਾਲ ਉਸਨੇ ਆਪਣੀ ਉਦਾਸੀ ਸ਼੍ਰੇਣੀ ਦੇ ਪ੍ਰਭਾਵਸ਼ੀਲ ਮੱਠ ਹਿੰਦੁਸਤਾਨ ਭਰ ਵਿੱਚ ਸਥਾਪਿਤ ਕਰ ਲਏ ਸੀ। ਪ੍ਰੀਤਮ ਦਾਸ ਜਮਾਤ ਸੰਗ ਲੈ, ਤੀਰਥ ਯਾਤਰਾ ਕਰੀ ਰੰਗ ਲੈ, ਦੇਸ ਬੀਚ ਕਰ ਰਮਤ ਅਪਾਰੇ, जबे हैदराबाद पधारे, चंदू लाल निर्पलो नेक, थे गुरु के सिखता अनेक, साधु गुरु करके उस जान, सेवा कीनी सर्व महान। चंदू लाल का चच्चा बुलंद, पुत्रहीन था नानक चंद, धन दौलत तिस देवन हेत विचार, 7 लाख का थड़ा बना के, ऊपर साधन तई बिठाए के, भजन करवा फिर अरदास, थड़े केर करवाई खास, लेकर दान यह तब पारी, दौलत प्रीतम दास संभारी, लियो खरीद अधिक जमींदारा, तांते बड्यो तन बहु पारा, जर जोर जमीन ते होत उपाधि ठीक। ये उदासी श्रेणी है जिसने 20वीं सदी दे तीजे दहाके लंडन दी पेरवी कौंसल दे कोल ये फैसला प्राप्त कर लिया सी कि उदासी सिख नहीं हन। ਤੀਜੀ ਪੋਲੀਟੀਕਲ ਸ਼੍ਰੇਣੀ ਦੇ ਉਦਾਸੀ ਉਹ ਹਨ ਜਿਹੜੇ ਪਿਛਲੇ 50 ਕੁ ਵਰਿਆਂ ਤੋਂ ਹਿੰਦੁਸਤਾਨ ਭਰ ਵਿੱਚ ਜਿੱਤੇ ਕਿਤੇ ਇਹਨਾਂ ਦਾ ਵਸ ਚੱਲਦਾ ਹੈ। ਪੁਰਾਤਨ ਸਿੱਖ ਡੇਰਿਆਂ, ਮੰਦਰਾਂ, ਮੱਠਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਪੂਜਾ, ਸਰਵਨ ਦਾ ਵਿਨਾਸ਼ ਕਰ ਰਹੇ ਅਤੇ ਕਰੋੜਾਂ ਸਹਿਸਾਰੀ ਪੁਸ਼ਤੀਨੀ ਸਿੱਖ ਪਰਿਵਾਰਾਂ ਦੇ ਵਿੱਚੋਂ ਖਾਸ ਕਰਕੇ ਬੰਗਾਲ ਤੇ ਮੱਧ ਪ੍ਰਦੇਸ਼ ਵਿੱਚ ਨਾਨਕ ਪੰਥ ਤੇ ਸਿੱਖੀ ਸ਼ਰਧਾ ਦਾ ਅਭਾਵ ਕਰ ਰਹੇ ਹਨ। ਕੇਵਲ ਖਾਲਸਾ ਪੰਥ ਵਿਰੁੱਧ ਸ਼ਤਰੁਤਾ ਅਤੇ ਨਵੀਂ ਸਥਾਪਿਤ ਹੋਈ ਮੁਲਕ ਗੀਰ ਹਿੰਦੂ ਪ੍ਰਭਤਾ ਤੋਂ ਲਾਹਾ ਲਾਭ ਪ੍ਰਾਪਤ ਕਰਨ ਦੀ ਸੰਸਾਰੀ ਕਾਮਨਾ ਆਕਾਂਖਿਆ ਤੋਂ ਪ੍ਰੇਰਿਤ ਹੋ ਕੇ, ਕਿਉਂ ਜੋ ਸੈਕੂਲਰ ਦੇਸ਼ ਵਿੱਚ ਸੈਕੂਲਰ ਉਦਾਸੀਨਤਾ ਹੀ ਸ਼ੋਭਾ ਦਿੰਦੀ ਹੈ। ਇਹਨਾਂ ਤਿੰਨਾਂ ਉਦਾਸੀਆਂ ਦੀਆਂ ਸ਼੍ਰੇਣੀਆਂ ਵਿੱਚੋਂ ਕੇਵਲ ਪਹਿਲੀ ਸ਼੍ਰੇਣੀ ਹੀ ਉਦਾਸੀ ਸੰਪਰਦਾ ਕਹਾਉਣ ਦਾ ਅਧਿਕਾਰ ਰੱਖਦੀ ਹੈ। ਬਾਕੀ 2 ਸ਼੍ਰੇਣੀਆਂ ਦੂਜੀਆਂ 2 ਕਥਿਤ ਉਦਾਸੀ ਸ਼੍ਰੇਣੀਆਂ ਜੋ ਸੰਸਾਰ
ਅਤੇ ਮਾਇਆ ਤੋਂ ਉਦਾਸੀਨਤਾ ਦੇ ਉੱਚ ਆਦਰਸ਼ ਵੱਲ ਪਿੱਠ ਮੋੜੀ ਖੜੇ ਹਨ ਅਤੇ ਗੁਰੂ ਨਿੰਦਾ, ਸਿੱਖੀ ਦਾ ਮਲੀਆ ਮੇੜ ਅਤੇ ਸਿੱਖਾਂ ਪ੍ਰਤੀ ਦਵੈਸ਼ ਨੂੰ ਹੀ ਸਰਵੋਤਮ ਧਰਮ ਪ੍ਰਵਾਨ ਕਰੀ ਬੈਠੇ ਹਨ। ਉਹ ਸਾਡੇ ਨਾਲੋਂ ਜਿਹੜੇ ਕਿ ਅਸੀਂ ਆਪਣੇ ਆਪ ਨੂੰ ਅਕਾਲੀ ਸਿੱਖ ਕਹਿੰਦੇ ਕਹਾਉਂਦੇ ਹਾਂ, ਪਰ ਕਰਮ ਅਸਾਡੇ ਜੋ ਹਨ ਉਹ ਸਭਨਾਂ ਨੂੰ ਪਤਾ ਹੀ ਹੈ, ਕਿਸੇ ਗੱਲੋਂ ਵੀ ਸ੍ਰੇਸ਼ਟ ਨਹੀਂ ਕਹੇ ਜਾ ਸਕਦੇ। ਇਹ ਪਹਿਲੀ ਉਦਾਸੀ ਸ਼੍ਰੇਣੀ ਸ਼ੁੱਧ ਉਦਾਸੀ, ਗੁਰੂ ਦੇ ਸਨਮੁਖ ਧਰਮ ਸਥਿਤ ਸਤਿਕਾਰਯੋਗ ਉਦਾਸੀ, ਜਿਨ੍ਹਾਂ ਨੇ ਸਿਰਮੌਰ ਗੁਰੂ ਮਹੰਤ ਕਿਰਪਾਲ ਦਾਸ ਨੇ ਪੰਗਾਣੀ ਦੇ ਯੁੱਧ ਵੇਲੇ ਸਾਹਿਬ ਦਸਮ ਪਾਤਸ਼ਾਹ ਦੇ ਹਜ਼ੂਰ ਅਰਜ਼ੋਈ ਕੀਤੀ ਸੀ, ਗੁਰ ਚੇਲੇ ਸਭ ਸ਼ਰਨ ਤਿਹਾਰੀ। ਉਹ ਉਦਾਸੀ ਬਿਨਾਂ ਗੁਰੂ ਨਾਨਕ ਦੇ 10 ਰੂਪਾਂ ਅਤੇ ਸ਼ਬਦ ਰੂਪ ਅਕਸ਼ੇ ਗੁਰੂ, ਗੁਰੂ ਗ੍ਰੰਥ ਸਾਹਿਬ ਦੇ ਹੋਰ ਕਿਸੇ ਵਿਅਕਤੀ, ਦੇਵੀ ਦੇਵ, ਸਰੂਤੀ ਸਮ੍ਰਿਤੀ ਨੂੰ ਗੁਰੂ ਸਥਾਨੀ ਨਹੀਂ ਮੰਨਦੇ, ਜਿਵੇਂ ਕਿ ਭਾਈ ਵੀਰ ਸਿੰਘ ਜੀ ਨੇ ਚਿਤਵਾਇਆ ਹੈ। ਗਿਆਨ ਸਿੰਘ ਗਿਆਨੀ ਦੇ ਸ੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਅੰਕਿਤ ਹਨ। 1693 ਮਾਹੇ ਗਾਤ ਭਈ ਇਹ ਪੰਥ ਚਲੀ ਹੈ, ਰੰਗ ਮਜੀਠ ਕ੍ਰਿਮਚੀ ਚੋਲਾ, ਸਿਰ ਪਰ ਦੁਲਕੀ ਤਾਜ ਅਮੋਲਾ, घर में सेली ते उन माला, चोली तुम्बी आसन काला, दाढ़ी केस वेश सब रखते, निज दिन नाम अमृत रस चखते, चेला जिसको जबे बनाते, जोरू जरतर त्याग दिताते, चरण तोए बिच मीना पाए, पर जप पौड़ी तेत पिलाए, नाम दान इशनान दिढ़ंते, जप तप मैं लग सिद्ध पवंते, बिन गुर होर नहीं और भजते, देवी देव सिला न जहते, मांस शराब तंबाकू पंग, ऐसी वसना छोते अंग। इस मंगला चरण ਨੂੰ ਸਾਖੀ ਪੋਥੀ ਦੀ ਸਾਖੀ 2 ਅੰਕਿਤ ਕਰਨ ਤੋਂ ਪਹਿਲਾਂ ਲਿਖਿਆ ਹੋਇਆ। ਇਹ ਸ਼ੁੱਧ ਉਦਾਸੀ ਸੰਪਰਦਾ ਦੇ ਆਰਤਾ ਨਾਮੀ ਪੂਜ ਰੀਤ ਦੇ ਅੰਤ ਵਿੱਚ ਉਚਾਰਿਆ ਜਾਂਦਾ ਹੈ। ਉਦਾਸੀ ਮਠਾਂ, ਧਰਮਸ਼ਾਲਾ, ਗੁਰਮੰਦਰਾਂ ਤੇ ਸੰਗਮਾਂ ਵਿੱਚ ਅਤੇ ਇਹ ਆਰਤਾ ਉਦਾਸੀਆਂ ਦੇ ਆਦਿ ਆਚਾਰਿਆ ਬਾਬਾ ਸ਼੍ਰੀ ਚੰਦ ਦੀ ਰਚਨਾ ਹੈ, ਜਿਸ ਨੇ ਬਾਬਾ ਗੁਰਦਿੱਤਾ ਨੂੰ ਉਤਰਾ ਅਧਿਕਾਰੀ ਥਾਪਣ ਵਾਲੇ ਕਿਹਾ ਸੀ ਕਿ ਰਤਨਾਕਰ ਸਮ ਗੁਰ ਕਰ ਮਮ ਬਖਸ਼ਿਸ਼ ਸਮਗੰਗ, आरता कीजे नानक शाह पातशाह का, हरि हर दीन दुनिया के शहनशाह का, चार कुट जाकी धर्मशाला, संगत गावे शब्द रसाला, आरता कीजे नानक शाह शहनशाह का, हरि हर दीन दुनिया के शहनशाह का, कोट देवी जाकी जोत जगावे, कोट तितस जाकी उस्तत गावे, आरता कीजे नानक शाह पातशाह का, हरिहर दीन दुनिया के शहनशाह का, 96 करोड़ जाके चरण पखाल, भार 18 जाकी पुष्प की माला, आता कीजे नानक शाह पातशाह का, हरिहर दीन दुनिया के शहनशाह का, पवन राय जाको चवर टुलाए, रख मन में ध्यान लगाए, आरता कीजे नानक शाह पातशाह का, हरिहर दीन दुनिया के शहनशाह का, पंच परवान है सतगुर पूरा, बाजे शब्द अनाहत दूरा, आरता कीजे नानक शाह पातशाह का, हरिहर दीन दुनिया के शहनशाह का, घंटा बाजे धुन ओंकारा, अमर अखंड जाका चलमलकारा, आरता कीजे नानक शाह पातशाह का, हरिहर दीन दुनिया के शहनशाह का, सतनाम है सो सारा, सतनाम संतन आधारा, आरता कीजे नानक शाह शहनशाह का, हरिहर दीन दुनिया के शहनशाह का। श्री चंद बखाने नानक पूता, अगम अगाध उदय अविदूता, आरता कीजे नानक शाह पातशाह का, हरिहर दीन दुनिया के शहनशाह का, जो जन नानक शाह का आरता गावे,
बसे बैकुंठ परम गति पावै। आरता कीजे नानक शाह पातशाह का, हरिहर दीन दुनिया के शहंशाह का। सरन परे की राख दयाला, नानक तुमरे बाल गोपाला। आरता कीजे नानक शाह पातशाह का, हरिहर दीन दुनिया के शहंशाह का। गाजो जी वाहेगुरु, गाजो जी वाहेगुरु, गाजो जी वाहेगुरु, गाजो जी वाहेगुरु, गाजो जी वाहेगुरु। बाबा गुरदिता दीन दुनी का टीका, ज्यों पिंड जिन दिता। ऐसा गुर सिमरो नित नेता, श्री वाहेगुरु श्री वाहेगुरु। होर इस शुद्ध उदासी मत का सिद्धांत मंत्र दे विच खालसा पंथ की निष्ठा ही प्रधान है कि उदासी मत अकाल पुरख की आग्या नाल चलिया है ते संसार का कल्याण सिੱਖੀ मत की शरण लैण विच ही है। इहो उपरोक्त सारा आरता इस कारण दिता गया है तां जो साखी दे पहला दिते गए मंगलाचरण का ठीक अते सही अर्थ समझण दे विच सोख होवे। इह सारा आरता अते इस मंगलाचरण नूं इक्को बाणी दे रूप विच वाचिया ਇਹ स्पष्ट उगड़ आउंदा है कि मंगलाचरण की पहली तुक बाबा गुरदिता दीन दुनी दा टिक्का तां बाबे गुरदिते दी सिफत सलाह विच है अते दूजी तुक गुरु अकाल पुरख की महिमा विच है। ऐसे गुर नूं सिमरो जो जियो पिंड दा सिरजणहार करतार है। देखना चाहिए कि बाबे गुरदिते नूं टिक्का किया है, गुरु अस्थानी शहनशाह नहीं किया। 8वां इस मंगलाचरण ते उदासियां बारे उपर दिती विचार चर्चा तो दो नतीजे निकलते हैं। पहला, असली उदासी संपरदा बाबा गुरदिता या बाबा श्री चंद नूं श्री महंत ते आदि आचार्य के रूप विच तां सत्कारदे हन, पर उन्हां नूं या किसी होर नूं गुरु स्थानी अथवा नानक गुरु गोबिंद दा रूप या हम भला नहीं मनदे। दूजा, इस मंगलाचरण के दूजी साखी के मुढ़ विच अंकित होना इस गल का सूचकता है ही कि साखी पोथी का ओ उतारा महामोह पाधाया सरदार सर अतर सिंह नूं प्राप्त होया। उस विच पहली साखी का उतारा करन वाला कोई गुरु का गृहस्थी सिख है अते उस विचों दूजी साखी या बाकी साखियां का उतारा करन वाला कोई उदासी साधु है। पहली श्रेणी का असली उदासी पहली साखी का उतारा सिੱਖੀ विधान के अनुसार एक ओंकार सतगुर प्रसाद नाल लिखिया होया है, पर इस साखी के उतारे पिछों पहला लेखारी अप्राप्त होया जापदा है अते दूजा लेखारी उदासी साधु है। यह नतीजा जेड़े तत्त साडे सामने हैं उन्हां तो उक्का नहीं कढ़िया जा सकता कि साखी पोथी का करता अथवा रचनहारा कोई उदासी साधु है, जेड़ा नतीजा के भाई वीर सिंह जी ने कढ़िया है। 9वां, जे किते ओ नुस्खा साखी पोथी का प्राप्त हो जावे जो कि सरदार सर अतर सिंह जी के कब्जे विच सी, तद शायद इस समस्या बारे वधीक जानकारी मिल सके कि की पहली साखी का मंगलाचरण उसे लिखारी दा है जिसने दूजी साखी का उतारा कीता है अते यह दो मंगलाचरण एक मंगलकारक अते दूजा अमंगलकारक जे लिखारी इको ही है तद साखी पोथी का भाग किवें बन गए। 10वां, सरदार सर अतर सिंह जी के हत्थां विच साखी पोथी नूं की रंग देखने पे। यह कथा इस पिछोकड़ विच आवश्यक बन गई है। 11वां, सिखां दी लिखती समग्री उत्ते 4 कल्लूकारे 18वीं सदी के प्रारंभ अते 19वीं सदी के 7-8 दहाकिया के अंत तक वरते हैं। 5वां कल्लूकारा हुण 20वीं सदी विच पिछले 20-25 सालों तो कामरेड सिखा अते बुद्धिजीवी सिखा ने खोज पड़ताल सिखा दी ग्रंथिक समग्री के विश्लेषण विस्तार के परदे हेठा चालू किया होया, जिस उते विचार विमर्श का इत्थे समां ते स्थान नहीं। पहला कल्लूकारा सन 1704 विच वापरिया जदों साहिब गुरु गोबिंद सिंह जी अते अनेका विद्वानां दा रचित अते संग्रह किया होया अनमोल भंडार
ਅਨੰਦਪੁਰ ਤਿਆਗਣ ਵੇਲੇ 1704 ਗੁਰੂ ਮਾਰੀ ਸਰਸਾ ਨਦੀ ਵਿੱਚ ਡੁੱਬ ਗਿਆ। ਦੂਜਾ ਘੱਲੂਘਾਰਾ ਸਨ 1745 ਤੋਂ 47 ਵਿੱਚ ਦੀਵਾਨ ਲਖਪਤ ਰਾਏ ਨੇ ਵਰਤਾਇਆ, ਜਦੋਂ ਉਸ ਗੁਰ ਸ਼ਬਦ ਦਾ ਉਚਾਰਨ ਤੱਕ ਸਰਕਾਰੀ ਹੁਕਮਾਂ ਦੁਆਰਾ ਰੋਕ ਦਿੱਤਾ ਅਤੇ ਆਰਡੀਨੈਂਸ ਜਾਰੀ ਕਰ ਦਿੱਤਾ ਕਿ ਕੋਈ ਗੁੜ ਨੂੰ ਗੁੜ ਨਾ ਆਖੇ, ਭੇਲੀ ਕਹੇ, ਕਿਉਂਕਿ ਗੁੜ ਤੇ ਗੁਰ ਦਾ ਉਚਾਰਨ ਇੱਕ ਦੂਜੇ ਨਾਲ ਬਹੁਤ ਮਿਲਦਾ ਜੁਲਦਾ ਹੈ। ਲਖਪਤ ਰਾਏ ਨੇ ਹਜ਼ਾਰਾਂ ਲਿਖਤੀ ਸਿੱਖ ਗ੍ਰੰਥ ਗੁਰਮੁਖੀ ਲਿਪੀ ਵਿੱਚ ਲਿਖੇ ਹੋਏ ਸਣੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੀੜਾਂ ਦੇ ਅਗਨੀ ਭੇਟ ਜਾਂ ਜਲ ਭੇਟ ਕਰਵਾ ਕੇ ਨਸ਼ਟ ਪ੍ਰਸ਼ਟ ਕਰ ਸੁੱਟੇ। ਤੀਜਾ ਘੱਲੂਘਾਰਾ ਜਾਂ ਲਘੂ ਘੱਲੂਘਾਰਾ ਮਹਾਰਾਜਾ ਰਣਜੀਤ ਸਿੰਘ ਦੀ ਮ੍ਰਿਤਿੂ 1839 ਦੇ ਪਿੱਛੋਂ ਡੋਗਰਾ ਗਿਰਦੀ ਵੇਲੇ ਵਾਪਰਿਆ ਸੀ। ਪਰ ਡੋਗਰਾ ਤਿਕੜੀ ਗੁਲਾਬ ਸਿੰਘ, ਧਿਆਨ ਸਿੰਘ, ਹੀਰਾ ਸਿੰਘ ਦਾ ਕੇਵਲ ਉਹਨਾਂ ਸਿੱਖ ਗ੍ਰੰਥਾਂ ਵੱਲ ਹੀ ਸੀ ਜਿਨ੍ਹਾਂ ਵਿੱਚ ਖਾਲਸੇ ਦੇ ਆਉਣ ਵਾਲੀ ਹੋਣੀ ਉਤਰਾ ਚੜਾਅ ਵੱਲ ਸੰਕੇਤ ਹਨ। ਸੋ ਸਾਖੀ ਵੱਲ ਤਾਂ ਇਹਨਾਂ ਚਤੁਰ ਡੋਗਰਿਆਂ ਦੀ ਵਿਸ਼ੇਸ਼ ਕਿਰਪਾ ਦ੍ਰਿਸ਼ਟੀ ਹੋਈ ਅਤੇ ਉਹਨਾਂ ਨੇ ਸਰਕਾਰ ਖਾਲਸਾ ਦੇ ਅਧੀਨ ਇਹਨਾਂ ਇਲਾਕਿਆਂ ਵਿੱਚ ਜਿੱਤੋਂ ਕਿਤੇ ਸੋ ਸਾਖੀ ਦੇ ਖਰੜੇ ਦਾ ਸੂ ਪਤਾ ਲੱਗਾ ਉਹ ਜਾਂ ਤਾਂ ਨਸ਼ਟ ਕਰ ਦਿੱਤੇ ਅਤੇ ਜਾਂ ਉਹਨਾਂ ਵਿੱਚ ਅਦਲਾ ਬਦਲੀਆਂ ਰਲੇ ਇਸ ਕੁਚੇਸ਼ਟਾ ਨਾਲ ਪਾਏ ਕਿ ਸੋ ਸਾਖੀ ਅਨੁਸਾਰ ਹੀ ਰਣਜੀਤ ਸਿੰਘ ਤੋਂ ਪਿੱਛੋਂ ਦਸਮ ਪਾਤਸ਼ਾਹ ਦੇ ਸ਼੍ਰੀ ਮੁਖ ਬਚਨਾਂ ਦੁਆਰਾ ਲਾਹੌਰ ਦਾ ਸ਼ਾਹੀ ਤਖਤ ਡੋਗਰਾ ਕਾਲ ਦਾ ਵਿਰਸਾ ਵਿਰਾਸਤ ਸਿੱਧ ਹੋਵੇ। ਇਸ ਡੋਗਰਾ ਗਰਦੀ ਤੋਂ ਸਾਡੀ ਸਾਖੀ ਪੋਥੀ ਬਚ ਨਿਕਲੀ ਜਾਪਦੀ ਹੈ, ਨਹੀਂ ਤਾਂ ਸਾਖੀ 111 ਅਤੇ ਇਸ ਦਾ ਵਿਸਤ੍ਰਿਤ ਰੂਪ ਅੰਤਿਕਾ ਇੱਕ ਸਾਖੀ ਸੁਹੇਵੇਗੀ ਵਿੱਚ ਖਾਲਸਾ ਸਰਕਾਰ ਦੇ ਰੂਪ ਵਿੱਚ ਡੋਗਰਿਆਂ ਦੀ ਪ੍ਰਭੂਸੱਤਾ ਸਥਾਪਤੀ ਦਾ ਅਖੌਤੀ ਭਵਿੱਖਵਾਕ ਜ਼ਰੂਰ ਸ਼ਾਮਿਲ ਹੋ ਜਾਣਾ ਸੀ। ਚੌਥਾ ਤੇ ਸੂਖਮ ਘੱਲੂਘਾਰਾ 19ਵੀਂ ਸਦੀ ਦੇ 5ਵੇਂ-6ਵੇਂ ਦਹਾਕਿਆਂ ਵਿੱਚ ਜਦੋਂ ਅੰਗਰੇਜ਼ਾਂ ਨੇ ਪੰਜਾਬ ਦੇਸ਼ ਨੂੰ ਬਰਤਾਨਵੀ ਰਾਜ ਵਿੱਚ ਮਿਲਾ ਲਿਆ ਅਤੇ ਪੁਰਾਣਾ ਸਿੱਖ ਰਾਜ ਵੇਲੇ ਨਿਰਮਿਤ ਹੋਇਆ ਮਹਾਨ ਅਤੇ ਉੱਚ ਪੱਧਰੀ ਵਿਦਿਅਕ ਢਾਂਚਾ ਤੇ ਪ੍ਰਣਾਲੀ ਜਾਂ ਕਲਖਤ ਮਨਸੂਖ ਕਰਕੇ ਅਤੇ ਪੰਜਾਬੀ ਬੋਲੀ ਤੇ ਗੁਰਮੁਖੀ ਲਿਪੀ ਨੂੰ ਸਰਕਾਰੀ ਪੱਧਰ ਉਤੇ ਦੇਸ਼ ਨਿਕਾਲਾ ਦੇ ਕੇ ਨਵੀਆਂ ਪੀੜ੍ਹੀਆਂ ਨੂੰ ਪੁਰਾਣੀ ਸਿੱਖ ਪੀੜ੍ਹੀ ਤੇ ਬੌਧਿਕ ਵਾਤਾਵਰਣ, ਸਿੱਖੀ ਤੇ ਸਿੱਖ ਸਾਹਿਤਕ ਸਮੱਗਰੀ ਅਤੇ ਸਿੱਖ ਆਤਮਾ ਨਾਲੋਂ ਉੱਕਾ ਪੁੱਕਾ ਤੋੜ ਵਿਛੋੜ ਕੇ ਸੁੱਟਿਆ ਅਤੇ ਇਸ ਕਾਰਜ ਪੂਰਤੀ ਲਈ ਉਰਦੂ ਜ਼ਬਾਨ ਅਤੇ ਉਰਦੂ ਪੁਸਤਕ ਨੂੰ ਰਾਜ ਪੱਧਰ ਉੱਤੇ ਬੁੜਾਵਾ ਦਿੱਤਾ। ਇਸ ਫਿਰੰਗੀ ਨੀਤੀ ਦੀਆਂ ਜੜ੍ਹਾਂ ਤਾਂ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਕ ਦੇ 7 ਮਾਰਚ ਸਨ 1835 ਦੇ ਹਿਦਾਇਤਨਾਮੇ ਵਿੱਚ ਹਨ, ਜਿਸ ਦੁਆਰਾ ਦੇਸੀ ਭਾਸ਼ਾਵਾਂ ਨੂੰ ਹਿੰਦੁਸਤਾਨ ਭਰ ਵਿੱਚ ਸਰਕਾਰੀ ਪਰ ਉਤਸਾਹਨ ਦਾ ਨਾ ਦੇਣ ਦਾ ਆਦੇਸ਼ ਸੀ ਅਤੇ ਜਿਸ ਬਾਬਤ ਕੁਝ ਉਂਗਲੀਆਂ ਤੇ ਗਿਣੇ ਜਾਣ ਵਾਲੇ ਅੰਗਰੇਜ਼ਾਂ ਨੇ ਵੀ ਬੇਝਿਜਕ ਕਿਹਾ ਸੀ ਕਿ ਇਹ ਹਦਾਇਤਨਾਮਾ ਉਸੇ ਪੱਧਰ ਦਾ ਵਿਨਾਸ਼ਕਾਰੀ, ਅਨਿਆਇਕਾਰੀ ਅਤੇ ਅਪ੍ਰਿਯ ਹੈ ਜਿਵੇਂ ਕਿ ਅਰਬ ਜੇਤੂਆਂ ਨੇ ਮਿਸਰ ਦੇਸ਼ ਵਿੱਚ ਅਲੈਗਜ਼ੈਂਡਰੀਆ ਦੇ ਜਗਤ ਪ੍ਰਸਿੱਧ ਅਤੇ ਗਿਆਨ ਵਿਦਿਆ ਦੇ ਸਮੁੰਦਰ ਪ੍ਰਾਚੀਨ ਪੁਸਤਕਾਲਿਆਂ ਨੂੰ ਨਾਸ਼ ਕਰਕੇ ਘ੍ਰਿਣਿਤ ਕਰਮ ਕੀਤਾ ਸੀ। ਪਰ ਸਿੱਖ ਆਤਮਾ ਤੋਂ ਗੌਰਵ ਕੀਰਤੀ ਨੂੰ ਨਸ਼ਟ ਭ੍ਰਿਸ਼ਟ ਕਰਨ ਲਈ ਅਤੇ ਪ੍ਰਾਣਵਾਨ ਸਿੱਖਾਂ ਦਾ ਸਾਹਸਤ ਮਾਰਨ ਲਈ ਲਾਰਡ ਨਿਕਲਸਨ ਨੇ ਵਿਸ਼ੇਸ਼ ਅਤੇ ਬੜੇ ਕਰੂਰ ਕਦਮ ਚੁੱਕੇ ਸਨ। ਫਿਰੰਗੀ ਸਿੱਖ ਯੋਧਾ 1848 ਤੋਂ 1849 ਏਡੀ ਵੇਲੇ ਸਿੱਖਾਂ ਦੀ ਪ੍ਰਚੰਡ ਬਹਾਦਰੀ ਅਤੇ ਅਜਿੱਤ ਸਿਪਾਹੀਗਿਰੀ ਅਤੇ ਅਦਿੱਤੇ ਸੂਰਮਗਤੀ ਤੋਂ ਭੈਭੀਤ ਹੋ ਕੇ ਗੁਰਮੁਖੀ ਪੰਜਾਬੀ ਦਾ ਤਿਰਸਕਾਰ ਸਾਹਿਬ ਦਸਮ ਪਾਤਸ਼ਾਹ ਦੇ ਪਵਿੱਤਰ ਸ਼ਸਤਰਾਂ ਨੂੰ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਿੱਜੀ ਪਰਸੇ ਹੋਏ ਬਸਤਰ ਦੇ ਅੰਨ੍ਹੇ ਸਮੱਗਰੀ ਜਿਹਾ ਕਿ ਕਲਗੀ, ਜਿਹਾ ਆਦਿ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਲਾਹੌਰ ਕਿਲੇ ਵਿੱਚ ਕਰਤਾਰਪੁਰ ਦੇ ਸੋਢੀਆਂ ਦੁਆਰਾ ਸੁਸ਼ੋਭਿਤ ਭੀੜ, ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਹਰ ਰੋਜ਼ ਅੰਮ੍ਰਿਤ ਵੇਲੇ 501 ਰੁਪਏ ਅਰਦਾਸ ਕਰਵਾਉਂਦਾ ਹੁੰਦਾ ਸੀ, ਇਹਨਾਂ ਸਾਰੀਆਂ ਵਸਤੂਆਂ ਨੂੰ ਚੋਰੀ ਇੰਗਲੈਂਡ ਲਿਜਾਇਆ ਗਿਆ ਸੀ ਤਾਂ ਜੋ ਖਾਲਸੇ ਨੂੰ ਇਹਨਾਂ ਦੀ ਸ਼ਕਤੀ ਪ੍ਰਦਾ ਅਤੇ ਪ੍ਰਾਣ ਸਿਰਜਕ ਦਿਵਯ ਸੋਮਿਆ ਤੋਂ ਵੰਚਿਤ ਕਰ ਦਿੱਤਾ ਜਾਵੇ। ਲਾਰਡ ਕਿਚਨਰ 1850 ਤੋਂ 1916 ਨੇ
ਅਜਿਹੇ ਵਿਚਾਰਾਂ ਅਧੀਨ ਹੀ ਸੁਡਾਨ ਦੀ ਰਾਜਧਾਨੀ ਖਰਤੂਮ ਦੇ ਵਿੱਚ ਅਲ ਮਾਹੀ ਦੀ ਮਕਬਰੇ ਨੂੰ ਢਾਹ ਢੇਰੀ ਕਰਕੇ ਨੀਲ ਨਦ ਵਿੱਚ ਸੁਟਵਾ ਦਿੱਤਾ ਸੀ। ਇਹਨਾਂ ਵਿਚਾਰਾਂ ਅਧੀਨ ਹੀ ਅਹਿਮਦ ਸ਼ਾਹ ਅਬਦਾਲੀ ਸ਼੍ਰੀ ਹਰਿਮੰਦਰ ਸਾਹਿਬ ਨੂੰ ਢਾਣ ਪ੍ਰਤਿਸ਼ਠ ਕਰਨ ਉਪਰੰਤ ਗੁਰੂ ਅਰਜਨ ਸਾਹਿਬ ਜੀ ਦੀ ਸਿਰਜੀ ਹੋਈ ਆਦ ਬੀੜ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਿਰਜੀ ਹੋਈ ਦਮਦਮੀ ਬੀੜ ਨੂੰ ਵੱਡੇ ਘੱਲੂਘਾਰੇ ਵੇਲੇ ਖਾਸ ਯਤਨਾਂ ਦੁਆਰਾ ਖਾਲਸਾ ਦਲ ਨੂੰ ਬੀਹਰ ਨਾਲੋਂ ਨਿਖੇੜ ਕੇ ਅਤੇ ਬੀਹਰ ਨੂੰ ਦੁਫਾੜ ਕਰਕੇ ਇਹਨਾਂ ਦੋਹਾਂ ਬੀੜਾਂ ਨੂੰ ਖੋਹ ਕੇ ਲੈ ਗਿਆ ਸੀ, ਜੋ ਕਿ ਪਿੱਛੋਂ ਨਾਸ਼ ਕਰ ਦਿੱਤੀਆਂ ਗਈਆਂ। ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਰਤਨ ਸਿੰਘ ਪੰਗੂ ਨੇ ਅੱਖੀ ਦੇਖੀ ਗਵਾਹੀ ਦੇ ਆਧਾਰ ਉੱਤੇ ਸਪਸ਼ਟ ਲਿਖਿਆ ਹੈ ਕਿ ਅੰਮ੍ਰਿਤਸਰ ਵਿੱਚ ਭਾਈ ਗੁਰਦਾਸ ਹੱਥੀ ਲਿਖਵਾਈ ਬੀੜ 1602 ਤੋਂ 1604 ਅਤੇ ਭਾਈ ਮਨੀ ਸਿੰਘ ਜੀ ਕੋਲੋਂ ਦਮਦਮੇ ਸਾਹਿਬ ਲਿਖਵਾਈ ਬੀੜ 1705 ਦੋਵੇਂ ਅਬਦਾਲੀ ਨੇ ਵੱਡੇ ਘੱਲੂਘਾਰੇ ਵਿੱਚ ਸਿੱਖ ਬਹੀਰ ਕੋਲੋਂ ਖੋਹ ਲਈਆਂ ਸਨ। ਸਪਸ਼ਟ ਹੈ ਕਿ ਲਾਹੌਰ ਕਿਲੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸ਼ਰਧਾ ਉਤਪਾਦਨ ਹੇਤ ਜਿਹੜੀ ਬੀੜ ਕਰਤਾਰਪੁਰ ਦੇ ਸੋਢੀਆਂ ਨੇ ਲਿਆ ਕੇ ਰੱਖੀ ਹੋਈ ਸੀ ਅਤੇ ਜੋ ਲਾਰਡ ਨਿਕਲਸਨ ਚੋਰੀ ਵਲੈਤ ਲੈ ਗਿਆ ਸੀ, ਉਹ ਅਸਲੀ ਭਾਈ ਗੁਰਦਾਸ ਲਿਖਤ ਆਦਿ ਗ੍ਰੰਥ ਨਹੀਂ ਸੀ, ਉਹ ਇੱਕ ਨਕਲ ਹੀ ਸੀ। ਫਿਰ ਜਿਹੜੀ ਬੀੜ ਹੁਣ ਕਰਤਾਰਪੁਰ ਸੁਰੱਖਿਅਤ ਪਈ ਹੈ ਅਤੇ ਕਰਤਾਰਪੁਰੀ ਬੀੜ ਕਹਾਉਂਦੀ ਹੈ, ਉਹ ਵੀ ਕੋਈ ਨਕਲ ਹੀ ਹੈ। ਅਸਲੀ ਭਾਈ ਗੁਰਦਾਸ ਲਿਖਤ ਅੰਮ੍ਰਿਤਸਰੀ ਆਦਿ ਗ੍ਰੰਥ ਦੀ ਬੀੜ ਉਹ ਤਿੰਨ ਕਾਲ ਨਹੀਂ ਹੈ। ਇਸ ਕਰਤਾਰਪੁਰੀ ਬੀੜ ਦੇ ਗੌਰ ਨਾਲ ਦਰਸ਼ਨ ਪੜਚੋਲ ਕਰਨ ਨਾਲ ਹੀ ਸੱਚ ਉਗੜ ਆਉਂਦਾ ਹੈ। ਉਗਰ ਗਿਆ ਜੈਸਾ ਖੋਟਾ ਟਬੂਆ ਨਦਰ ਸਰਾਫਾ ਆਇਆ। ਉਂਝ ਕੋਈ ਧਾਰਮਿਕ ਵਿਦਵਾਨ ਜਾਂ ਪ੍ਰੋਫੈਸਰ ਕਿਸੇ ਨੀਤੀ ਨੂੰ ਵਿਚਾਰ ਕੇ ਜਾਂ ਅਗਿਆਨ ਆਚਰਿਤ ਜੋ ਜੀ ਆਵੇ ਕਹੀ ਜਾਵੇ। ਅਨੇਕਾਂ ਉਦਾਹਰਨ ਸੰਸਾਰ ਦੇ ਇਤਿਹਾਸ ਵਿੱਚ ਐਸੀਆਂ ਹਨ ਕਿ ਜੇਤੂ ਪਰਾਜੈ ਹੋਈ ਜਾਤੀ ਦੇ ਧਰਮ ਅਤੇ ਉਸ ਦੀ ਪ੍ਰਾਣ ਸ਼ਕਤੀਆਂ ਦੇ ਸੋਮਿਆਂ ਜਿਨ੍ਹਾਂ ਆਦਿ ਨੂੰ ਨਸ਼ਟ ਭ੍ਰਿਸ਼ਟ ਕਰ ਸੁੱਟਦੇ ਹਨ, ਤਾਂ ਜੋ ਉਸ ਹਾਰੀ ਹੋਈ ਪ੍ਰਾਚੀਨ ਜਾਤੀ ਦੀ ਆਤਮਾ ਅਤੇ ਪ੍ਰਤਿਭਾ ਦੇ ਸੋਮੇ ਅਪਾਵ ਹੋ ਜਾਣ। ਦਲਦਾ ਮਲਗਾਵਾ ਨਾਮੀ ਬੁੱਧ ਮੰਦਰ, ਜੋ ਕਿ ਸ਼੍ਰੀਲੰਕਾ ਦੀ ਪੁਰਾਤਨ ਰਾਜਧਾਨੀ ਕਾਂਡੀ ਵਿੱਚ ਸਥਿਤ ਹੈ, ਉਥੇ ਜਦ ਵਿਜਈ ਡੱਚ ਜਾਤੀ ਦੇ ਫਿਰੰਗੀਆਂ ਨੇ ਕਬਜ਼ਾ ਕੀਤਾ, ਤਦ ਸ਼੍ਰੀਲੰਕਾ ਵਿੱਚ ਬੁੱਧ ਧਰਮ ਦੇ ਵਿਨਾਸ਼ ਹਿਤ ਗੌਤਮ ਬੁੱਧ ਦੇ ਪੂਜਾ ਯੋਗ ਦੰਤ ਨੂੰ ਖਰਲ ਵਿੱਚ ਕੁੱਟ ਪੀਹ ਕੇ ਸਮੁੰਦਰ ਵਿੱਚ ਈਸਾਈ ਪਾਦਰੀਆਂ ਨੇ ਅਨੇਕਾਂ ਲੰਕਾ ਵਾਸੀਆਂ ਦੀਆਂ ਅੱਖਾਂ ਸਾਹਮਣੇ ਸੁੱਟ ਪਾਇਆ ਸੀ। ਇਹੋ ਗਤੀ ਸ਼੍ਰੀ ਅੰਮ੍ਰਿਤਸਰੀ ਆਦਿ ਬੀੜ ਅਤੇ ਦਮਦਮੇ ਬੀੜ ਦੀ ਹੋਈ ਹੈ। ਇਸ ਵਿੱਚ ਕੋਈ ਸੰਸਾ ਸੰਦੇਹ ਨਹੀਂ ਹੈ। ਸਾਖੀ ਪੋਥੀ ਸਰਕਾਰ ਖਾਲਸਾ ਲਾਹੌਰ ਦੇ ਤੋਸ਼ੇਖਾਨੇ ਵਿੱਚ ਵੀ ਨਹੀਂ ਸੀ। ਇਹ ਮਾਲਵੇ ਦੇ ਸਿੱਖਾਂ ਕੋਲ ਸਾਂਭੀ ਪਈ ਰਹੀ, ਜਿਹੜੀ ਸਿੱਖ ਭੂਮੀ ਕੇ ਮਹਾਰਾਜਾ ਰਣਜੀਤ ਸਿੰਘ ਦੀ ਸੀਮਾ ਤੋਂ ਬਾਹਰ ਸੀ। ਰਿਆਸਤ ਪਟਿਆਲੇ ਦੇ ਪਿੰਡ ਭਦੌੜ ਦੇ ਰਈਸ ਸੰਸਕ੍ਰਿਤ, ਪੰਜਾਬੀ, ਅਰਬੀ, ਫਾਰਸੀ, ਅੰਗਰੇਜ਼ੀ, ਫਰਾਂਸੀਸੀ ਦੇ ਧੁਰੰਧਰ ਵਿਦਵਾਨ ਮਹਾਮੋਹ ਪਾਧਿਆਇਆ ਸ਼ਮਸੁਲ ਉਲਮਾ ਸਰਦਾਰ ਸਰ ਅਤਰ ਸਿੰਘ KCSI ਦੇ ਪੁਸਤਕਾਲਿਆਂ ਵਿੱਚ ਇਸ ਸਾਖੀ ਪੋਥੀ ਦਾ ਇੱਕ ਹੱਥ ਲਿਖਤ ਨੁਸਖਾ ਮੌਜੂਦ ਸੀ। ਸਰਦਾਰ ਸਰ ਅਤਰ ਸਿੰਘ ਭਦੌੜ, ਜਿੱਥੇ ਵਿਦਿਆ ਦੇ ਮਾਰ ਟੰਡ ਸਨ, ਉਤੇ ਮਹਾਰਾਣੀ ਵਿਕਟੋਰੀਆ ਦੇ ਅਨੰਨ ਭਗਤ ਅਤੇ ਪੰਜਾਬ ਵਿੱਚ ਬ੍ਰਿਟਿਸ਼ ਰਾਜ ਦੇ ਪੁੱਜ ਕੇ ਖੈਰ ਖਾਂ ਵੀ ਸਨ। 1857 ਦੇ ਗਦਾਂ ਨੂੰ ਦਬਾਉਣ ਪਿੱਛੋਂ ਜਦੋਂ ਮਹਾਰਾਣੀ ਵਿਕਟੋਰੀਆ ਨੇ ਕੈਸਰੋ ਹਿੰਦ ਦੀ ਪਦਵੀ ਤੇ ਉਪਾਧੀ ਧਾਰਨ ਹਿਤ ਲੰਡਨ ਦੇ ਵਿੱਚ ਅਭਿਸ਼ੇਕ ਤਾਜਪੋਸ਼ੀ ਦਾ ਉਤਸਵ ਮਨਾਇਆ, ਤਦ ਸਰਦਾਰ ਸਰ ਅਤਰ ਸਿੰਘ ਜੀ ਨੂੰ ਵੀ ਇਸ ਅਵਸਰ ਉਤੇ ਬੁਲਾ ਭੇਜਿਆ। ਸਰਦਾਰ ਸਰ ਅਤਰ ਸਿੰਘ ਜੀ ਨੇ ਮਹਾਰਾਣੀ ਵਿਕਟੋਰੀਆ ਨਾਲ ਭੇਂਟ ਸਮੇਂ ਸਾਖੀ ਪੋਥੀ ਦਾ ਉਹ ਬਹੁਮੁੱਲਾ ਖੜਰਾ ਜੋ ਉਹਨਾਂ ਪਾਸ ਸੁਰੱਖਿਅਤ ਸੀ, ਮਹਾਰਾਣੀ ਨੂੰ ਨਜ਼ਰਾਨੇ ਵਜੋਂ ਦਿੱਤਾ ਅਤੇ ਨਾਲ ਹੀ ਇਸ ਪੁਸਤਕ ਦਾ ਆਪ ਕੀਤਾ ਹੋਇਆ ਅੰਗਰੇਜ਼ੀ ਤਰਜਮਾ ਵੀ। ਇਹੋ ਅੰਗਰੇਜ਼ੀ ਤਰਜਮਾ ਹੈ ਜੋ ਹੋ ਸਕਦਾ ਹੈ ਕਿਸੇ ਵਾਧੇ ਘਾਟੇ ਨਾਲ ਸਨ 1876 ਵਿੱਚ ਇੰਡੀਅਨ ਪਬਲਿਕ ਓਪੀਨੀਅਨ ਪ੍ਰੈਸ ਲਾਹੌਰ ਵਿੱਚ ਛਪਿਆ। ਸ਼ੱਕ ਨਹੀਂ ਕਿ ਇਸ ਸਾਖੀ ਪੋਥੀ ਦਾ ਉਤਾਰਾ ਸਰਦਾਰ ਸਰ ਅਤਰ ਸਿੰਘ ਨੇ ਆਪਣੇ ਕੋਲ ਰੱਖ ਲਿਆ ਹੋਵੇਗਾ।
सन 1863 ਵਿੱਚ ਜਦੋਂ ਮਹਾਰਾਜਾ ਦਲੀਪ ਸਿੰਘ ਆਪਣੀ ਮਾਤਾ ਜਿੰਦਾ ਦੀਆਂ ਅਸਥੀਆਂ ਲੈ ਕੇ ਬਰਤਾਨਵੀ ਸਰਕਾਰ ਦੀ ਆਗਿਆ ਨਾਲ ਲਾਹੌਰ ਪੁੱਜ ਰਹੇ ਸਨ, ਇਹਨਾਂ ਅਸਥੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਵਿੱਚ ਰੱਖਣ ਲਈ ਤਦ ਸਰਦਾਰ ਸਰ ਅਤਰ ਸਿੰਘ ਨੇ ਹੀ ਬਰਤਾਨਵੀ ਸਰਕਾਰ ਨੂੰ ਖਬਰਦਾਰ ਕੀਤਾ ਸੀ ਕਿ ਜੇ ਦਲੀਪ ਸਿੰਘ ਨੂੰ ਪੰਜਾਬ ਵਿੱਚ ਵੜਨ ਦਿੱਤਾ ਗਿਆ ਤਾਂ ਇਹ ਨਿਸ਼ਚੇ ਹੀ ਖਾਲਸਾ ਮੁੜ ਸੰਵਿਧਾਨ ਹੋ ਕੇ ਭੜਕ ਉੱਠੇਗਾ ਅਤੇ ਸਿੱਖ ਰਾਜ ਪੁਨਰ ਸਥਾਪਿਤ ਹੋ ਜਾਣ ਦੀ ਸੰਭਾਵਨਾ ਹੈ। ਇਸੇ ਕਾਰਨ ਮਹਾਰਾਜਾ ਦਲੀਪ ਸਿੰਘ ਨੂੰ ਨਰਮਦਾ ਨਦੀ ਤੋਂ ਉਰਾਰ ਨਹੀਂ ਸੀ ਟੱਪਣ ਦਿੱਤਾ ਗਿਆ ਅਤੇ ਉਹ ਨਾਸਿਕ ਤੀਰਥ ਉੱਤੇ ਹੀ ਆਪਣੀਆਂ ਮਾਤਾ ਦੀਆਂ ਅਸਥੀਆਂ ਦੀ, ਜਿਸ ਨੇ ਆਪਣੇ ਅਪਾਗੇ ਪੁੱਤਰ ਨੂੰ ਮਰਨ ਵਾਲੇ ਕਿਹਾ ਸੀ, ਮੇਰੀਆਂ ਹੱਡੀਆਂ ਇਸ ਨਰਦਈ ਦੇਸ਼ ਇੰਗਲੈਂਡ ਦੇ ਵਿੱਚ ਨਾ ਰੋਲੀ, ਸਮਾਧ ਬਣਾ ਕੇ ਵਾਪਸ ਪਰਤ ਗਿਆ ਸੀ। ਸਨ 1886 ਵਿੱਚ ਫਿਰ ਜਦੋਂ ਮਹਾਰਾਜਾ ਦਲੀਪ ਸਿੰਘ ਹਿੰਦੁਸਤਾਨੀ ਸ਼ਹਿਰੀ ਤੋਂ ਵਾਸੀ ਪੱਕੇ ਤੌਰ ਉਤੇ ਬਣਨ ਲਈ ਲੰਡਨੋਂ ਮੁੜ ਰਿਹਾ ਸੀ, ਉਸ ਨੂੰ ਅਦਨ ਵਿੱਚ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਇਹ ਵੀ ਸਰ ਅਤਰ ਸਿੰਘ ਦੀ ਸਲਾਹ ਨਾਲ ਹੋਇਆ ਸੀ। ਮਹਾਰਾਣੀ ਵਿਕਟੋਰੀਆ ਨੇ ਸਾਖੀ ਪੋਥੀ ਦੇ ਅੰਗਰੇਜ਼ੀ ਤਰਜਮੇ ਨੂੰ ਬੜੀ ਸ਼ਰਧਾ ਅਤੇ ਗੌਰ ਨਾਲ ਪੜ੍ਹਿਆ। ਉਸ ਸਿੰਘ ਸਿਪਾਹੀ ਦੀ ਅਜਿੱਤ ਸੂਰਮਗਤੀ ਤੋਂ ਜਾਣੂ ਸੀ ਅਤੇ ਉਸ ਨੂੰ ਇਹ ਵੀ ਪਤਾ ਸੀ ਜੇ ਸਿੱਖਾਂ ਦੀ ਫੌਜ ਨੂੰ ਨਿਰਦਈ ਅਤੇ ਗੱਦਾਰ ਬ੍ਰਾਹਮਣ ਡੋਗਰੇ ਵਿਸ਼ਵਾਸਘਾਤ ਕਰਕੇ ਨਾ ਮਰਵਾ ਦਿੰਦੇ, ਤਦ ਲਾਰਡ ਗਫ ਅੰਗਰੇਜ਼ੀ ਫੌਜ ਦੇ ਕਮਾਂਡਰ ਇਨ ਚੀਫ ਨੇ ਸਿੱਖਾਂ ਸਾਹਮਣੇ ਬਿਨਾਂ ਸ਼ਰਤ ਹਥਿਆਰ ਸੁੱਟਣ ਦਾ ਫੈਸਲਾ ਕਰ ਲਿਆ ਹੋਇਆ ਸੀ ਅਤੇ ਅੰਗਰੇਜ਼ ਸਿੰਘਾਂ ਨੂੰ ਸਾਰੇ ਹਿੰਦੁਸਤਾਨ ਦੀ ਬਾਲਾਦਸਤੀ ਸੌਂਪ ਕੇ ਆਪ ਮਦਰਾਸ ਰਾਹੀਂ ਵਲੈਤ ਮੁੜ ਜਾਣ ਦੀ ਬੇਨਤੀ ਖਾਲਸੇ ਮੂਹਰੇ ਕਰਨ ਲਈ ਤਿਆਰ ਬੈਠੇ ਹੋਏ ਸਨ। ਮਹਾਰਾਣੀ ਵਿਕਟੋਰੀਆ ਖਾਲਸੇ ਦੀ ਇਸ ਅਦੁੱਤੀ ਸ਼ਕਤੀ ਦਾ ਸੋਮਾ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਉਪਦੇਸ਼ਾਂ, ਅੰਗਮੀ ਸ਼ਕਤੀ, ਕਰਾਮਾਤੀ ਚਮਤਕਾਰ ਨੂੰ ਤਸਲੀਮ ਕਰਨ ਤੋਂ ਨਾਬਰ ਨਹੀਂ ਸੀ। ਇਉਂ ਸਾਖੀ ਪੋਥੀ ਦੇ ਸੁਹੇਵੇਂ ਵਾਲੀ ਸਾਖੀ ਨੰਬਰ 111 ਅਤੇ ਇਸ ਦਾ ਵਿਸਤ੍ਰਿਤ ਰੂਪ ਅੰਤਿਕਾ 1 ਮਹਾਰਾਣੀ ਵਿਕਟੋਰੀਆ ਦੇ ਮਨ ਵਿੱਚ ਖੁੱਭ ਗਈ। ਇਸ ਸਾਖੀ ਦਾ ਭਵਿੱਖਵਾਕ ਆਧਾਰਿਤ ਮੂਲ ਮੁੱਦਾ ਇਹ ਹੈ ਕਿ ਖਾਲਸੇ ਦਾ ਉਹ ਅਖੰਡ ਰਾਜ ਅਤੇ ਸਾਰੇ ਹਿੰਦੁਸਤਾਨ ਉੱਤੇ ਬਾਲਾਦਸਤੀ ਅਤੇ ਸਿੱਖੀ ਦਾ ਫੈਲਾਓ ਕਰੋੜਾਂ ਦੀ ਗਿਣਤੀ ਵਿੱਚ ਜਿੱਜ਼ਾ ਵਰ ਕੇ ਖਾਲਸੇ ਨੂੰ ਦਸਮ ਪਾਤਸ਼ਾਹ ਨੇ ਖੁੱਲਮ ਖੁੱਲਾ ਦਿੱਤਾ ਹੋਇਆ ਹੈ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਸਫਲ ਉਸ ਨਿਸ਼ਚਿਤ ਸਮੇਂ ਉੱਤੇ ਹੋਵੇਗਾ ਜਿਸ ਦਾ ਕਿ ਇਸ ਸਾਖੀ ਵਿੱਚ ਸਪਸ਼ਟ ਸੰਕੇਤ ਹੈ। ਇਸ ਸਾਖੀ ਅਨੁਸਾਰ 18ਵੀਂ 19ਵੀਂ ਸਦੀ ਈਸਵੀ ਵਿੱਚ ਜੋ ਸਿੱਖਾਂ ਦੀ ਰਾਜ ਸੱਤਾ ਉਭਰੀ, ਉਸ ਨੂੰ ਇਸ ਸਾਖੀ ਦੇ ਭਵਿੱਖ ਬਚਨਾਂ ਵਿੱਚ ਮਾਣੋ ਗੋਲਿਆ ਨਹੀਂ ਗਿਆ। ਜਿਵੇਂ ਕਿ ਸਾਹਿਬ ਦਸਮ ਪਾਤਸ਼ਾਹ ਖਾਲਸੇ ਦੇ ਆਉਣ ਵੇਲੇ ਔਜ ਦੇ ਦਬਦਬੇ ਦੇ ਸੰਬੰਧ ਵਿੱਚ 18ਵੀਂ ਤੇ 19ਵੀਂ ਸਦੀ ਵਿੱਚ ਸਥਾਪਿਤ ਹੋਈਆਂ ਸਿੱਖ ਸਰਦਾਰੀਆਂ ਅਤੇ ਸਰਕਾਰ ਖਾਲਸੇ ਨੂੰ ਕੋਈ ਖਾਸ ਅਹਿਮੀਅਤ ਹੀ ਨਹੀਂ ਦਿੰਦੇ। ਮਹਾਰਾਣੀ ਵਿਕਟੋਰੀਆ ਇਹ ਝੱਟ ਸਮਝ ਗਈ ਹੋਵੇਗੀ ਕਿ ਜੇ ਸੁਹੇਬੇ ਵਾਲੀ ਸਾਖੀ ਵਿੱਚ ਕੁਝ ਸੱਤਿਅ ਹੈ ਤਾਂ ਦੇ ਖਾਲਸੇ ਦੀ ਚੜ੍ਹਤ ਦਬਦਬਾ ਅੰਗਰੇਜ਼ਾਂ ਦੇ ਹਿੰਦੁਸਤਾਨ ਵਿੱਚ ਸਮਰਾਜ ਦੀ ਲਾਸ਼ ਉੱਤੇ ਹੀ ਸਥਾਪਿਤ ਹੋਵੇਗਾ। ਇਹੋ ਵਿਚਾਰ ਕੇ ਪੱਕੀ ਸਰੋਤ ਤੇ ਸਮ੍ਰਿਤੀ ਰਵਾਇਤ ਹੈ ਕਿ ਮਹਾਰਾਣੀ ਨੇ ਪੱਕਾ ਪਤਾ ਹਿੰਦੁਸਤਾਨ ਤੋਂ ਮੰਗਵਾਇਆ ਕਿ ਸੁਹੇਵੇ ਪਿੰਡ ਵਿੱਚ ਜੰਡ ਦਰਖਤ ਦੇ ਤਣੇ ਵਿੱਚ ਉੱਗਿਆ ਹੋਇਆ ਪਿੱਪਲ ਦਾ ਰੁੱਖ ਕਿਤਨਾ ਕੁ ਵੱਡਾ ਹੋ ਚੁੱਕਾ ਹੈ। ਮਹਾਰਾਣੀ ਨੂੰ ਇਹ ਜਾਣ ਕੇ ਹਾਰਦਿਕ ਸੰਤੋਖ ਹੋਇਆ ਹੋਵੇਗਾ ਕਿ ਇਹ ਪਿੱਪਲ ਘੱਟੋ ਘੱਟ 100-150 ਵਰਾ ਹੋਰ ਆਪਣੀ ਭੂਮੀ ਜੰਡ ਦਰਖਤ ਦੇ ਬਰਾਬਰ ਵਿੱਚ ਹੀ ਲਾਏਗਾ। ਜੰਡ ਉੱਤੇ ਛਾ ਜਾਣਾ ਤਾਂ ਹੋਰ ਵੀ ਅਗਲੇ ਸਮੇਂ ਦੀ ਗੱਲ ਹੈ। ਸਨ 1942 ਵਿੱਚ ਜਦ ਇਹਨਾਂ ਸਤਰਾਂ ਦਾ ਲਿਖਾਰੀ ਕਰਨਾਲ ਵਿੱਚ ਡਿਪਟੀ ਕਮਿਸ਼ਨਰ ਅਥਵਾ ਕੇਂਦਰ ਪ੍ਰਤੀ ਲੱਗਿਆ ਹੋਇਆ ਸੀ, ਤਦ ਉਹ ਸੁਹੇਵੇ ਪਿੰਡ ਇਸ ਚਮਤਕਾਰੀ ਪਿੱਪਲ ਦੇ ਦਰਸ਼ਨ ਕਰਨ ਗਿਆ ਸੀ ਤਾਂ ਅਜੇ ਜੰਡ ਨਾਲੋਂ 2-3 ਫੁੱਟ ਨੀਵਾਂ ਹੀ ਸੀ। ਹੁਣ ਸੁਣਿਆ ਹੈ ਕਿ ਇਹ ਜੰਡ ਦੇ ਬਰਾਬਰ ਦਾ ਹੋ ਗਿਆ ਹੈ ਅਤੇ ਸਿੰਘਾਂ ਨੇ ਉੱਥੇ ਸੁੰਦਰ ਗੁਰਦੁਆਰਾ ਵੀ ਸਥਾਪਿਤ ਕਰ ਦਿੱਤਾ ਹੈ, ਜਦੋਂ ਕਿ ਪਹਿਲਾਂ ਉੱਥੇ ਇੱਕ ਥੜਾ ਜਿਹਾ ਹੀ ਸੀ। ਕਹਾਣੀ ਦੇ ਇਸ ਮਰਲੇ ਉੱਤੇ ਸੁਹਾਵੇ ਦੀ ਸਾਖੀ ਦਾ ਸਵਿਸਤਾਰ ਵਰਣਨ ਅਵਸ਼ ਹੋ ਗਿਆ ਹੈ। 12ਵਾਂ ਸਾਖੀ ਪੋਥੀ ਦੀ ਸਾਖੀ 111 ਇਸ ਪ੍ਰਕਾਰ ਹੈ। ਅੱਗੇ ਡੇਰਾ ਸੁਹਾਵੇ ਸਤੀ ਕੋਹੀ, ਉੱਥੇ ਜੰਡ ਸੀ ਵੱਡਾ,
गुरु जी कहते हैं, इस जंड के बीच जिस दिन पिपल लगू, आप पिपल मल गया, जंड मर गया, उदो खालसे दा राज होऊ। सुहेबे वाली साखी दे इस रूप विच ਇਹ ਸਾਫ਼ ਸਪਸ਼ਟ ਨਹੀਂ ਹੁੰਦਾ ਕਿ ਗੁਰੂ ਸਾਹਿਬ ਦੇ ਸੁਹੇਵੇ ਡੇਰੇ ਕਰਨ ਸਮੇਂ ਕੋਈ ਪਿੱਪਲ ਦਾ ਬੂਟਾ ਇੱਥੇ ਵੱਡੇ ਜੰਡ ਦੇ ਤਣੇ ਵਿੱਚ ਧਰਤੀ ਵਿੱਚ ਨਾ ਲੱਗਿਆ ਹੋਇਆ ਸੀ ਕਿ ਨਹੀਂ। ਪਰ ਜੇ ਇਸ ਸਾਖੀ ਦੇ ਰੂਪ ਦੀ ਗਤ ਲਘੂਤਾ ਨੂੰ ਧਿਆਨ ਗੋਚਰ ਰੱਖੀਏ ਤਦ ਸ਼ੱਕ ਨਹੀਂ ਰਹਿ ਜਾਂਦਾ ਕਿ ਪਿੱਪਲ ਲੱਗਿਆ ਹੋਇਆ ਹੈ। ਪਰ ਆਮ ਤੌਰ ਉੱਤੇ ਅਜਿਹੇ ਪਿੱਪਲ ਜਿਹੜੇ ਪੰਛੀਆਂ ਦੀਆਂ ਬਿੱਠਾਂ ਦੁਆਰਾ, ਜੋ ਕਿ ਪਿੱਪਲ ਦੀਆਂ ਪੱਕੀਆਂ ਗੋਹਲਾਂ ਬੀਜਾਂ ਸਣੇ ਖਾ ਜਾਂਦੇ ਹਨ, ਬਿਰਛਾਂ ਦੇ ਤਣਿਆਂ ਵਿੱਚ ਅਤੇ ਪੱਕੀਆਂ ਕੰਧਾਂ ਜਾਂ ਮੰਦਰਾਂ ਵਿੱਚ ਲੱਗ ਜਾਂਦੇ ਹਨ। 100 ਵਿੱਚੋਂ 2-4 ਹੀ ਜੀਵਿਤ ਰਹਿੰਦੇ ਹਨ, ਬਾਕੀ ਵਿਨਾਸ਼ ਹੋ ਜਾਂਦੇ ਹਨ। ਇਸ ਪਿਛੋਕੜ ਵਿੱਚ ਹੀ ਗੁਰੂ ਸਾਹਿਬ ਦਾ ਇਹ ਵਾਕ ਸੁਅਰਥਾ ਹੋ ਸਕਦਾ ਹੈ ਕਿ ਪਿੱਪਲ ਲੱਗੂ ਜੋ ਕਿ ਮਲ ਜਾਏਗਾ। ਅਜਿਹੇ ਪਿੱਪਲ ਲੱਗਣ ਵਿੱਚ ਅਤੇ ਮਲ ਜਾਣ ਵਿੱਚ 100-150 ਵਰ੍ਹਾ ਸੁੱਤੇ ਹੀ ਲੈ ਲੈਂਦੇ ਹਨ, ਪਰ ਜਦ ਮੱਲਣ ਉੱਤੇ ਆਉਂਦੇ ਹਨ ਤਾਂ ਵੱਡੇ ਵੱਡੇ ਸਖਤ ਪਥਰੀਲੇ ਪਹਾੜਾਂ, ਕੇਂਦਰਾਂ, ਮੰਦਰਾਂ ਨੂੰ ਦੋਫਾੜ ਕਰ ਸੁੱਟਦੇ ਹਨ। ਤਾਰੀਕੀ ਤੇ ਜਗਤ ਵਿਖਿਆਤ ਮਿਸਾਲ ਪਿੱਪਲ ਦੇ ਨਿਤਾਣੇ ਦਿਸ ਆਉਂਦੇ ਬੂਟਿਆਂ ਦੀ, ਪੱਥਰ ਪਾੜੂ ਅਪਾਰ ਸ਼ਕਤੀ ਦੀ ਕੰਬੋਡੀਆ ਦੇਸ਼ ਦਾ ਆਕੋਰ ਵਾਟ ਨਾਮੀ ਮੰਤਰਾਂ ਦਾ ਵਿਸ਼ਾਲ ਨਗਰ ਹੈ, ਜੋ ਕਿ ਖਮੋਰ ਜਾਤੀ ਦੇ ਪਾਤਸ਼ਾਹਾਂ ਨੇ 9ਵੀਂ ਸਦੀ ਵਿੱਚ ਬਣਵਾਏ ਸੀ, ਪਰ ਜੋ 2 ਕੁ ਸਦੀਆਂ ਪਿੱਛੋਂ ਹੀ ਖਮੇਰ ਜਾਤੀ ਦੇ ਅਜੋਕੀ ਵੀਤਨਾਮੀ ਜਾਤੀ ਕੋਲੋਂ ਪਰਾਜੇ ਹੋਣ ਉਪਰੰਤ ਬੇਚਿਰਾਗ ਹੋ ਗਏ। 19ਵੀਂ ਸਦੀ ਦੇ ਅੰਤ ਵਿੱਚ ਇਸ ਦੇਸ਼ ਦੇ ਫਰਾਂਸੀਸੀ ਮਾਲਕਾਂ ਨੂੰ ਇਹ ਮਹਾਨ ਮੰਦਰਾਲਿਆ ਘਣੇ ਜੰਗਲਾਂ ਵਿੱਚ ਗ੍ਰਸਤ ਜਦੋਂ ਲੱਭਾ ਤਾਂ ਇਸਦੇ ਭਾਰੇ ਸੰਗੀਨ ਮੰਦਰ ਦੇ ਫਸੀਲਾਂ ਉੱਤੇ ਪਿੱਪਲ ਦੇ ਬ੍ਰਿਕ ਬਿਜਈ ਹੋ ਚੁੱਕੇ ਸਨ ਅਤੇ ਕੋਈ ਭਾਗ ਇਸ ਮੰਦਰਾਲੇ ਦਾ ਅਜਿਹਾ ਨਹੀਂ ਬਚਿਆ ਹੋਇਆ ਸੀ ਜੋ ਪਿੱਪਲਾਂ ਦੀਆਂ ਸ਼ਕਤੀਸ਼ਾਲੀ ਜੜ੍ਹਾਂ ਤੇ ਭੰਨ ਤੋੜ ਨਾ ਸੁੱਟਿਆ ਹੋਵੇ। ਸਾਖੀ ਪੋਥੀ ਦੇ ਇਸ ਲਘੂ ਰੂਪ ਵਿੱਚ 2 ਗੱਲਾਂ ਸਹੀ ਹੋ ਆਉਂਦੀਆਂ ਹਨ। ਪਹਿਲਾ, ਪਿੱਪਲ ਦਾ ਬੂਟਾ ਬਾਲ ਰੂਪ ਵਿੱਚ ਗੁਰੂ ਸਾਹਿਬ ਦੇ ਉੱਤੇ ਡੇਰਾ ਕਰਨ ਸਮੇਂ 1706 ਹੈ ਸੀ। ਦੂਜਾ, ਭਵਿੱਖਬਾਣੀ ਇਹ ਹੋਈ ਹੈ ਕਿ ਜਦੋਂ ਪਿੱਪਲ ਮਲ ਗਿਆ, ਜੰਡ ਮਰ ਗਿਆ, ਉਦੋਂ ਖਾਲਸੇ ਦਾ ਰਾਜ ਹੋਊ। ਸਪਸ਼ਟ ਹੈ ਕਿ 18ਵੀਂ 19ਵੀਂ ਸਦੀ ਵਿੱਚ ਸਿੱਖਾਂ ਦੀਆਂ ਕਾਇਮ ਹੋਈਆਂ ਸਰਦਾਰੀਆਂ ਰਿਆਸਤਾਂ ਸਣੇ ਰਣਜੀਤ ਸਿੰਘ ਦੀ ਸਰਕਾਰ ਖਾਲਸੇ ਦੇ ਇਸ ਭਵਿੱਖਬਾਣੀ ਦਾ ਵਿਸ਼ਾ ਨਹੀਂ ਅਤੇ ਸਿੱਖਾਂ ਦੀ ਇਸ ਬਾਲਾਦਸਤੀ ਤੇ ਚੜ੍ਹਤ ਨੂੰ ਖਾਲਸੇ ਦਾ ਰਾਜ ਨਹੀਂ ਮੰਨਿਆ ਗਿਆ, ਜਿਸ ਬਾਬਤ ਸਿੱਖਾਂ ਦੀ ਜਾਤੀ ਸਮ੍ਰਿਤੀ ਵਿੱਚ ਹੀ ਇਹ ਸ਼੍ਰੀ ਵਾਕ ਸੁਰੱਖਿਅਤ ਹਨ। ਦਿੱਲੀ ਤਖਤ ਪਰ ਬਹੇਗੀ ਆਪ ਗੁਰ ਕੀ ਫੌਜ, ਰਾਜ ਕਰੇਗਾ ਖਾਲਸਾ, ਬੜੀ ਹੋਏਗੀ ਮੌਜ। 13ਵਾਂ, ਸੁਹੇਵੇ ਵਾਲੀ ਸਾਖੀ ਦਾ ਵਿਸਤ੍ਰਿਤ ਰੂਪ ਜਿਹੜਾ ਕਿ ਸਰਦਾਰ ਸਰ ਅਤਰ ਸਿੰਘ ਜੀ ਵਾਲੀ ਸਾਖੀ ਪੋਥੀ ਵਿੱਚ ਦਰਜ ਹੈ ਅਤੇ ਜੋ ਕਿ ਅੰਮ੍ਰਿਤਸਰ ਵਿੱਚ ਸਨ 1950 ਵਿੱਚ ਛਪੀ ਹੋਈ ਪੋਥੀ ਵਿੱਚ ਅੰਤਿਕਾ 1 ਦੇ ਰੂਪ ਵਿੱਚ ਪ੍ਰਕਾਸ਼ਿਤ ਹੋਇਆ ਹੈ, ਉਸ ਵਿੱਚ ਇਸ ਸਾਖੀ ਦਾ ਪਿੱਪਲ ਬਾਬਤ ਭਵਿੱਖ ਵਾਕਾਂ ਦਾ ਜੋ ਵਰਣਨ ਹੈ ਉਹ ਇਸ ਪ੍ਰਕਾਰ ਹੈ। ਫਿਰ ਬਚਨ ਹੋਇਆ ਇੱਕ ਸਿੱਖ ਨੂੰ, ਸਿੱਖੋ ਇੱਥੇ ਕਿਤੋਂ ਕਿਤੋਂ ਬ੍ਰਹਮਾ ਪਿੱਪਲ ਵੀ ਹੈ, ਦੇਖੋ ਤਾਂ ਸਿੱਖੋ। ਸਿੱਖ ਲੱਗੇ ਦੇਖਣ, ਸਾਰੇ ਫਿਰੇ, ਜੰਡਾਂ ਵਿੱਚੋਂ ਕਿਤੇ ਨਜ਼ਰ ਨਾ ਆਇਆ। ਕਿਹਾ, ਜੀ ਸੱਚੇ ਪਾਤਸ਼ਾਹ ਕਿਤੇ ਤਾਂ ਨਜ਼ਰ ਨਹੀਂ ਆਇਆ। ਤਾਂ ਫਿਰ ਬਚਨ ਹੋਇਆ ਇੱਕ ਸਿੱਖ ਨੂੰ, ਸਿੱਖਾ ਇਸ ਜੰਡ ਉੱਪਰ ਚੜ। ਤਾਂ ਸਿੱਖ ਚੜ ਗਿਆ, ਦੇਖੋ ਤਾਂ ਇੱਕ 6 ਉਂਗਲ ਦਾ ਪਿੱਪਲ ਖੜਾ ਹੈ। ਕਿਹਾ, ਜੀ ਇੱਕ 6 ਉਂਗਲ का पिपल खड़ा है। सिखो ये पिपल नहीं, ये ता ब्रह्मा है। ब्रह्मे का रूप सब पिपल है, पर इसमें ब्रह्मा की जोत बहुती है। कैसे करके? जैसे अवतार ता सभी विष्णु भगवान के हुए हैं, पर किसना अवतार हुआ है उसमें विष्णु भगवान की जोत बहुती थी। तैसे करके इसमें इस 6 ਉਂਗਲ के पिपल विच ब्रह्मे की जोत बहुती है और यह जंट राक्षस है, पिपल देवता है। इस राक्षस नूं देवता अलोप कर लवेगा। जब हम पंजाब धरती में आवेंगे, पाप असाडा तेज असाडे खास रूप खालसे विच प्रचंड होवेगा। खालसे की तेग खड़ी होवेगी, पाप खालसे दी बालादस्ती कायम होवेगी।
पली पली खालसे का तेज बढ़ेगा, चार कूट में होवेगा खालसा। ਭਾਵ ਸਿੱਖੀ ਸੰਸਾਰ ਦੇ ਸਭ ਦੇਸ਼ਾਂ ਵਿੱਚ ਫੈਲੇਗੀ। ਇਸ ਸਾਖੀ ਦੀ ਗਦ ਸ਼ੈਲੀ ਕਿਸੇ ਗ੍ਰਹਿਸਥੀ ਸਿੱਖ ਜਾਂ ਉਦਾਸੀ ਸਾਧੂ ਦੀ ਨਹੀਂ, ਕਿਸੇ ਸੰਸਕ੍ਰਿਤ ਵਿਦਿਆ ਦੇ ਵਾਤਾਵਰਣ ਵਿੱਚ ਪਲੇ ਹੋਏ ਨਿਰਮਲ ਸਿੱਖ ਦੀ ਸਪਸ਼ਟ ਜਾਪਦੀ ਹੈ। ਕੈਸੇ ਕਰਕੇ ਸੰਸਕ੍ਰਿਤ ਗਦ ਦਾ ਆਮ ਮੁਹਾਵਰਾ ਕਿਮ, ਅੰਸ਼ ਅਵਤਾਰ, ਕ੍ਰਿਸ਼ਨ 16 ਕਲਾ ਸੰਪੂਰਨ ਅਵਤਾਰ ਵਿਸ਼ਨੂੰ ਜੀ ਦੇ ਅਜਿਹੇ ਹੀ ਸੰਕੇਤ ਹਨ। ਪਰ ਇਹ ਸਾਖੀ ਕੇਵਲ ਸਾਖੀ 111 ਦਾ ਵਿਸਤ੍ਰਿਤ ਰੂਪ ਬਿਲਕੁਲ ਨਹੀਂ ਹੈ, ਜਿਵੇਂ ਕਿ ਭਾਈ ਵੀਰ ਸਿੰਘ ਨੇ ਅਨੁਮਾਨਿਆ ਹੈ। ਇਸ ਅੰਤਿਕਾ ਇੱਕ ਸਾਖੀ ਵਿੱਚ ਕੇਵਲ ਜੰਡ ਵਿੱਚ ਲੱਗੇ ਪਿੱਪਲ ਦਾ ਹੀ ਵਰਣਨ ਵਿਸਤਾਰ ਨਹੀਂ, ਹੋਰ ਤੱਤ ਵੀ ਜੋ ਸੁਹੇਵੇ ਫੇਰਾ ਕਰਨ ਸਮੇਂ ਵਾਪਰੇ ਇਸ ਅੰਤਿਕਾ ਇੱਕ ਸਾਖੀ ਦਾ ਅਨਿਖੜਵਾਂ ਭਾਗ ਹਨ। ਜਿਹਾ ਕਿ ਸਪੋਲੀਏ ਦਾ ਗੁਰੂ ਸਾਹਿਬ ਦੇ ਕਮਰ ਕੱਸੇ ਵਿੱਚੋਂ ਨਿਕਲਣਾ, ਦੌਲਤ ਰਾਮ ਦੀ ਸਾਖੀ, कुड़ी मार सिखनी, डल्ले की भाभी का प्रसंग, बूला लाल सिंह की कहानी, डल्ले नूं दिल्ली दखण की पातशाही बख्शण की पेशकश, रामा सिंह अते तिलोका सिंह नूं मालवे विच ही राजगद्दी की बख्शिश, बाणीए शाहूकार का धोखा अते उसनूं सिक्खी की दात, ये सब गल्लां जो सुहेवे वरतियां इस अंतिका एक साखी का अनिखड़वा भाग हैं, जिस तो स्पष्ट है कि इस साखी का लिखणहार साखी 111 का विस्तार उक्का नहीं कर रहा। इस सुतंत्र साखी 111 नूं सामने रख के एक गाथा लिख रहा है, डिठी या अणसुनी। भाई वीर सिंह जी ने इस अंतिका एक साखी नूं अटपटी अते आखेपक आख्या है। इस दलील के आधार उत्ते के इस अंतिका साखी की गद शैली वखरी है अते महाकवि संतोख सिंह ने इस साखी नूं अपने ग्रंथ विच नहीं उलाथिया। ये दोवें दलीलां तां केवल इहो सिद्ध करदियां हन कि अंतिका साखी दा लिखणहार कोई स्वतंत्र लिखारी है अते महाकवि संतोख सिंह नूं जिहड़ी साखी पोथी दा खड़रा प्राप्त होया ओह खड़रा वखरा है अते दो अंतिका साखियां जिहड़ियां सरदार सर अतर सिंह दे पुस्तक संग्रह वाले खड़रे विच दर्ज हन ओह किसी होर वखरे स्वतंत्र लिखारी दे किसी खड़रे दे पत्तर हैं, जिहड़ा स्वतंत्र खड़रा के हुण अलोप हो चुका है। आखेपक एवें झूठियां मुठियां मनोकल्पित पिछों घड़ लईआं गईआं अते अर्थां दे विच इन्हां साखियां नूं आखेपक कहना भुल है। बाकी रही इन्हां अंतिका साखियां दे अटपटे होण दी गल, इस उत्ते बहस असीं इत्थे करना उचित नहीं समझदे। महाकवि संतोख सिंह ने जो रूप इस सुहेवे वाले जंड पीपल की साखी नूं दिता है वो इस प्रकार भी है। श्री प्रभु आज्ञा पंथ पियानै, तिसनित समरत साथ के जानै, अलप मजल कर उतरे जाई, सपत कोस पर ग्राम जो आए, नाम सुहेवा तिसको जान, उतरियो डेरा सब हुआन, तहां जंड एक सन्मुख खरियो, तिसमें चलदल एक लग परियो, अविलोकत प्रभु बाक बखाना, एह जब चलदल वधे महाना, तरे जंड को लोए दबाई, सत दिसते ऊपर ले छाई, तभी खालसा वधे हमारा, अमनी ले दिल्ली को मारा, सुनत खालसे टेक्यो माथा, सुनत खालसे टेक्यो माथा, तन तन तुम श्री गुरनाथा। भाई वीर सिंह जी दे संपादित अते छापे हुए गुरु प्रताप सूर्य ग्रंथ विच इस टूक दी आखिरी अते पहली तुक इउं दित्ती है, गुडली चले तुर्क को मारा, गुडली चले तुर्क को मारा अते इसदे अर्थ ये भी कीते हन, अजे तक खालसा रिड़दा है, भाव बच्चा है, तदों जवान होके तुर्कां नूं मार लवेगा। ਇਹ ਅਰਥ ਤੇ ਤੁਕ ਉਕਾ ਅਯੋਗ ਹਨ ਅਤੇ ਕਿਵੇਂ ਵੀ ਮੰਨਣਯੋਗ ਨਹੀਂ। ਜੇ ਗੁਡਲੀ ਚਲੇ ਤੁਰਕ ਕੋ ਮਾਰਾ ਦਾ ਸਿੱਧਾ ਗਦ ਰੂਪ ਉਲਟਾਈਏ ਤਦ ਇਸ ਟੁਕ ਦਾ ਰੂਪ ਇਹ ਬਣੇਗਾ, ਜਦੋਂ ਮੇਰਾ ਖਾਲਸਾ ਤੁਰਕਾਂ ਨੂੰ ਮਾਰ ਲਵੇਗਾ ਅਰਥਾਤ ਤੁਰਕਾਂ ਨੂੰ ਪਰਾਜੈ ਕਰ ਲਵੇਗਾ ਤਦ ਉਹ ਗੋਡਿਆਂ ਪਾਰ ਹੋ ਕੇ ਚੱਲੇਗਾ। ਭਾਵ ਇਹ ਹੋਇਆ ਕਿ ਗੁਰੂ ਸਾਹਿਬ ਕਹਿ ਰਹੇ ਹਨ ਕਿ ਮੇਰਾ ਖਾਲਸਾ ਅੱਜ ਤੋਂ 300 ਸਾਲ ਪਿਛੋਂ
ਤੁਰਕਾਂ ਨੂੰ ਪਰਾਜੈ ਕਰ ਲਵੇਗਾ। ਫਿਰ ਵਿਜयी ਹੋ ਕੇ ਗੋਡਿਆਂ ਭਾਰ ਰਿੜੇਗਾ। ਵਿਜयी ਗਰਦਨਾਂ ਅਕੜਾ ਕੇ ਛਾਤੀ ਕੱਢ ਕੇ ਚੱਲਦੇ ਹਨ ਤੇ ਹਾਰੇ ਹੋਏ ਗੁਲਾਮਾਂ ਵਾਂਗੂ ਗੋਡਿਆਂ ਦੇ ਪਾਰ ਹੋ ਕੇ ਹਾਰੇ ਹੋਏ ਸ਼ਤਰੂ ਨੂੰ ਕੁਰਨੁਸ਼ ਕਰਦੇ ਅਥਵਾ ਸਲਾਮੀ ਦਿੰਦੇ ਹਨ। ਹੋਰ ਨਾਂਦੇੜ ਵਿੱਚ ਸਾਹਿਬ ਦਸਮ ਪਾਤਸ਼ਾਹ ਦੇ ਅੰਤਿਮ ਸਮੇਂ ਦੇ ਬਚਨ ਹਨ। ਹੁਣ ਖਾਲਸਾ 9 ਸਾਲ ਦਾ ਹੋ ਗਿਆ, ਬਾਲਗ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਤੋਰਨ ਵੇਲੇ ਆਦੇਸ਼ ਸੀ ਕਿ ਤੁਰਕਾਂ ਦੀ ਪਾਤਸ਼ਾਹੀ ਖਤਮ ਕਰ ਦਿਓ। ਇਹੋ ਪਾਣਾ ਅਦ੍ਰਿਸ਼ਟ ਵਿੱਚ ਨਿਸ਼ਚੇ ਹੋ ਚੁੱਕਾ ਹੈ। ਇਸ ਸਪਸ਼ਟ ਤੌਰ ਉਤੇ ਝੂਠੇ ਬਚਨ ਗੁਰੂ ਸਾਹਿਬ ਸ਼੍ਰੀ ਮੁਖਵਾਕ ਤੋਂ ਕਿਵੇਂ ਕਹਿ ਸਕਦੇ ਹਨ ਕਿ ਅਜੇ 200-300 ਸਾਲ ਹੋਰ ਖਾਲਸਾ ਗੋਡਿਆਂ ਭਾਰ ਰਿੜਨ ਵਾਲਾ ਬੱਚਾ ਹੀ ਰਹੇਗਾ ਅਤੇ 21ਵੀਂ ਸਦੀ ਵਿੱਚ ਕਿਤੇ ਤੁਰਕਾਂ ਨੂੰ ਮਾਰਨ ਦੇ ਯੋਗ ਹੋਵੇਗਾ। ਭਾਈ ਵੀਰ ਸਿੰਘ ਜੀ ਸੰਪਾਦਿਤ ਕੀਤੇ ਅਤੇ ਛਾਪੇ ਹੋਏ ਇਸ ਗ੍ਰੰਥ ਤੋਂ ਅਗਰ ਅਸਾਂ 2-4 ਹੱਥ ਲਿਖਤ ਨੁਸਖੇ ਗੁਰੂ ਪ੍ਰਤਾਪ ਸੂਰਿਆ ਦੇ ਦੇਖੇ, ਸਭ ਵਿੱਚ ਇਹ ਦਰਜ ਹੈ, ਗੁਡਲੀ ਲੈ ਦਿੱਲੀ ਕੋ ਮਾਰਾ। ਦਿੱਲੀ ਨੂੰ ਤਾਂ ਖਾਲਸਾ ਉਸ ਭਵਿੱਖ ਵਿੱਚ ਆਉਣ ਵਾਲੇ ਸਮਿਆਂ ਵਿੱਚ ਗੋਡਿਆਂ ਭਾਰ ਰਿੜ ਕੇ ਅਰਥਾਤ ਸੁਖੈਨ ਹੀ ਮਾਰ ਲਵੇਗਾ। ਅਤੇ ਕੁਝ ਨੁਸਖਿਆਂ ਵਿੱਚ ਇਹ ਦਰਜ ਹੈ, ਅਮਨੀ ਲੈ ਦਿੱਲੀ ਕੋ ਮਾਰਾ। ਪਹਿਲਾਂ ਖਾਲਸੇ ਦਾ ਰਾਜ ਆਪਣੀ ਪਿਤਰੀ ਭੂਮੀ ਵਿੱਚ ਨਿਜ ਪ੍ਰਭੂਸੱਤਾ ਸਥਾਪਿਤ ਕਰੇਗਾ। ਫਿਰ ਖਾਲਸਾ ਦਿੱਲੀ ਸਮਰਾਟ ਦੀ ਪਦਵੀ ਪ੍ਰਾਪਤ ਕਰਕੇ ਸਾਰੇ ਹਿੰਦੁਸਤਾਨ ਵਿੱਚ ਆਪਣੇ ਬੋਲਬਾਲੇ ਕਾਇਮ ਕਰੇਗਾ। ਦਿੱਲੀ ਵਿਜयी ਦੀ ਭਵਿੱਖਬਾਣੀ ਕਰਨ ਵੇਲੇ ਸਾਹਿਬ ਦਸਮ ਪਾਤਸ਼ਾਹ ਨੂੰ ਉਹ ਭੈ ਜਾਂ ਸੰਕੋਚ ਨਹੀਂ ਸੀ ਹੋ ਸਕਦਾ ਜੋ ਸਾਡੇ ਮਨਾਂ ਉਤੇ ਅੱਜ ਕੁਦਰਤੀ ਤੌਰ ਉਤੇ ਛਾਇਆ ਹੋਇਆ ਹੈ। 15ਵਾਂ ਸਾਖੀ ਪੋਥੀ ਪੜ੍ਹਨ ਉਪਰੰਤ ਅੱਜ ਕੱਲ੍ਹ ਦੇ ਪਾਠਕਾਂ ਦੇ ਮਨਾਂ ਵਿੱਚ ਕਈ ਪ੍ਰਕਾਰ ਦੇ ਸੰਸ਼ੇ ਉਤਪੰਨ ਹੋਣੇ ਕੁਦਰਤੀ ਹਨ ਕਿ ਇਸ ਵਿੱਚ ਕਥਿਤ ਤੱਥ ਤੇ ਬਚਨ ਐਵੇਂ ਪੁਰਾਣਕ ਗੋਪੜੇ ਮੱਧਕਾਲੀਨ ਗੈਰ ਸਾਇੰਸੀ ਅੰਧ ਵਿਸ਼ਵਾਸੀ ਵਿਚਾਰਧਾਰਾ ਤੇ ਮਨੋਤਾ ਹਨ, ਜਿਸ ਕਾਰਨ ਇਹਨਾਂ ਸਾਖੀਆਂ ਨੂੰ ਸੰਜੀਦਗੀ ਨਾਲ ਕਬੂਲ ਕਰਨਾ ਅਸੰਭਵ ਹੈ। ਇਹ ਬੇਨਤੀ ਸਾਡੇ ਅੱਜ ਕੱਲ੍ਹ ਦੇ ਖੋਜੀ ਪ੍ਰੋਫੈਸਰ ਸ਼੍ਰੇਣੀ ਦੇ ਵਿਦਵਾਨਾਂ ਦੀ ਅਤੇ ਮਾਰਕਸੀ ਭੌਤਿਕਵਾਦ ਦੇ ਦੰਗੇ ਹੋਏ ਬੁੱਧੀਜੀਵਾਂ ਦੀ ਪੱਕੀ ਬਣ ਚੁੱਕੀ ਹੈ। ਪਰ ਇਸ ਵਿਚਾਰਧਾਰਾ ਨੂੰ ਕਤਈ ਤੇ ਅੰਤਿਮ ਕਸੌਟੀ ਤੱਤ ਗਿਆਨ ਦੀ ਮੰਨਣਾ ਅਗਿਆਨ ਆਚਰਿਤ ਵੀ ਹੈ ਅਤੇ ਥੋਥਾ ਹੱਠ ਵੀ। ਸਾਰੇ ਯੂਰਪ ਵਿੱਚ ਅਤੇ ਰੂਸ ਵਿੱਚ ਵੀ ਉੱਚਤਮ ਬੁੱਧੀਜੀਵ ਸਿੱਖਾਂ ਦੇ ਸਾਇੰਸਦਾਨ ਤੇ ਚਿੰਤਕ ਉਸ ਥੋਥੇ ਬੁੱਧੀਵਾਦ ਨੂੰ ਕਤਈ ਕਸੌਟੀ ਤੱਤ ਸੱਤ ਨਹੀਂ ਮੰਨਦੇ, ਜਿਸਨੇ ਕਿ 18ਵੀਂ ਸਦੀ ਦੇ ਉੱਤਰਾਰਧ ਤੋਂ 19ਵੀਂ ਸਦੀ ਦੇ ਅੰਤ ਤੱਕ ਬੁੱਧੀਜੀਵੀਆਂ ਨੂੰ ਅਜੋੜ ਪਾਈ ਰੱਖਿਆ ਸੀ। ਇਸ ਵਿਸ਼ੇ ਉੱਤੇ ਕੋਈ ਲੰਮੇਰੀ ਚਰਚਾ ਛੇੜਨ ਦਾ ਇਹ ਸਮਾਂ ਸਥਾਨ ਨਹੀਂ ਹੈ, ਪਰ ਸੰਸਾਰ ਭਰ ਦੇ ਸਿੱਖਾਂ ਦੇ ਸਾਇੰਸਦਾਨਾਂ ਅਤੇ ਚਿੰਤਕਾਂ ਦੇ ਆਧੁਨਿਕ ਵਿਚਾਰਾਂ ਨਾਲ ਪ੍ਰੇਰਿਤ ਹਨ। ਉਹ ਭਲੀ ਪ੍ਰਕਾਰ ਜਾਣਦੇ ਹਨ ਕਿ ਭੌਤਿਕਵਾਦ ਤੇ ਬੁੱਧੀਵਾਦ ਦੋਵੇਂ ਆਪਣੇ ਹੱਥੀਂ ਆਪ ਹੀ ਖੁਦਕੁਸ਼ੀ ਕਰ ਚੁੱਕੇ ਹਨ ਅਤੇ ਸਾਖੀ ਪੋਥੀ ਵਿੱਚ ਜਿਹੜੀਆਂ ਗੱਲਾਂ ਸਾਡੇ ਬਹੁਤ ਸਾਰੇ ਵਿਦਵਾਨਾਂ ਨੂੰ ਐਵੇਂ ਗੋਪੜੇ ਅਤੇ ਨਾ ਮੰਨਣਯੋਗ ਜਬਲੀਆਂ ਹੀ ਲੱਗ ਸਕਦੀਆਂ ਹਨ, ਉਹ ਅੱਜ ਕੱਲ੍ਹ ਦੇ ਉੱਚਤਮ ਕੋਟੀ ਦੇ ਚਿੰਤਕ ਬੜੀ ਦਿਲਚਸਪੀ ਤੇ ਨੀਝ ਨਾਲ ਪੜ੍ਹਦੇ ਅਤੇ ਵਿਚਾਰਦੇ ਹਨ ਅਤੇ ਸੰਜੀਦਗੀ ਨਾਲ ਇਹਨਾਂ ਨੂੰ ਗੂੜ ਗਿਆਨ ਵਿਗਿਆਨ ਪ੍ਰਦਰਸ਼ਕ ਸਮਝਦੇ ਹਨ। ਇਸ ਨੁਕਤੇ ਨੂੰ ਸਪਸ਼ਟ ਕਰਨ ਲਈ ਕੇਵਲ ਇੱਕ ਦ੍ਰਿਸ਼ਟਾਂਤ ਸਾਖੀ ਪੋਥੀ ਵਿੱਚੋਂ ਲੈ ਕੇ ਉਸ ਵਿੱਚ ਤੁਲਨਾ ਇੱਕ ਹੋਰ ਤਿੱਬਤ ਦੇਸ਼ ਵਿੱਚ ਵਾਪਰੀ ਘਟਨਾ ਨਾਲ ਕੀਤੀ ਜਾਂਦੀ ਹੈ, ਜਿਸ ਤਿੱਬਤ ਵਿੱਚ ਵਾਪਰੀ ਘਟਨਾ ਨੂੰ ਕਿ ਆਕਸਫੋਰਡ ਵਿਸ਼ਵ ਵਿਦਿਆਲੇ ਆਦਿ ਦੇ ਮਹਾਨ ਵਿਦਵਾਨ ਸੰਜੀਦਗੀ ਨਾਲ ਵਾਚ ਕੇ ਸਮਝਣ ਦਾ ਯਤਨ ਕਰ ਰਹੇ ਹਨ। ਸਾਖੀ ਪੋਥੀ ਦੀ ਸਾਖੀ 110 ਨੋਹਰ ਡਨਰਾ ਇਸ ਪ੍ਰਕਾਰ ਹੈ। ਚੜੇ ਗੁਰੂ ਜੀ ਅੱਗੇ ਡੇਰਾ ਬਾਗਨੋ ਕੋ ਹਰਿਆ ਕੀਤਾ, ਵੱਡਾ ਉੱਚਾ ਚਬੂਤਰਾ ਸੀ। ਗੁਰੂ ਜੀ ਘੋੜੇ ਸਮੇਤ ਪੌੜੀਏ ਪੌੜੀਏ ਸਿਖਰ ਚਬੂਤਰੇ ਤੇ ਚੜ ਗਏ। उते महल के चबूतरे से बहुत एक सिख सुराहीदार हेठों पन्ना आया गुरु के पास नू सिख के पैरा हेठ आए के एक कबूतर मह गया। जेड़े बैठे से चबूतरे उपर उन्हें गुस्सा मनिया, कहंदे सिख ने कबूतर मार दिया। गुरु जी कहंदे क्या होया, सबने ही मर जाना है। ओए कहंदे सब ही मार दे। गुरु जी कहंदे सब ही मर जाणगे। कबूतर लगे महल उड्यों बार बार डिगण
ਹਜ਼ਾਰਾਂ ਕਬੂਤਰ ਸਨ ਮਰ ਗਏ। ਓਨੀ ਲੋਕ ਕਿਹਾ, ਗੁਰੂ ਜੀ ਇਨ੍ਹਾਂ ਕੋ ਜਿਵਾਵੋ ਜੀ। ਗੁਰੂ ਜੀ ਕਹਿੰਦੇ, ਚੋਗ ਪਾਵੋ ਜੀਵਨ ਗਏ। ਓਨੀ ਚੋਗ ਪਾਈ ਮੋਠਾਂ ਕੀ। ਸਭਨੀ ਚੁੱਗੀ, ਜਿਹੜਾ ਸਿੱਖ ਤੋਂ ਮੋਇਆ ਸੀ ਉਹ ਨਾ ਜੀਵਿਆ। ਸਿੱਖ ਨੇ ਕਿਹਾ, ਜੀ ਇਹੋ ਵੀ ਜਿਵਾਵੋ ਜੀ। ਗੁਰੂ ਜੀ ਕਹਿੰਦੇ, ਇਸ ਨੂੰ ਚੋਗ ਪਾਓ ਜੀਵੇਗਾ। ਉਹ ਵੀ ਜੀਵਿਆ। ਗੁਰੂ ਜੀ ਨੌਹਰ ਡੇਰਾ ਕੀਤਾ, ਤਾਲ ਕੇ ਬੀਜ ਛੀਨ ਤੇ ਲਾਈ। 16ਵਾਂ। ਤਿੱਬਤ ਦੇਸ਼ ਵਿੱਚ ਲਗਭਗ ਗੁਰੂ ਨਾਨਕ ਸਾਹਿਬ ਦਾ ਸਮਕਾਲੀ ਇੱਕ ਮਹਾਨ ਯੋਗੀ ਹੋਇਆ, ਜੋ ਕਿ ਅੰਤ ਨੂੰ ਬੌਧ ਮਤ ਦੀ ਉੱਚਤਮ ਟੀਸੀ ਪਟੇਕ ਬੁੱਧ ਉਤੇ ਪੁੱਜ ਕੇ ਨਿਰਵਾਣ ਗਤੀ ਨੂੰ ਪ੍ਰਾਪਤ ਹੋਇਆ ਸੀ। ਇਸ ਦੀ ਜੀਵਨ ਕਥਾ ਇਸ ਸਿੱਧ ਯੋਗੀ ਦੇ ਇੱਕ ਸ਼ਿਸ਼ਯ ਰਿੰਚੂ ਨੇ ਲਿਖੀ ਹੈ। ਆਪਣੇ ਗੁਰੂ ਕੋਲੋਂ ਆਪ ਇਹ ਕਥਾ ਸੁਣ ਕੇ ਇਸ ਯੋਗੀ ਦਾ ਨਾਮ ਮੀਲਾਰੇਪਾ ਮਿਲਰੇਪ ਜਗਤ ਪ੍ਰਸਿੱਧ ਹੈ ਅਤੇ ਇਸ ਦਾ ਪਹਿਲਾ ਜਨਮ ਦਾ ਨਾਮ ਜੇਤਸੂਨ ਸੀ। ਇਹ ਜਨਮ ਸਾਖੀ ਮੀਲਾਰੇਪਾ ਦੀ ਗੁਰੂ ਨਾਨਕ ਸਾਹਿਬ ਦੇ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਤੁੱਲ ਹੈ ਅਤੇ ਸਨ 1928 ਵਿੱਚ ਇਹ ਤਿੱਬਤੀ ਯੋਗੀ ਦੀ ਜਨਮ ਸਾਖੀ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਲੰਡਨ ਦੇ ਵਿੱਚ ਪਹਿਲੀ ਵਾਰ ਮਹਾਯਾਨੀ ਬੁੱਧ ਧਰਮ ਦੇ ਧੁਰੰਧਰ ਵਿਦਵਾਨ ਡਾਕਟਰ ਏਵਨਿਸ ਵੇਟਸ ਦੀ ਤੁਰਜਮਈ ਹੋਈ ਛਾਪੀ ਸੀ। ਹੁਣ ਤੱਕ ਇਸ ਦੇ ਕਈ ਐਡੀਸ਼ਨ ਛਪ ਚੁੱਕੇ ਸਨ। ਇਹ ਯੋਗੀ ਪਹਿਲਾ ਮੰਤਰ ਸਿੱਧੀਆਂ ਵਿੱਚ ਨਿਪੁੰਨ ਹੋ ਗਿਆ ਸੀ ਅਤੇ ਸ਼ੁਕਲ ਯੋਗ ਦਾ ਮਹਾਸਿੱਧ ਹੋ ਗਿਆ ਸੀ। ਫਿਰ ਇਸਨੇ ਸ਼ੁਕਲ ਯੋਗ ਬ੍ਰਹਮ ਗਿਆਨ ਪ੍ਰਾਪਤੀ ਲਈ ਮਹਾਨ ਤਪ ਕੀਤੇ, ਵੱਡੀਆਂ ਘਾਲਾਂ ਕੱਲੀਆਂ ਅਤੇ ਅੰਤ ਨੂੰ ਸਰਵ ਸ੍ਰੇਸ਼ਟ ਪਦ ਪ੍ਰਤੇਕ ਬੁੱਧ ਸਥਾਨ ਨੂੰ ਪੁੱਜਾ। ਸ਼ੁਕਲ ਯੋਗ ਦੇ ਸਾਧਨਾ ਦੀ ਸਿੱਧੀ ਪ੍ਰਾਪਤ ਕਰਨ ਲਈ ਉਹ ਆਪਣੇ ਸਮੇਂ ਦੇ ਮਹਾਨ ਵਿਦਵਾਨ ਗੋਹ ਵਿਦਿਆ ਨਿਪੁੰਨ ਪੰਡਿਤ ਮਾਰਪਾ ਜਿਸ ਦੀ ਉਪਾਧੀ ਉਲਥਾਕਾਰ ਸੀ, ਕਿਉਂ ਜੋ ਉਸਨੇ ਅਨੇਕਾਂ ਮਹਾਯਾਨ ਧਰਮ ਦੇ ਸੰਸਕ੍ਰਿਤੀ ਗ੍ਰੰਥ ਹਿੰਦੁਸਤਾਨ ਲੈ ਜਾ ਕੇ ਤਿੱਬਤੀ ਭਾਸ਼ਾ ਵਿੱਚ ਉਲਾਤੇ ਸਨ, ਦੀ ਸ਼ਰਨ ਆਇਆ। ਪਰ ਮਾਰਪਾ ਨੇ ਮੀਲਾਰੇਪਾ ਨੂੰ ਗੋਹ ਕਰਨ ਮੰਤਰ ਦੇਣ ਤੋਂ ਪਹਿਲਾਂ ਅਨੇਕਾਂ ਕਠਿਨ ਇਮਤਿਹਾਨਾਂ ਵਿੱਚ ਪਾਇਆ, ਜਿਸ ਕਾਰਨ ਮਾਯੂਸ ਤੇ ਅਧੀਰ ਹੋ ਕੇ ਮੀਲਾਰੇਪਾ ਦਾ ਇੱਕ ਹੋਰ ਸਿੱਧ ਯੋਗੀ ਅੰਗਗੋਗਦੂਨ ਨਾਮ ਦੇ ਚਰਨਾਂ ਵਿੱਚ ਹਾਜ਼ਰ ਹੋਣ ਦਾ ਅਵਸਰ ਬਣ ਗਿਆ। ਹੁਣ ਉਸ ਸਾਖੀ ਦਾ ਆਰੰਭ ਹੁੰਦਾ ਹੈ, ਜਿਸ ਦੀ ਤੁਲਨਾ ਅਸੀਂ ਸਾਖੀ ਪੋਥੀ ਦੀ ਸਾਖੀ 110 ਨੌਹਰ ਗ੍ਰਾਮ ਦੇ ਵਿੱਚ ਮੋਏ ਕਬੂਤਰ ਪੁਨਰ ਜੀਵਿਤ ਕਰਨ ਨਾਲ ਕਰਨਾ ਚਾਹੁੰਦੇ ਹਾਂ। ਅੰਗਗੋਗਦੂਨ ਮਹਾਸਿੱਧ ਨੇ ਮੀਲਾਰੇਪਾ ਨੂੰ ਕਿਹਾ ਕਿ ਉਹ ਆਪ ਹੀ ਉਸ ਨੂੰ ਬੁਲਾ ਭੇਜਣ ਬਾਬਤ ਵਿਚਾਰ ਕਰ ਰਿਹਾ ਸੀ, ਕਿਉਂ ਜੋ ਮੇਰੇ ਬਹੁਤ ਸਾਰੇ ਸ਼ਿਸ਼ਯ ਖਮ ਤਾਗਪੋ ਕੋਂਗਪੋ ਅਤੇ ਯਾਰਲਿੰਗ ਦੇ ਇਲਾਕੇ ਵਿੱਚ ਆਏ ਹਨ। ਪਰ ਰਾਹ ਵਿੱਚ ਯੋਪੋ ਦਸੋ ਤੇ ਦੋਲ ਦੇ ਧਾੜਵੀਆਂ ਨੇ ਮੇਰੇ ਚੇਲਿਆਂ ਦੇ ਸਾਰੇ ਵਸਤੂ ਬਸਤਰ ਅਤੇ ਭੇਟਾ ਸਮੱਗਰੀ ਲੁੱਟ ਲਏ ਹਨ। ਮੇਰਾ ਹੁਣ ਤੈਨੂੰ ਇਹ ਕਹਿਣਾ ਹੈ ਕਿ ਤੂੰ ਆਪਣੀ ਲੌਕਿਕ ਸਿੱਧੀ ਦੇ ਬਲ ਨਾਲ ਇਹਨਾਂ ਬੋਛਿਆਂ ਦੇ ਪਿੰਡਾਂ ਤੇ ਖੇਤਾਂ ਉਤੇ ਭਾਰੀ ਮਾਤਰਾ ਵਿੱਚ ਗੜੇ ਵਰਾ ਦੇ। ਜਿਸ ਵੇਲੇ ਤੂੰ ਇਹ ਕੰਮ ਮੁਕਾ ਲਏਗਾ, ਮੈਂ ਤੈਨੂੰ ਸ਼ੁਕਲ ਯੋਗ ਦਾ ਕਰਨ ਮੰਤ ਸੰਸਕਾਰ ਪ੍ਰਦਾਨ ਕਰ ਦਿਆਂਗਾ, ਜੋ ਕਿ ਤੇਰੀ ਇੱਛਾ ਹੈ। ਮੈਂ ਯਾਨੀ ਕਿ ਮੀਲਾਰੇਪਾ ਨੇ ਉਸ ਸਮੇਂ ਉਸ ਵੇਲੇ ਨੂੰ ਮਨ ਵਿੱਚ ਹੀ ਬਹੁਤ ਤਿਕਾਰ ਪਾਈ ਜਦੋਂ ਮੈਂ ਲੌਕਿਕ ਸਿੱਧੀਆਂ ਪ੍ਰਾਪਤ ਕਰਨ ਲਈ ਤਤਪਰ ਹੋਇਆ ਸੀ, ਜਿਸ ਕਾਰਨ ਹੁਣ ਮੈਨੂੰ ਹੋਰਨਾਂ ਕੋਲੋਂ ਬਦਲਾ ਲੈਣ ਲਈ ਵਰਤਿਆ ਜਾ ਰਿਹਾ ਹੈ। ਮੈਂ ਇੱਥੇ ਸ਼ੁਕਲ ਯੋਗ ਕਲਿਆਣਕਾਰੀ ਬ੍ਰਹਮ ਵਿਦਿਆ ਪ੍ਰਾਪਤੀ ਲਈ ਆਇਆ ਸੀ, ਪਰ ਇੱਥੇ ਵੀ ਮੈਨੂੰ ਹਿੰਸਕ ਤੇ ਪਾਪ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਜੇ ਮੈਂ ਇਨਕਾਰ ਕਰਦਾ ਹਾਂ, ਗੁਰੂ ਦੀ ਆਗਿਆ ਭੰਗ ਹੁੰਦੀ ਹੈ, ਜਾਂ ਜਿਸ ਨੂੰ ਗੁਰੂ ਧਾਰਨ ਕਰਨ ਦਾ ਸੰਕਲਪ ਰੱਖਦਾ ਹਾਂ, ਜਿਹੜਾ ਕਿ ਗੁਰੂ ਅਵਗਿਆ ਸਮ ਬੰਜਰ ਪਾਪ ਹੈ, ਅਤੇ ਇਉਂ ਮੈਂ ਬ੍ਰਹਮ ਗਿਆਨ ਪਥ ਦੀ ਦੀਖਿਆ ਤੋਂ ਵੀ ਵੰਚਿਤ ਰਹਿ ਜਾਵਾਂਗਾ। ਇਹ ਵਿਚਾਰ ਕੇ ਮੈਂ ਮਨ ਬਣਾ ਲਿਆ ਕਿ ਮੇਰੇ ਲਈ ਆਗਿਆ ਪ੍ਰਦਾਨ ਕਰਨ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ। ਇਸ ਪ੍ਰਕਾਰ ਆਪਣੀ ਲੌਕਿਕ ਸਿੱਧੀਆਂ ਦੇ ਯੰਤਰ ਸਮੱਗਰੀ ਨਾਲ ਲੈ ਕੇ ਮੈਂ ਚੱਲ ਪਿਆ ਅਤੇ ਆਪਣੀ ਮੰਜ਼ਿਲ ਉੱਤੇ ਪਹੁੰਚ ਕੇ ਜਿੱਥੇ ਮੈਂ ਨਿਸ਼ਚਿਤ ਕਾਰਾ ਕਰਨਾ ਸੀ, ਯੋਪੋ ਪਰਗਣੇ ਵਿੱਚ ਇੱਕ ਬੁੱਢੀ ਦੇ ਘਰ ਵਿੱਚ ਜਾ ਡੇਰਾ ਲਾਇਆ। ਜਦੋਂ ਅਜੇ ਗੜੇ ਵਰਨ ਹੀ ਵਾਲੇ ਸਨ ਅਤੇ ਬਿਜਲੀ ਦੀ ਚਮਕ ਤੇ ਘਨਘੋਰ ਆਰੰਭ ਹੋ ਚੁੱਕੀ ਸੀ ਤੇ ਗੜੇ ਡਿੱਗਣ ਲੱਗੇ, ਤਦ ਉਹ ਬੁੱਢੀ ਛਾਤੀ ਉੱਤੇ ਦੋ ਹੱਥੜ ਮਾਰ ਕੇ ਰੋਣ ਕੁਰਲਾਣ ਲੱਗ ਪਈ ਅਤੇ ਇਉਂ ਕਹੀ ਜਾਵੇ, ਹਾਏ
ਹਾਏ, ਜੇ ਮੇਰਾ ਖੇਤ ਇਹਨਾਂ ਗੜਿਆਂ ਦੀ ਮਾਰ ਹੇਠਾਂ ਆ ਗਿਆ ਤਾਂ ਮੈਂ ਸਾਲ ਭਰ ਪੇੜ ਕਾਹਦੇ ਨਾਲ ਭਰਾਂਗੀ। ਇਹ ਵਿਰਲਾਪ ਮੇਰੇ ਲਈ ਅਸਹਿ ਹੋ ਗਿਆ। ਮੈਂ ਇਸ ਬੁੱਢੀ ਨਾਲ ਇਤਨਾ ਧੱਕਾ ਕਰਨ ਦੇ ਅਸਮਰੱਥ ਸਾਂ। ਆਪਣੇ ਸਾਰੇ ਜਾਦੂ ਉਲਟੇ ਪੈਣ ਕਾਰਨ ਭਾਰੀ ਕਸ਼ਟ ਦਾ ਖਤਰਾ ਲੈ ਕੇ ਵੀ ਮੈਂ ਬੁੱਢੀ ਨੂੰ ਕਿਹਾ ਕਿ ਝਟਪਟ ਪੋਏ ਉੱਤੇ ਆਪਣੇ ਖੇਤ ਦਾ ਨਕਸ਼ਾ ਵਾਹ ਕੇ ਮੈਨੂੰ ਦੱਸੇ ਕਿ ਉਸ ਦੀ ਪੋਏ ਕਿਹੜੀ ਹੈ। ਉਸ ਬੁੱਢੀ ਨੇ ਕੁਰਲਾ ਕੇ ਦੱਸਿਆ, ਮੇਰਾ ਖੇਤ ਇਸ ਤਰ੍ਹਾਂ ਦਾ ਹੈ, ਅਤੇ ਉਸ ਬੁੱਢੀ ਨੇ ਇੱਕ ਤਿਕੋਣਾ ਜਿਹਾ ਨਕਸ਼ਾ ਵਾ ਦਿੱਤਾ। ਮੈਂ ਉਸੇ ਵੇਲੇ ਉਸ ਤਿਕੋਣ ਉੱਤੇ ਇੱਕ ਲੋਹ ਪਰਾਤ ਰੱਖ ਕੇ ਉਸ ਨੂੰ ਢੱਕ ਦਿੱਤਾ ਅਤੇ ਆਪਣੇ ਚਿੱਤ ਦੀ ਇਕਾਗਰ ਬਿਰਤੀ ਵਿੱਚ ਉਸ ਖੇਤ ਦੀ ਗੜੇਮਾਰੀ ਤੋਂ ਰੱਖਿਆ ਕੀਤੀ। ਸਿੱਟਾ ਇਹ ਹੋਇਆ ਕਿ ਬੁੱਢੀ ਦੇ ਖੇਤ ਦੀ ਤਿਕੋਣ ਇੱਕ ਛੋਟੀ ਜਿਹੀ ਨੁੱਕਰ ਤੋਂ ਬਿਨਾਂ, ਜਿਸ ਨੂੰ ਕਿ ਮੈਂ ਲੋਹ ਪਰਾਤ ਨਾਲ ਢੱਕ ਨਹੀਂ ਸੀ ਸਕਿਆ, ਸਾਰੀ ਦੀ ਸਾਰੀ ਗੜਿਆਂ ਦੀ ਮਾਰ ਤੋਂ ਬਚ ਗਈ। ਜਿਸ ਵੇਲੇ ਗੜੇਮਾਰੀ ਬੰਦ ਹੋਈ ਅਤੇ ਮੈਂ ਬਾਹਰ ਫਿਰ ਤੁਰ ਕੇ ਇਲਾਕਾ ਵੇਖਿਆ ਤਾਂ ਕਿ ਡਿੱਠਾ ਕਿ ਪਹਾੜਾਂ ਦੀਆਂ ਢਲਾਣਾਂ ਉੱਤੇ ਹਰੇ ਭਰੇ ਖੇਤ ਸਾਰੇ ਦੇ ਸਾਰੇ ਤਬਾਹ ਹੋ ਚੁੱਕੇ ਸਨ ਅਤੇ ਖੇਤਾਂ ਵਿੱਚ ਖੱਡਾਂ ਖਾਲੇ ਬਣ ਗਏ ਸਨ। ਕੇਵਲ ਉਸ ਬੁੱਢੀ ਦਾ ਖੇਤ ਹੀ ਸੁਰੱਖਿਅਤ ਬਚ ਰਿਹਾ ਸੀ। ਜਦੋਂ ਮੈਂ ਵਾਪਸ ਮੁੜਿਆ ਆਉਂਦਾ ਸਾਂ ਤਾਂ ਮੈਨੂੰ ਇੱਕ ਭੇਡਾਂ ਬੱਕਰੀਆਂ ਚਾਰਨ ਵਾਲਾ ਅਜਾਪਾਲ ਅਤੇ ਉਸਦਾ ਬਾਲ ਪੁੱਤਰ ਮਿਲੇ, ਜਿਨ੍ਹਾਂ ਦਾ ਕਿ ਇੱਜੜ ਗੜੇਮਾਰੀ ਨਾਲ ਮ੍ਰਿਤੂ ਹੋ ਗਿਆ ਸੀ। ਉਹਨਾਂ ਰਾਹੀਂ ਮੈਂ ਸਭ ਇਲਾਕੇ ਦੇ ਲੋਕਾਂ ਨੂੰ ਸੁਨੇਹਾ ਭੇਜਿਆ ਕਿ ਅੱਗੇ ਤੋਂ ਲਾਮ ਅੰਗ ਗੋਂਗ ਪਾ ਦੇ ਚੇਲਿਆਂ ਨੂੰ ਕੋਈ ਦੁੱਖ ਜਾਂ ਹਾਨੀ ਪਹੁੰਚਾਉਣ ਤੋਂ ਲੋਕ ਬਾਜ਼ ਆ ਜਾਣ, ਨਹੀਂ ਤਾਂ ਅਜਿਹੀ ਦੁਰਦਸ਼ਾ ਉਹਨਾਂ ਦੀ ਦੁਬਾਰਾ ਕੀਤੀ ਜਾਵੇਗੀ। ਇਹੋ ਮੈਂ ਪ੍ਰਗਟ ਕਰ ਦਿੱਤਾ ਕਿ ਇਹ ਗੜੇਮਾਰੀ ਕਿਸਨੇ ਕੀਤੀ ਕਰਾਈ ਹੈ। ਉਸ ਇਲਾਕੇ ਦੇ ਵਾਸੀ ਲਾਮ ਅੰਗ ਗੋਂਗ ਪਾ ਦੀ ਸ਼ਕਤੀ ਤੋਂ ਇਤਨੇ ਪ੍ਰਭਾਵਿਤ ਹੋਏ ਕਿ ਉਸ ਦੀ ਪੂਜਾ ਸਤਿਕਾਰ ਨਿਰੰਤਰ ਕਰਨ ਲੱਗੇ। ਮੈਂ ਜਦੋਂ ਵਾਪਸ ਮੁੜਿਆ ਆ ਰਿਹਾ ਸੀ ਤਾਂ ਮੈਂ ਰਾਹ ਵਿੱਚ ਕੁਝ ਮਰੇ ਹੋਏ ਪੰਛੀ ਪਏ ਦੇਖੇ, ਜੋ ਮੈਂ ਚੁੱਕ ਲਏ, ਅਤੇ ਹੋਰ ਝਾੜੀਆਂ ਵਿੱਚ ਮਰੇ ਪਏ ਪੰਛੀ ਵੀ ਅਤੇ ਕਈ ਚੂਹੇ ਜਿਹੜੇ ਰਾਹ ਵਿੱਚ ਮੇਰੇ ਪਏ ਸਨ ਸਾਰੇ ਚੁੱਕ ਲਏ। ਜਿਨ੍ਹਾਂ ਮੁਰਦਾ ਜੌਂਦਰਾ ਆਦਿ ਨਾਲ ਮੇਰਾ ਟੋਪ, ਮੇਰਾ ਕੰਬਲ ਤੇ ਮੇਰੀ ਝੋਲੀ ਨੱਕੋ ਨੱਕ ਭਰ ਗਈ। ਮੈਂ ਇਹ ਸਭ ਮਰੇ ਪਏ ਜੀਵ ਜੰਤੂ ਅੰਗ ਗੋਂਗ ਪਾ ਦੇ ਅੱਗੇ ਲਿਆ ਢੇਰੀ ਕੀਤੇ ਅਤੇ ਇਹ ਬੇਨਤੀ ਕੀਤੀ, ਹੇ ਪੂਜਿਆ ਗੁਰੂ, ਮੈਂ ਇੱਥੇ ਤੰਤਰ ਵਿਦਿਆ ਦੀ ਪ੍ਰਾਪਤੀ ਲਈ ਚੱਲ ਕੇ ਆਇਆ ਸੀ, ਪਰ ਪਾਪਾ ਦੀ ਪੰਡ ਬੰਨ੍ਹ ਕੇ ਆਪਣੇ ਸਿਰ ਉੱਤੇ ਰੱਖ ਲਈ ਹੈ। ਮੈਂ ਨੀਚ ਪਾਪੀ ਉੱਤੇ ਦਇਆ ਕਰੋ। ਅਤੇ ਇਉਂ ਕਹਿ ਕੇ ਮੇਰੇ ਨੇਤਰਾਂ ਵਿੱਚੋਂ ਨੀਹੀਂ ਵਹਿ ਤੁਰਿਆ। ਤਦ ਲਾਮ ਨੇ ਉੱਤਰ ਦਿੱਤਾ, ਦੇਖ ਅਧੀਰ ਨਾ ਹੋ, ਅਸੀਂ ਪੰਡਿਤ ਨਾਰੋਪ ਗੁਰੂ ਤੇ ਮੈਤਰੀ ਦੇ ਪੈਰੋਕਾਰ ਹਾਂ ਅਤੇ ਸਾਡੇ ਕੋਲ ਉਹ ਸ਼ਕਤੀਆਂ ਹਨ ਜਿਨ੍ਹਾਂ ਦੁਆਰਾ ਘੋਰ ਪਾਪੀਆਂ ਨਾਰਕੀਆਂ ਦਾ ਛਿਨ ਵਿੱਚ ਉਧਾਰ ਸੰਭਵ ਹੈ। ਜਿਵੇਂ ਕਿ ਗੋਪੀਆਂ ਨਾਲ ਇੱਕ ਪੱਥਰ ਚਲਾਉਣ ਨਾਲ ਅਨੇਕਾਂ ਪੰਛੀ ਇੱਕੋ ਵੇਲੇ ਉੜ ਜਾਂਦੇ ਹਨ, ਉਹ ਜਿਤਨੇ ਜੀਵ ਜੰਤੂ ਪੰਛੀ ਭੌਂਚਰ ਜੋ ਕਿ ਗੜੇਮਾਰੀ ਨਾਲ ਵਿਨਾਸ਼ ਹੋ ਗਏ ਹਨ, ਕਿਸੇ ਜਨਮ ਤੇਰੇ ਪ੍ਰਮੁੱਖ ਚੇਲਿਆਂ ਦੇ ਰੂਪ ਵਿੱਚ ਜਨਮ ਲੈਣਗੇ। ਜਦੋਂ ਕਿ ਤੂੰ ਬੁੱਧ ਗਤੀ ਨੂੰ ਪ੍ਰਾਪਤ ਹੋ ਚੁੱਕਾ ਹੋਵੇਗਾ, ਉਸ ਸਮੇਂ ਤੱਕ ਮੈਂ ਇਹਨਾਂ ਨੂੰ ਨਰਕਾਂ ਤੇ ਰਸਾਤਲ ਵਿੱਚ ਨਹੀਂ ਜਾਣ ਦਿਆਂਗਾ। ਆਪਣੇ ਮਨ ਨੂੰ ਇਹ ਜਾਣ ਕੇ ਧੀਰਜ ਦਿਓ, ਪਰ ਜੇ ਤੇਰੀ ਸੰਸ਼ਯ ਨਿਵਰਤੀ ਕਿਵੇਂ ਵੀ ਨਹੀਂ ਹੁੰਦੀ ਤਦ ਮੈਂ ਆਪਣੇ ਬਚਨਾਂ ਦੀ ਸੱਤਿਆ ਸਿੱਧੀ ਦਾ ਚਮਤਕਾਰ ਤੈਨੂੰ ਦਿਖਾਉਂਦਾ ਹਾਂ, ਸਾਵਧਾਨ ਹੋ ਕੇ ਦੇਖ। ਇਉਂ ਕਹਿ ਕੇ ਉਹ ਲਾਮ ਕੁਝ ਪਲ ਅੱਖ ਮੂੰਦ ਕੇ ਬੈਠਾ ਰਿਹਾ ਅਤੇ ਫਿਰ ਉਸਨੇ ਚੁਟਕੀ ਵਜਾਈ। ਝਟਪਟ ਮ੍ਰਿਤੂ ਹੋ ਚੁੱਕੇ ਪੰਛੀ ਤੇ ਚੂਹੇ ਆਦਿ ਪੁਨਰ ਜੀਵਿਤ ਹੋ ਗਏ ਅਤੇ ਉੱਡ ਗਏ ਜਾਂ ਖੁੱਡਾਂ ਵੱਲ ਭੱਜ ਗਏ। ਮੈਨੂੰ ਤਦ ਵਿਸ਼ਵਾਸ ਹੋ ਗਿਆ ਕਿ ਲਾਮ ਬੁੱਧ ਗਤੀ ਨੂੰ ਪ੍ਰਾਪਤ ਹੋ ਚੁੱਕਿਆ ਹੋਇਆ ਹੈ। ਸਾਖੀ ਪੋਥੀ ਵਿੱਚ ਆਈਆਂ ਸਾਖੀਆਂ, ਜਿਨ੍ਹਾਂ ਵਿੱਚ ਕਿ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਅਨੇਕਾਂ ਕਰਾਮਾਤੀ ਚਮਤਕਾਰ ਦਾ ਵਰਣਨ ਹੈ। ਨਿਰਪੋਸ਼ਿਤ ਅਤੇ ਸਰਲ ਸਹਿਜ ਸੁਭਾਅ ਬੋਲੀ ਵਿੱਚ ਉਹਨਾਂ ਵਿੱਚ ਕੋਈ ਅਜਿਹੀ ਗੱਲ ਨਹੀਂ ਹੈ ਜੋ ਹੋਰਨਾਂ ਦੇਸ਼ਾਂ ਕਾਲਾਂ ਵਿੱਚ ਵਾਪਰੀ ਨਾ ਹੋਵੇ ਅਤੇ ਸਮਕਾਲੀਆਂ ਦੀ ਉੱਚਤਮ ਬੁੱਧੀ ਪੱਧਰ ਉੱਤੇ ਸਵੀਕ੍ਰਿਤ ਨਾ ਰਹਿ ਚੁੱਕੀ ਹੋਵੇ ਅਤੇ ਜਿਸ ਨੂੰ ਆਧੁਨਿਕ ਕਾਲ ਦੇ ਸਿਖਰ ਚੋਟੀ ਦੇ ਗਿਆਨ ਵਿਗਿਆਨ ਚਿੰਤਕ ਐਵੇਂ ਅਟਪਤੀਆਂ ਜਾਂ ਨਿਰਾਧਾਰ ਵਹਿਮ ਕਹਿਣ ਦਾ ਹੌਸਲਾ ਕਰ ਸਕਣ। ਸਾਖੀ ਪੋਥੀ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਦੱਲੇ ਪ੍ਰਤੀ ਹਨ। ਸਾਖੀ 87 ਦਲ ਸਿੰਘ ਸਾਡੇ ਵਿੱਚ ਕਰਾਮਾਤ ਸਭੂ ਹੈ, ਜਦੋਂ ਲਾਵਾਂਗੇ
ਤਦੋਂ ਹੀ ਕੋਈ ਜਾਣੂਗਾ। ਹੋਰ ਸਾਖੀ 67 ਛਤਿਆਣੇ ਡੇਰਾ ਵਿੱਚ ਅੰਕਿਤ ਹੈ। गुरु जी तनुक सात बाण चलाया ते आकाश की ओर बदल हो आया। कटा हो आई लगा गलियां नाल मींह पैण। विराड़ बराड़ जट कोई किसे मल दरखत हेठा नूं पन्ना, कोई किसे मल नूं पन्ना। गुरु जी उत्थे ही घोड़े चढ़े खड़े रहे। सिखां ने गुरु जी के घोड़े उत्तों दी लोहे कर दिते। गुरु जी ने तीर कर छोड़िया घोड़े के सिर पर की। उतों कोस पर सारे मींह पाया गलियां नाल। गुरु जी उत्थे ही डेरा कर दिया। 17वां साडे देश दीआं बहुतियां यूनीवर्सिटियां द्वारा संचार ते प्रचार होई अते होर ही विद्या ज्ञान विज्ञान साडे देश दी प्राचीन प्रणाली तो बहुत हद तक अते बुनियादी तौर उते बेमुख हो के निर्धारित होया है। अते 19वीं सदी विच जदों तक पश्चिमी देशां अते जातियां पूरब देशां वासियां उते पूर्ण तौर उते पारू पै चुके सन, जिस द्वारा पूर्वी मन आत्मा हीण दशा नूं प्राप्त हो चुकी सी, उस गति का प्रभाव साडियां यूनीवर्सिटियां विच खास करके अते साडे आधुनिक पढ़े लिखे तबके उते आम करके हाले तक प्रबल है। पश्चिम दी विद्यक पद्धर हुण कई दहाकियां तो अद्धी सदी तो नवीन नीहां उते उसर रही अते उसर चुकी है, जिसका असर प्रभाव अजे तक बहुता साडे उते पिया नहीं। अते पश्चिम दी बौद्धिक सरदारी अते बालादस्ती तो असी अजे विमुक्त होने का यतन भी नहीं आरंभिया। इस राह उते कदम पुटने का एक पासे रहा। इहो कारण साडा साडियां जन्म साखियां साखी पोथियां गुरबिलासा पंथ प्रकाशा सूरज प्रकाशा गुरवाका आदि दी महिमा गौरवता वल्लों उपरामता अणगहली अते इन्हां दी शैली श्रेणी दी अणजाणता अज्ञानता दा है। हुण सवाल अवश्य उठेगा कि यह साखी पोथी जो कुछ भी है सो होवेगी, पर की इसकी कोई इतिहासिक महत्ता है? साखी पोथी उत्ते एक पंची दृष्टि नामी यह लेख मुकम्मल नहीं किया जा सकता जितना चिर इस प्रश्न का उत्तर संखेप रूप विच ना दिता जावे। 18वां हिस्ट्री, जिसनूं असी इतिहास भी कह लेंदे हां। हालांकि ये दोवें संबोध इन बिन इको अर्थ दे कहानी लिखायक नहीं हन। उसकी भी परिभाषा की है। मुढ़ली परिभाषा इतिहास शब्द दी है। इतिहास ये होया सी, ये इतिहास शुद्ध अते पूर्ण रूप विच असाडे पुरातन विचार सिद्धांत जो काल संसार मनुख अते उसकी गति ते अंतिम प्रयोजन उन्हां द्वारा असाडे पुराण नामी ग्रंथ हन, जिन्हां द्वारा पुराण पंच लक्ष्मण संसार की उत्पत्ति युगारंभ ते युगांतर दिव्य शक्तियां देवी देवतियां दा जन्म लीला कीड़ा शक्ति महिमा राजवंशा दा आरंभ विस्तार विनाश अते संसार दे अंत प्राले आदि दा वर्णन है। होर वर्णन सब गाथा कथा कहानी है, इतिहास नहीं। पर अज असी इतिहास नूं अंग्रेजी दे शब्द हिस्ट्री दे अर्थां विच वरत लैंदे हां, पर हिस्ट्री शब्द दे सारे अर्थ भावार्थ असी इतिहास दे प्रचलित अजोके अते प्रमाणिक अर्थां विच नहीं वरतदे। हिस्ट्री अंग्रेजी विच शैक्सपीयर ने किरिया दे रूप विच भी वरतिया है। लिख लैण नोट कर लैण तो रिकॉर्डेड दे अर्थां विच। उंज हिस्ट्री संसार देश जाति विचारधारा जीव जंतु बूटा वनस्पति किसे दा भी सिलसिलेवार बिरतांत संकलन कथा कहानी वर्णन आदि दे अर्थां विच अंग्रेजी भाषा विच वरतिया जांदा जा सकदा अते प्रमाण है। असी पंजाबी भाषा विच हिस्ट्री शब्द इस भाव विच नहीं वरतदे। इतिहास हिस्ट्री दोवां शब्दां दा अर्थ प्रचलित पंजाबी बोली विच किसे मनुख जाति दे अंग श्रेणी कौम ग्रोह जबा कबीला दे समुचे अते केवल व्यक्तिगत रूप विच ना कारनामिਆਂ घटनावां दा कारण लिखणबद्ध रूप विच संकलन ही प्रमाण है। ਇਹ इतिहास ਜਾਂ हिस्ट्री ਦੇ कई रूप हो चुके ਹਨ ਅਤੇ ਹੁਣ भी ਹਨ, पर प्रधान प्रयोजन इतिहास रचन ਜਾਂ हिस्ट्री लिखण ਦਾ केवल ਇਹੋ ही है ਅਤੇ ਰਿਹਾ है कि जातियां जत्थे उन्हां नाल संबंधित भूतकाल विच वापरीਆਂ घटनावां वाक्यांत सिलसिलेवार गुंदे हुए वर्णन तो वर्तमान ਲਈ सत्य उत्साह ਅਤੇ ਭਵਿੱਖ ਲਈ ਚਾਨਣ ਰਹਿਨੁਮਾਈ ਪ੍ਰਾਪਤ ਕਰਦੇ ਰਹਿਣ। ਇਸੇ ਕਾਰਨ ਸਿੱਖਾਂ ਦੀ ਸੰਗਤੀ ਅਰਦਾਸ ਵਿੱਚ ਸਿੱਖ ਪੰਥ ਦੀ ਸਮੁੱਚੀ ਹਿਸਟਰੀ ਦਾ ਸਾਰਾਂਸ਼ 7 ਅੱਡ ਰੂਪ ਵਿਗਿਆਪਨ
ਇਸ ਅਰਦਾਸ ਦੇ ਅਨਿਖੜਵੇਂ ਅੰਗ ਦੇ ਰੂਪ ਵਿੱਚ ਮੌਜੂਦ ਹੈ। ਹਿਸਟਰੀ ਦੇ ਭਾਵਾਰਥ, ਮਨੋਰਥ, ਪ੍ਰਯੋਜਨ ਆਦਿ ਵਿਸ਼ੇ ਯੂਰਪੀਅਨ ਚਿੰਤਕਾਂ ਦੇ ਅਧਿਐਨ ਦੇ ਵਿੱਚ ਸਮੁੰਦਰ ਵੱਤ ਡੂੰਘੇ ਅਸੀਮ ਬਣ ਚੁੱਕੇ ਹਨ। ਤਦੋਂ ਯੰਬੀ ਆਪਣੇ ਜਗਤ ਪ੍ਰਸਿੱਧ ਗ੍ਰੰਥ ਸਟੱਡੀ ਆਫ ਹਿਸਟਰੀ ਦੀ ਭੂਮਿਕਾ ਵਿੱਚ ਇੱਕ ਥਾਂ ਕਹਿੰਦਾ ਹੈ, ਇਤਿਹਾਸਕਾਰ ਦੇ ਖੋਜ ਖੇਤਰ ਦਾ ਵਿਸਥਾਰ, ਉਸ ਨੂੰ ਪ੍ਰਾਲਭਯ ਸੋਮਿਆਂ ਦਾ ਫੈਲਾਓ ਅਤੇ ਸੰਗਨਤਾ ਅਤੇ ਉਹਦੀ ਪੜਤਾਲ ਪ੍ਰਤਿਭਾ ਦਾ ਉਥਾਨ ਵਿਕਾਸ। ਹੁਣ ਇਤਿਹਾਸਕਾਰ ਦਾ ਇਹ ਵਿਸ਼ਵਾਸ ਵਹਿਮ ਕਿ ਉਹ ਗਿਆਨ ਅੰਧਕਾਰ ਤੋਂ ਵਿਮੁਕਤ ਹੈ, ਨਿਰਮੂਲ ਤੇ ਅਸੰਭਵ ਬਣਾ ਦਿੰਦੇ ਹਨ। ਉਸ ਲਈ ਇਹ ਤਸਲੀਮ ਕਰਨਾ ਵੀ ਹੁਣ ਅਵਸ਼ਯ ਹੋ ਗਿਆ ਹੈ ਕਿ ਉਸ ਦੀ ਅਗਿਆਨਤਾ ਅਸਾਧ ਹੈ, ਕਿਉਂ ਜੋ ਇਹ ਤਮਹਿ ਅੰਧਕਾਰ ਉਸ ਦਾ ਅਥਾਹ ਅਤੇ ਅਸੀਮ ਹੈ। ਇਤਿਹਾਸਕਾਰ 20ਵੀਂ ਸਦੀ ਤੱਕ ਇਸ ਅੰਧ ਵਿਸ਼ਵਾਸ ਅਤੇ ਹੱਠ ਉੱਤੇ ਦ੍ਰਿੜ ਰਹੇ ਹਨ ਕਿ ਸਾਰਥ ਪ੍ਰਯੋਜਨ ਸਪਸ਼ਟ ਤੇ ਅਟਲ ਹੈ। ਕਈ ਕਹਿੰਦੇ ਰਹੇ ਹਨ, ਜਿਨ੍ਹਾਂ ਵਿੱਚ ਸਾਡੇ ਕਈ ਖੋਜੀ ਪੜਚੋਲੀ ਪ੍ਰੋਫੈਸਰ ਵੀ ਸ਼ਾਮਿਲ ਹਨ, ਕਿ ਹਿਸਟਰੀ ਦਰਪਣ ਹੈ, ਬੀਤ ਚੁੱਕੇ ਤੱਥਾਂ ਨੂੰ ਇਨ ਬਿਨ ਦਰਸਾਉਂਦਾ। ਹੁਣ ਜੇਮਸ, ਪਾਵਲੋ, ਹੇਗਲ, ਮਾਰਕਸ, ਫਰਾਇਡ ਵਿੱਚੋਂ ਕੋਈ ਅਜਿਹਾ ਦਾਅਵਾ ਕਰਨ ਤੋਂ ਅਸਮਰੱਥ ਹੈ, ਕਿਉਂ ਜੋ ਨਾ ਤਾਂ ਬੀਤੇ ਸਮੇਂ ਦੇ ਅਚਯੁਤ ਦ੍ਰਿੜ ਰੂਪ ਤੱਕ ਸਾਨੂੰ ਪ੍ਰਾਲਭਯ ਹਨ ਜਾਂ ਹੋਣੇ ਅਸੰਭਵ ਹਨ, ਅਤੇ ਨਾ ਹੀ ਉਹ ਦਰਸਾਏ ਜਾ ਸਕਦੇ ਹਨ। ਕਾਰਨ ਇਹ ਹੈ ਕਿ ਦਰਪਣ ਆਪ ਤੱਤ ਘੜਦਾ ਤੇ ਸਿਰਜਦਾ ਵੀ ਹੈ। ਦਰਸਾਉਣ ਲਈ ਘੜੇ ਘੜਾਏ ਤੱਥ ਨਾ ਉਸ ਨੂੰ ਪ੍ਰਾਪਤ ਹਨ ਅਤੇ ਨਾ ਹੀ ਉਹ ਤੱਥਾਂ ਨੂੰ ਦਰਸਾਉਣ ਯੋਗ ਹੈ। ਸਾਡੇ ਪ੍ਰਾਚੀਨ ਗ੍ਰੰਥਾਂ ਵਿੱਚ ਇਹ ਸਪਸ਼ਟ ਤੇ ਪ੍ਰਮਾਣਿਤ ਹੈ, ਜਿਸ ਨੂੰ ਕਿ ਦਰਪਣ ਦੇਸ਼ ਦਾ ਨਾਮ ਦਿੱਤਾ ਗਿਆ ਹੈ। ਕਈਆਂ ਦਾ ਵਿਚਾਰ ਰਿਹਾ ਹੈ ਕਿ ਹਿਸਟਰੀ ਦਾ ਮੁੱਖ ਧਰਮ ਭਵਿੱਖ ਦੀ ਸਿਰਜਣਾ ਵਿੱਚ ਸਹਾਈ ਹੋਣਾ ਹੈ। ਕਈ ਹੋਰ ਮਹਾਨ ਬੁੱਧੀਮਾਨਾਂ ਦਾ ਮਤ ਹੈ ਕਿ ਹਿਸਟਰੀ ਦਾ ਅੰਤਿਮ ਨਿਸ਼ਾਨਾ, ਇਸ ਦਾ ਪ੍ਰਮਾਣ ਤੱਤ, ਇਸ ਦੇ ਗੋਹ ਅਰਥ ਇਤਿਹਾਸ ਤੋਂ ਬਾਹਰ ਪਰੋਪਰੇ ਅਦ੍ਰਿਸ਼ਟ ਵਿੱਚ ਸਥਿਤ ਹਨ। ਪਰ ਇਸ ਗੱਲ ਉੱਤੇ ਸਭ ਮਤਾਂ ਦੇ ਇਤਿਹਾਸਕਾਰ ਸਹਿਮਤ ਹਨ ਕਿ ਤੱਤ ਤੇ ਕੀਮਤ, ਵਰਣਨ ਤੇ ਦ੍ਰਿਸ਼ਟੀਕੋਣ, ਸੱਤਿਅ ਤੇ ਮਤ ਕੋਈ ਇਤਿਹਾਸਕਾਰ ਇਤਿਹਾਸ ਲਿਖਣ ਵੇਲੇ ਨਿਖੇੜ ਕੇ ਅਟਰੇ ਅਤੇ ਇੱਕ ਦੂਜੇ ਕੋਲੋਂ ਸੁਤੰਤਰ ਕੇਵਲਿਆ ਨਹੀਂ ਕਰ ਸਕਦਾ। ਜੋ ਇਸ ਪਰਮ ਭੁਲੇਖੇ ਵਿੱਚ ਹਨ ਕਿ ਉੱਚਤਮ ਸ਼ੁੱਧ ਇਤਿਹਾਸਕਾਰ ਦਾ ਲੱਛਣ ਇਹ ਹੈ ਕਿ ਉਹ ਦੂਜਿਆਂ ਦੀਆਂ ਲਿਖਤਾਂ ਨੂੰ ਛਾਂਟ ਸੰਗ੍ਰਹਿ ਕਰਕੇ ਲਿਖ ਦੇਵੇ ਅਤੇ ਆਪਣੀ ਛਾਂਟਬੀਣ ਰਾਏ ਦ੍ਰਿਸ਼ਟੀਕੋਣ ਤੋਂ ਸਦਾ ਨਿਰਲੇਪ ਰਹੇ। ਉਹ ਰਸੋਈਏ ਵਾਂਗਰ ਹੈ, ਜੋ ਇੱਕ ਭਾਂਡੇ ਵਿੱਚੋਂ ਚਾਵਲ ਅਤੇ ਦੂਜੇ ਵਿੱਚੋਂ ਦਾਲ ਦੀਆਂ ਮੁੱਠਾਂ ਭਰ ਕੇ ਤੋੜੀ ਵਿੱਚ ਪਾ ਦੇਵੇ, ਪਰ ਨਾ ਤਾਂ ਚੋਲਾਂ ਵਿੱਚੋਂ ਮਿੱਟੀ ਕੰਕਰ ਚੁਣੇ, ਨਾ ਚੋਲਾਂ ਵਿੱਚੋਂ ਤਿਲਾਂ ਅਤੇ ਅੰਨੇ ਅਨਾਜ ਆਦਿ ਦੀ ਛਾਂਟੀ ਕਰੇ, ਨਾ ਕੇਸਰੀ ਦਾਲ ਜੋ ਕਿ ਦੇਖਣ ਨੂੰ ਸੋਹਣੀ, ਖਾਣ ਨੂੰ ਸਵਾਦਿਸ਼ਟ ਅਤੇ ਸਧਾਰਨ ਦ੍ਰਿਸ਼ਟੀ ਨੂੰ ਪੌਸ਼ਟਿਕ ਅਤੇ ਤਾਕਤਵਰ ਦਿਸਦੀ ਹੈ, ਪਰ ਅੰਤ ਨੂੰ ਅੰਗ ਪੰਗ ਕਰ ਸੁੱਟਦੀ ਹੈ ਅਤੇ ਮਾਰ ਵੀ ਸੁੱਟਦੀ ਹੈ। ਉਸ ਨੂੰ ਪਛਾਣ ਕੇ ਬਾਹਰ ਸੁੱਟੇ ਅਤੇ ਨਾ ਹੋਰ ਜ਼ਹਿਰ ਵਿੱਚ ਪਿਓ ਕੇ ਸੁਕਾਏ ਹੋਏ ਦਾਣੇ ਪਛਾਣੇ ਕੱਢੇ, ਨਾ ਲੂਣ ਘਿਓ ਮਸਾਲਾ ਵਿੱਚ ਰਲਾਵੇ ਅਤੇ ਨਾ ਚੁੱਲ੍ਹੇ ਉੱਤੇ ਉਸ ਸਮੱਗਰੀ ਨੂੰ ਪਕਾਵੇ, ਪਰ ਕਹੇ ਕਿ ਆਓ ਬੜੀ ਸਵਾਦਿਸ਼ਟ ਸਵਾਸਥਕ ਖਿਚੜੀ ਤਿਆਰ ਹੈ, ਖਾਵੋ ਸਾਰੇ ਰਲ ਮਿਲ ਪਾਈ। ਉਹ ਰਸੋਈਆ ਲੰਗਰ ਵਿੱਚ ਵੜਨ ਦੇਣ ਯੋਗ ਨਹੀਂ ਸਮਝਣਾ ਚਾਹੀਏ। ਇਹੋ ਗਤੀ ਸਾਡੇ ਕਈ ਨਿਰਲੇਪ ਨਿਰੀਖਕ ਇਤਿਹਾਸਕਾਰਾਂ ਦੀ ਹੈ। ਦੂਜੀ ਸ਼੍ਰੇਣੀ ਸਾਡੇ ਖੜਰੇ ਠੋਂਡੂ ਤੇ ਲਿਖਤਾਂ ਵਾਜੂ ਰਿਸਰਚ ਸਕਾਲਰਾਂ ਦੀ ਹੈ, ਜਿਨ੍ਹਾਂ ਨੂੰ ਇਹਨਾਂ ਬੁਨਿਆਦੀ ਅਸੂਲਾਂ ਦੀ ਵੀ ਗਿਆਤ ਨਹੀਂ ਕਿ ਕਿਸੇ ਖੜਰੇ ਜਾਂ ਲਿਖਤ ਦੀ ਉੱਕਾ ਕੋਈ ਇਤਿਹਾਸ ਲਿਖਾਰੀ ਲਈ ਮਹੱਤਤਾ ਨਹੀਂ, ਜਿਤਨਾ ਚਿਰ ਉਹ ਇਤਿਹਾਸਕਾਰ ਹੱਥ ਆਈ ਲਿਖਤ ਨੂੰ ਇਹਨਾਂ ਚੋਂ ਪ੍ਰਤਿਭਾ ਆਸ਼ਰਿਤ ਨੀਜਾਂ ਕਿੰਤੂਆਂ ਦੀ ਕੋਠਾਲੀ ਵਿੱਚ ਪਾ ਕੇ ਢਾਲ ਨਹੀਂ ਲੈਂਦਾ। ਪਹਿਲਾ, ਇਤਿਹਾਸਕਾਰ ਦੀ ਇਹ ਨੀਚ ਕੇ ਖੜਰੇ ਜਾਂ ਲਿਖਤ ਵਿੱਚ ਜੋ ਹੈ ਉਹ ਤਾਂ ਹੈ ਹੀ, ਪਰ ਕਿਹੜਾ ਤੱਤ, ਕਿਹੜੀ ਵਸਤੂ ਜੋ ਇਸ ਵਿੱਚ ਹੋਣੀ ਚਾਹੀਦੀ ਸੀ ਨਹੀਂ ਹੈ। ਦੂਜਾ, ਹਰ ਇੱਕ ਖੜਰਾ ਜਾਂ ਲਿਖਤ ਆਪਣੇ ਆਪ ਵਿੱਚ ਇੱਕ ਪਹਿਲ ਤੋਂ ਅਦੁੱਤਿਆ ਹੈ ਅਤੇ ਉਸ ਨਾਲ ਇਤਿਹਾਸਕਾਰ ਦਾ ਨਿੱਜੀ ਤੇ ਵਿਸ਼ੇਸ਼ ਵਿਚਾਰ ਵਿਮਰਸ਼ ਤੇ ਰਮਣ ਜ਼ਰੂਰੀ ਹੈ ਅਤੇ ਉਸ ਦੇ ਇਰਦ ਗਿਰਦ ਸਭ ਸੰਬੰਧਿਤ ਸਮੱਗਰੀ ਇਕੱਠੀ ਕਰਕੇ ਹੀ ਉਸ ਨਾਲ ਅੰਗ ਸੰਪਰਸ਼ ਕਰਨਾ ਵਿਧਾਨ ਹੈ। ਇਸ ਤੋਂ ਬਗੈਰ ਉਸ ਖੜਰੇ ਜਾਂ ਲਿਖਤ ਵਿੱਚੋਂ ਕੋਈ ਜੀਵ ਸੰਤਾਨ ਉਪਜ ਨਹੀਂ ਸਕਦੀ। ਦੋ ਉਦਾਹਰਨਾਂ ਉਪਰੋਕਤ ਸਤਰਾਂ ਦੇ ਸਪਸ਼ਟੀਕਰਨ ਹਿੱਤ ਦਿੱਤੀਆਂ ਜਾਂਦੀਆਂ ਹਨ। ਇੱਕ, ਸਾਡੇ ਕੁਝ ਖੋਜੀ ਵਿਦਵਾਨਾਂ ਨੇ ਮੰਨ ਲਿਆ ਹੈ ਅਤੇ ਪ੍ਰਚਾਰ ਵੀ ਰਹੇ ਹਨ ਕਿ
ਨਵੰਬਰ ਸਨ 1675 ਈਸਵੀ 'ਚ ਔਰੰਗਜ਼ੇਬ ਸ਼ਹਿਨशाह ਦਿੱਲੀ ਨਹੀਂ ਸੀ ਅਤੇ ਕਈ ਸੌ ਮੀਲ ਪੱਛਮ ਵੱਲ ਹਸਨ ਅਬਦਾਲ ਬੈਠਾ ਹੋਇਆ ਸੀ। ਇਸ ਮਤ ਦੇ ਹੱਕ ਵਿੱਚ ਬਹੁਤ ਸਾਰੀ ਸ਼ਹਾਦਤ ਹੋ ਸਕਦੀ ਹੈ, ਪਰ ਕੀ ਇਹਨਾਂ ਇਤਿਹਾਸਿਕ ਖੋਜੀਆਂ ਨੇ ਕਿਸੇ ਪ੍ਰਕਾਰ ਕਿਸੇ ਸਮੇਂ ਵੀ ਇਹ ਖੋਕਿਆ ਹੈ ਕਿ ਇਸ ਸ਼ਹਾਦਤ ਵਿੱਚ ਕੋਈ ਇਸ਼ਾਰਾ, ਸੰਕੇਤ ਸਿੱਧਾ ਜਾਂ ਟੇਢਾ ਇਹਨਾਂ ਤੱਥਾਂ ਵੱਲ ਨਹੀਂ ਹੈ ਕਿ ਪਹਿਲਾ ਗੁਰੂ ਗੋਬਿੰਦ ਸਿੰਘ ਜੀ ਆਪ ਦਲੀਸ਼ਵਰ ਔਰੰਗਜ਼ੇਬ ਦੇ ਸਿਰ ਉੱਤੇ ਗੁਰੂ ਤੇਗ ਬਹਾਦਰ ਦੀ ਹੱਤਿਆ ਦਾ ਠੀਕਰ ਪੰਨਿਆ ਜਾਣਾ ਕਹਿੰਦੇ ਹਨ, ਕਿਉਂ? ਦੂਜਾ, ਕਿਸੇ ਸਮਕਾਲੀ ਦੀ ਚਸ਼ਮਦੀਦ ਗਵਾਹੀ ਪ੍ਰਮਾਣਿਕ ਰਵਾਇਤ ਦਾ ਰੂਪ ਧਾਰ ਕੇ ਪਿਛਲੇ 300 ਵਰ੍ਹਿਆਂ ਤੋਂ ਨਿਰੰਤਰ ਸਿੱਖਾਂ ਦੀ ਸਮੂਹਿਕ ਸਮ੍ਰਿਤੀ, ਸਿੱਖਾਂ ਦੀ ਯਾਦਾਸ਼ਤ ਦੇ ਰੂਪ ਵਿੱਚ ਲਿਖੀ ਪੜੀ ਜਾਂਦੀ ਰਹੀ ਹੈ। ਚਲੋ ਚਲਾਈ ਹੋ ਰਹੀ ਗੜ-ਗੜ ਉਖੜੇ ਮੇਘ, ਲੱਖੀ ਨਿਗਾਹੀਆਂ ਲੈ ਚਲੋ ਤੂੰ ਖੜਾ ਤਮਾਸ਼ਾ ਦੇਖ। ਗੁਰੂ ਤੇਗ ਬਹਾਦਰ ਦੇ ਪਵਿੱਤਰ ਤੜ ਨੂੰ ਲੱਖੀ ਤੇ ਉਸਦਾ ਸਪੁੱਤਰ ਨਿਗਾਹੀਆ ਸ਼ਾਹੀ ਪਹਿਰੇਦਾਰਾਂ ਦੀਆਂ ਅੱਖਾਂ ਵਿੱਚ ਕੱਟਾ ਪਾ ਕੇ ਸੰਸਕਾਰ ਕਰਨ ਹਿੱਤ ਲੈ ਗਏ ਸੀ। ਇਸ ਵਿੱਚ ਕਿੰਤੂ ਨਹੀਂ, ਪਰ ਉਪਰੋਕਤ ਦੋਹੇ ਵਿੱਚ ਹੈ। ਤੂੰ ਖੜਾ ਤਮਾਸ਼ਾ ਦੇਖ, ਇਹ ਤੂੰ ਜਿਹੜਾ ਸੰਵਿਧਾਨ ਤੇ ਤਤਪਰ ਹੋ ਕੇ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਦਾ ਕਾਰਾ ਕਰਵਾ ਰਿਹਾ ਹੈ ਅਤੇ ਹੁਣ ਗੌਰ ਨਾਲ ਤੱਕ ਰਿਹਾ ਹੈ ਕਿ ਇਸ ਦਾ ਪਰਿਣਾਮ ਕੀ ਨਿਕਲਦਾ ਹੈ, ਉਸੇ ਨੂੰ ਹੀ ਮੁਖਾਤਿਬ ਹੋ ਕੇ ਕਿਹਾ ਗਿਆ ਹੈ, ਤੂੰ ਖੜਾ ਤਮਾਸ਼ਾ ਦੇਖ। ਇਹ ਤੂੰ ਔਰੰਗਜ਼ੇਬ ਤੋਂ ਬਿਨਾਂ ਹੋਰ ਕੌਣ ਹੋ ਸਕਦਾ ਹੈ? ਗੁਰੂ ਤੇਗ ਬਹਾਦਰ ਦੇ ਕਤਲ ਦਾ ਫਤਵਾ ਦੇਣ ਵਾਲਾ ਕਾਜ਼ੀ ਅਬਦੁਲ ਵਾਹਬ ਬੋਹਰਾ, ਸ਼ਾਹੀ ਜਲਾਦ ਸੈਯਦ ਜਲਾਲੁਦੀਨ ਦਿੱਲੀ ਦਾ ਕੋਤਵਾਲ, ਜੋ ਗੁਰੂ ਤੇਗ ਬਹਾਦਰ ਦੇ ਆਤਮਿਕ ਓਜ ਤੋਂ ਇੰਨਾ ਪ੍ਰਭਾਵਿਤ ਹੋਇਆ ਸੀ ਕਿ ਗੁਰੂ ਸਾਹਿਬ ਦੀ ਸ਼ਹੀਦੀ ਪਿੱਛੋਂ ਨੌਕਰੀ ਤੋਂ ਅਸਤੀਫਾ ਦੇ ਕੇ ਖਾਲਸੇ ਦੇ ਦਲ ਨਾਲ ਆ ਰਲਿਆ ਸੀ। ਨਤੀਜਾ ਭਾਵੇਂ ਕੋਈ ਕੱਢੋ, ਪਰ ਸੋਚੋ ਤਾਂ ਸਹੀ, ਨਾ ਸੋਚਣਾ ਨਾ ਸਮਝਣਾ ਅਤੇ ਕਿਸੇ ਕੌਮ ਦੀ ਬੁਨਿਆਦੀ ਹਿਸਟਰੀ ਦੀਆਂ ਜੜ੍ਹਾਂ ਖੋਖਲੀਆਂ ਕਰੀ ਜਾਣੀਆਂ। ਇਸ ਨਾਲੋਂ ਵੱਡੀ ਬੇਗਾਮੀ ਤੇ ਖੂੰਖਾਰ ਧੱਕਾ ਅਨਿਆਏ ਕਿਸੇ ਜਾਤੀ ਨਾਲ ਕੀ ਹੋ ਸਕਦਾ ਹੈ? ਦੂਜਾ, ਹੋਰ ਪ੍ਰਚਾਰਿਆ ਜਾ ਰਿਹਾ ਹੈ ਕਿ ਕਿਸੇ ਪੱਟ ਵਹੀ ਤਲੋਂਡਾ ਪਰਗਣਾ ਵਿੱਚ ਦਰਜ ਹੈ ਕਿ ਗੁਰੂ ਤੇਗ ਬਹਾਦਰ ਕਿਰਤਪੁਰੋਂ ਸੰਨ 1675 ਵਿੱਚ ਦਿੱਲੀ ਵੱਲ ਚਾਲੇ ਪਾਉਂਦੇ ਸਾਰੀ ਰੋਪੜ ਕੋਲ ਗ੍ਰਿਫਤਾਰ ਹੋ ਕੇ ਸਰਹੰਦ 5 ਕੁ ਮਹੀਨੇ ਪਿੰਜਰੇ ਪਾਏ ਰਹੇ ਸੀ ਅਤੇ ਫਿਰ ਦਿੱਲੀ ਲੈ ਜਾ ਕੇ ਕਤਲ ਕਰ ਦਿੱਤੇ ਗਏ। ਕਿਸੇ ਪੱਟ ਵਹੀ ਵਿੱਚ ਅਜਿਹੀ ਲਿਖਤ ਜ਼ਰੂਰ ਹੋਵੇਗੀ, ਪਰ ਇਹ ਵਿਚਾਰ ਕਰਨਾ ਵੀ ਤਾਂ ਸਾਡੇ ਖੋਜੀ ਇਤਿਹਾਸਕਾਰਾਂ ਦਾ ਫਰਜ਼ ਬਣਦਾ ਹੈ ਕਿ ਹੇਠਲੇ ਪ੍ਰਸ਼ਨਾਂ ਦਾ ਉੱਤਰ ਪਹਿਲਾਂ ਦੇਣ ਅਤੇ ਆਪਣੀਆਂ ਨਿਤ ਨਵੀਆਂ ਖੋਜਾਂ ਪਿੱਛੋਂ ਪ੍ਰਚਾਰਨ। ਊੜਾ ਇਹੋ ਜਿਹੀਆਂ ਵਹੀਆਂ ਪ੍ਰਾਚੀਨ ਸਮਿਆਂ ਤੋਂ ਤੀਰਥਾਂ ਦੇ ਪਾਂਡੇ ਸਾਡੇ ਦੇਸ਼ ਵਿੱਚ ਰੱਖਦੇ ਆਏ ਹਨ ਅਤੇ ਹਰ ਵੱਡੇ ਤੀਰਥ ਉੱਤੇ ਆਏ ਹੋਏ ਯਾਤਰੂਆਂ ਦਾ ਜ਼ਿਕਰ ਇਹਨਾਂ ਪੁਰੋਹਿਤ ਪਾਂਡਿਆਂ ਦੀਆਂ ਵਹੀਆਂ ਵਿੱਚ ਅੰਕਿਤ ਹੈ। ਕੀ ਭੱਟ ਜਿਨ੍ਹਾਂ ਦੀਆਂ ਇਹ ਵਹੀਆਂ ਹਨ ਗੁਰੂ ਘਰ ਦੇ ਪੁਰੋਹਿਤ ਸਨ? ਕੀ ਉਹ ਕਿਸੇ ਤੀਰਥ ਸਥਾਨ ਦੇ ਪਾਂਡੇ ਸਨ? ਅਤੇ ਇਹਨਾਂ ਵਹੀਆਂ ਵਿੱਚ ਸਿਵਾਏ ਗੁਰੂ ਤੇਗ ਬਹਾਦਰ ਤੋਂ ਹੋਰ ਕਿਸੇ ਗੁਰੂ ਪਰਿਵਾਰ ਜਾਂ अन्य ਯਜਮਾਨਾਂ ਬਾਬਤ ਵੀ ਲਿਖਤਾਂ ਹਨ? ਕਿ ਹੋਰ ਕੋਈ ਪ੍ਰਥਾ ਭੱਟਾਂ ਦੇ ਅਜਿਹੀਆਂ ਵਹੀਆਂ ਦੇ ਰੱਖਣ ਵਿੱਚ ਬਾਬਤ ਹੈ? ਐੜਾ ਇਹ ਵਹੀਆਂ ਪਿਛਲੇ 30 ਕੁ ਵਰ੍ਹਿਆਂ ਤੋਂ ਕਿਉਂ ਪ੍ਰਗਟ ਹੋਈਆਂ ਹਨ? ਪਹਿਲਾਂ ਸਿੱਖ ਸਰਦਾਰੀਆਂ ਤੇ ਰਿਆਸਤ ਦੇ ਉਰੂਜ ਵੇਲੇ ਇਹ ਕਿਉਂ ਪ੍ਰਗਟ ਹੋ ਕੇ ਸਿੱਖਾਂ ਕੋਲ ਧਨ ਚਗੀਰਾ ਪ੍ਰਾਪਤ ਕਰਨ ਦਾ ਸਾਧਨ ਨਾ ਬਣਵਾਈਆਂ ਗਈਆਂ? ਈੜੀ ਕਿ ਤੀਰਥਾਂ ਉੱਤੇ ਸੁਰੱਖਿਅਤ ਪਾਂਡਿਆਂ ਦੀਆਂ ਵਹੀਆਂ ਜਿਸ ਪ੍ਰਥਾ ਦਾ ਕਿ ਇਹ ਪੱਟ ਵਹੀਆਂ ਇੱਕ ਰੂਪ ਮਾਤਰ ਹੀ ਹਨ, ਕਦੇ ਆਖੋਪਿਕ ਰੂਪ ਵਿੱਚ ਸਮੇਂ ਸਿਰ ਕਿਸੇ ਆਸ਼ੇ ਲੋੜ ਨੂੰ ਮੁੱਖ ਰੱਖ ਕੇ ਨਹੀਂ ਬਣਾ ਲਈਆਂ ਜਾਂਦੀਆਂ। ਜੇ ਗੁਰੂ ਤੇਗ ਬਹਾਦਰ 5 ਮਹੀਨੇ ਸਰਹੰਦ ਪਿੰਜਰੇ ਵਿੱਚ ਪਾ ਕੇ ਰੱਖੇ ਰਹੇ ਸੀ, ਤਦ ਇਹ ਗੱਲ ਸਿੱਖਾਂ ਦੇ ਕੋਲ ਅੱਜ ਤੱਕ ਕਿਵੇਂ ਲੁਕੀ ਰਹੀ? ਸੰਨ 1710 ਵਿੱਚ ਸਿੰਘਾਂ ਨੇ ਸਰਹੰਦ ਮਾਰੀ, ਤਦ ਪਹਿਲਾ ਕੰਮ ਗੁਰਦੁਆਰੇ ਯਾਦਗਾਰਾਂ ਸਥਾਪਿਤ ਕਰਨ ਦਾ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਅਜੇ ਮਸਾਂ 3 ਕੁ ਦਹਾਕੇ ਹੀ ਬੀਤੇ ਸਨ। ਅਨੇਕਾਂ ਸਰਹੰਦ ਵਾਸੀ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਸੰਵਤਸਰ ਸੰਨ ਈਸਵੀ 1675 ਵਿੱਚ ਸ਼ਹੀਦ ਹੋਣ ਦੇ ਸਮੇਂ ਸੰਨ 1710 ਵਿੱਚ ਅਜੇ ਸਰਹੰਦ ਜਿਉਂਦੇ ਹੋਣਗੇ। ਜੋ ਬਾਕੀ ਸਾਰੇ ਪੰਥ ਕੋਲੋਂ ਗੁਰੂ ਤੇਗ ਬਹਾਦਰ ਦੇ ਸਰਹੰਦ ਪਿੰਜਰੇ ਵਿੱਚ ਪਏ ਰਹਿਣ ਵਾਲੀ ਗੱਲ ਗੁਪਤ ਵੀ ਰਹੀ, ਤਾਂ ਕੋਈ ਨਾ ਕੋਈ ਤਾਂ ਸਿੰਘਾਂ ਨੂੰ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਆ ਕੇ ਦੱਸਾ ਕਿ ਅਮਕਾ ਅਸਥਾਨ ਗੁਰੂ ਤੇਗ ਬਹਾਦਰ ਦੇ ਪਿੰਜਰੇ ਵਿੱਚ ਕੈਦ ਰਹਿਣ ਦਾ ਹੈ, ਉੱਥੇ ਵੀ ਨਿਸ਼ਾਨ ਗੁਰਦੁਆਰਾ ਸਥਾਪਿਤ ਕਰੋ। ਜਿੱਥੇ ਗੁਰੂ ਸਾਹਿਬ ਦੇ ਘੋੜਿਆਂ ਨੇ ਲਿਦ ਕੀਤੀ,
ਉਹਨਾਂ ਅਸਥਾਨਾਂ ਦਾ ਤਾਂ ਸਿੱਖਾਂ ਨੇ ਥੋ ਪਤਾ ਰੱਖਿਆ ਹੈ ਅਤੇ ਉੱਥੇ ਥੜੇ ਨਿਸ਼ਾਨ ਗੁਰਦੁਆਰੇ ਕਾਇਮ ਹਨ ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ। ਪਰ ਸਰਹੰਦ ਵਿੱਚ ਕੋਈ ਨਿਸ਼ਾਨ ਥੜਾ ਇਸ ਕਥਿਤ ਪਿੰਜਰੇ ਵਾਲੀ ਥਾਂ ਵੱਲ ਨਹੀਂ ਹੈ। ਕਿਉਂ? ਹਾਂ, ਸਾਰੇ ਮਾਲਵੇ ਵਿੱਚ ਅਤੇ ਆਗਰੇ ਤੱਕ ਗੁਰੂ ਤੇਗ ਬਹਾਦਰ ਦੀਆਂ ਯਾਦਗਾਰਾਂ ਦਿੱਲੀ ਜਾਣ ਵੇਲੇ ਰਾਹ ਵਿੱਚ ਮੁਕਾਮ ਕਰਨ ਦੀਆਂ ਕਾਇਮ ਹਨ। ਇਹ ਸਾਰਾ ਝੂਠਾ ਅਡੰਬਰ ਕਿਸਨੇ ਅਤੇ ਕਦੋਂ ਰਚਿਆ ਤੇ ਕਾਇਮ ਕੀਤਾ ਤੇ ਸਮੂਹ ਸਿੱਖ ਜਗਤ ਨੇ ਇਸ ਨੂੰ ਮੰਨ ਕਿਵੇਂ ਲਿਆ? ਕੱਕਾ ਭਾਈ ਸੰਤੋਖ ਸਿੰਘ ਕੈਥਲ ਵਿੱਚ ਸਨ 1830 ਤੋਂ 43 ਵਿੱਚ ਸਿੱਖ ਇਤਿਹਾਸ ਦੀ ਸੋਮਾ ਸਮੱਗਰੀ ਦੀ ਪੜਚੋਲ ਤਲਾਸ਼ ਕਰਦੇ ਰਹੇ ਹਨ। ਅਜਿਹੀ ਸਮੱਗਰੀ ਜਿਹੜਾ ਪੇਸ਼ ਕਰੇ ਜਾਂ ਉਸ ਦੀ ਟੋਹ ਦੱਸੇ, ਉਸ ਨੂੰ ਭਾਈ ਉਦੇ ਸਿੰਘ ਮਹਾਰਾਜਾ ਕੈਥਲ ਬਖਸ਼ਿਸ਼ਾਂ ਨਾਲ ਨਿਵਾਜਦੇ ਸਨ। ਇਹ ਪੱਟਬਈਆਂ ਦੇ ਮਾਲਕ ਜਿਹੜੇ ਕਿ ਕੈਥਲ ਦੇ ਨੇੜੇ ਹੀ ਵਸਦੇ ਸਨ, ਉਸ ਵੇਲੇ ਕਿਉਂ ਚੁੱਪ ਰਹੇ ਅਤੇ ਇਸ ਅਨਮੋਲ ਕੀਮਤੀ ਖਜ਼ਾਨੇ ਨੂੰ ਜਿੰਦਰੇ ਕੁੰਜੀ ਵਿੱਚ ਰੱਖ ਕੇ ਬੈਠੇ ਰਹੇ ਅਤੇ ਇਨਾਮ ਅਕਰਾਮ ਨਾ ਲਏ? ਪਰ ਹੁਣ ਮੁਫਤ ਹੀ ਸਾਡੇ ਸਿੱਖ ਖੋਜੀ ਪ੍ਰੋਫੈਸਰਾਂ ਦੇ ਦ੍ਰਿਸ਼ਟੀ ਗੋਚਰ ਕਰ ਰਹੇ ਹਨ। ਕਿਉਂ? ਗੁਰਬਾਣੀ ਵਿੱਚ ਜਿੱਥੇ ਬੁੱਧੀ ਅਤੇ ਖੋਜ ਦਾ ਅਸਥਾਨ ਬੜਾ ਉੱਚਾ ਮੰਨਿਆ ਅਤੇ ਕਿਹਾ ਹੈ ਕਿ ਖੋਜ ਤੋਂ ਬਿਨਾਂ ਸੰਸਾਰ ਵਿੱਚ ਵਿਚਰਨਾ ਅਤੇ ਧਰਮ ਮਾਰਗ ਉਤੇ ਚੱਲਣਾ ਅਸੰਭਵ ਜਿਹਾ ਹੈ। ਅਕਲੀ ਸਾਹਿਬ ਸੇਵੀਐ ਅਕਲੀ ਪਾਈਏ ਮਾਨ। ਉਤੇ ਕੱਪ ਬੁੱਧੀ, ਮੱਖੀ ਤੇ ਮੱਖੀ ਮਾਰਨ ਵਾਲੀ ਬੁੱਧੀ, ਪਰ ਬੁੱਧੀ ਅਧੀਨ ਬੁੱਧੀ ਦਾ ਵੀ ਖੰਡਨ ਕੀਤਾ ਹੈ। ਅਕਲੀ ਪੜ ਬੁੱਝੀਏ। ਜਿਹੜੇ ਬੁੱਧੀਜੀਵੀ ਖੋਜ ਪੜਤਾਲ ਦਾ ਆਸਰਾ ਲੈ ਕੇ ਹਰ ਸਿੱਖ ਪੰਥ ਵੱਲੋਂ ਉਪਰਾਮਤਾ ਅਤੇ ਸਿੱਖਾਂ ਦੇ ਗੌਰਵ ਅਤੇ ਭਵਿੱਖ ਪ੍ਰਤੀ ਕੁਚੇਸ਼ਟਾ ਪ੍ਰੇਰਿਤ ਹੋ ਕੇ ਕੋਈ ਕਰਮ ਕਰਦੇ ਹਨ, ਉਹਨਾਂ ਬਾਬਤ ਇਹ ਗੁਰਵਾਕ ਹੈ। ਹੋਰ ਗੱਲਾਂ ਸ਼ੈਤਾਨ। ਵਾਰ ਸਾਰੰਗ ਮਹੱਲਾ ਪਹਿਲਾ। ਸਟਾਲਿੰਗ ਦਾ ਪੱਜਰ ਮਹਾਪਾਪ ਇਹ ਨਹੀਂ ਗਿਣਿਆ ਜਾਂਦਾ ਕਿ ਉਸਨੇ ਹਿਟਲਰ ਵਾਂਗ ਲੱਖਾਂ ਕਰੋੜਾਂ ਬੇਗੁਨਾਹ ਬੰਦੇ ਬੇਰਹਿਮੀ ਨਾਲ ਮਰਵਾ ਸੁੱਟੇ ਅਤੇ ਇਉਂ ਘੱਲੂਕਾਰਾ, ਕੁਲਨਾਸ, ਜਾਤੀਨਾਸ, ਅਸੂਰੀ ਕੁਕਰਮਾਂ ਦਾ ਭਾਗੀ ਬਣਿਆ। ਉਸਦਾ ਘੋਰ ਪਾਪ ਇਹ ਮਿਥਿਆ ਜਾਂਦਾ ਹੈ ਕਿ ਅਨੇਕਾਂ ਮਨੁੱਖਾਂ ਦੀ ਜੀਵਨ ਕਥਾ, ਨੇਕ ਨਾਮੀ, ਪਤੀ ਪ੍ਰਤਿਸ਼ਠਾ ਅਲੋਪ ਕਰਵਾ ਕੇ ਝੂਠੀਆਂ ਬੇਬੁਨਿਆਦ ਗਾਥਾਂ, ਕਹਾਣੀਆਂ ਉਹਨਾਂ ਮਨੁੱਖਾਂ ਦੇ ਨਾਮ ਮੜ ਦਿੱਤੀਆਂ। ਨਵੀਆਂ ਹਿਸਟਰੀਆਂ ਰਚ ਕੇ ਪੁਰਾਣੀਆਂ ਸ਼ਹਾਦਤਾਂ ਤਬਾਹ ਕਰਕੇ ਅਤੇ ਨਿਰੋਲ ਝੂਠ ਦਾ ਆਸਰਾ ਲੈ ਕੇ ਅਤੇ ਪ੍ਰਚਾਰ ਕਰਕੇ ਜਿਹੜੇ ਲੋਕ ਸਿੱਖੀ ਅਤੇ ਸਿੱਖੀ ਦੀ ਤਵਾਰੀਖ ਤੇ ਗੌਰਵ ਦੀਆਂ ਜੜ੍ਹਾਂ ਖੋਖਲੀਆਂ ਕਰਕੇ ਸਿੱਖੀ ਦਾ ਵਿਨਾਸ਼ ਗਿਲਾਨੀ ਕਰਨ ਦੇ ਦੋਸ਼ੀ ਬਣਦੇ ਹਨ ਅਤੇ ਸਿੱਖੀ ਦੇ ਭਵਿੱਖ ਦੇ ਮੂੰਹ ਮੁਹਾਂਤਰਾ ਅਤੇ ਸਹੀ ਹੋਣੀ ਨੂੰ ਟੇੜ ਵਕਰਤਾ ਦੇਣ ਦੀ ਥਾਂ ਕਾਮਨਾ ਤੋਂ ਉਤਸ਼ਾਹਿਤ ਹਨ ਅਤੇ ਸਿੱਖੀ ਤੋਂ ਸਿੱਖਾਂ ਨੂੰ ਸੰਸਾਰ ਦੀ ਤਵਾਰੀਖ ਵਿੱਚ ਇੱਕ ਭੁੱਲੀ ਵਿਸਰੀ ਕਹਾਣੀ ਬਣਾ ਕੇ ਇਹਨਾਂ ਦੋਹਾਂ ਨੂੰ ਕਿਸੇ ਹੋਰ ਵਿਚਾਰਧਾਰਾ ਨੂੰ ਪ੍ਰਬਲ ਕਰਨ ਹਿਤ ਬਲੀ ਦਾ ਬੱਕਰਾ ਜਾਂ ਖਾਦ ਬਣਾ ਕੇ ਵਰਤਣਾ ਲੋੜਦੇ ਹਨ ਅਤੇ ਜਾਂ ਕੇਵਲ ਭੁੱਲ ਭੁਲੇਖੇ ਵਿੱਚ ਹੀ ਇਸ ਮਹਾਪਾਪ ਦੇ ਭਾਗੀ ਹੋ ਰਹੇ ਹਨ। ਉਹਨਾਂ ਦੀ ਬਾਬਤ ਕੀ ਆਖੀਏ? 19ਵਾਂ ਹਿਸਟਰੀ ਦੀ ਪਰਿਭਾਸ਼ਾ ਅਤੇ ਕਥਿਤ ਖੋਜ ਪੜਤਾਲ ਦੇ ਦੁਰਉਪਯੋਗ ਬਾਬਤ ਜੋ ਉੱਤੇ ਕਿਹਾ ਜਾ ਚੁੱਕਿਆ ਹੈ, ਉਸਦਾ ਸਾਰਾਂਸ਼ ਇਹ ਹੈ। ਪਹਿਲਾ, ਹਿਸਟਰੀ ਜਾਂ ਇਤਿਹਾਸ ਦਾ ਕੋਈ ਇੱਕੋ ਇੱਕ ਸਰ ਪ੍ਰਮਾਣਿਤ ਬਜਵਾ ਰੂਪ ਹੈ ਹੀ ਨਹੀਂ। ਹਿਸਟਰੀ ਦੀ ਰੂਪ ਰੇਖਾ ਅਤੇ ਇਸ ਦਾ ਮੁਹਾਂਦਰਾ ਤੇ ਤੋਰ ਇਸ ਗੱਲ ਉੱਤੇ ਨਿਰਭਰ ਹੈ ਕਿ ਇਤਿਹਾਸਕਾਰ ਤੱਤ ਸਤ, ਸੰਸਾਰ, ਮਨੁੱਖ ਗਤੀ ਅਤੇ ਮਨੁੱਖ ਜਾਤੀਆਂ ਦਾ ਉਪਸਰਣੀ ਦੇ ਬਾਬਤ ਜਿਹੜੇ ਸਿਧਾਂਤ ਜਾਣੇ ਜਾਂ ਅਣਜਾਣੇ ਤਸਲੀਮ ਕਰਦਾ ਹੈ। ਸ਼ੁੱਧ ਹਿੰਦੂ ਸਿਧਾਂਤਾਂ ਨੂੰ ਮੰਨਣ ਵਾਲਾ ਕਿ ਸੰਸਾਰ ਅਸਾਰ ਹੈ, ਕਾਲ ਕੇਵਲ ਮ੍ਰਿਤੂ ਦੀ ਭੁੱਖ ਦਾ ਹੀ ਦੂਜਾ ਨਾਮ ਹੈ ਅਤੇ ਸੰਸਾਰ ਦਾ ਅਵਰੋਹ ਉਪਸਰਣੀ ਰੂਪ ਮਾਇਆ ਅਤੇ ਅਧਿਆਸ ਹੈ। ਉਹ ਪੁਰਾਣਾ ਦੀ ਸਾਹਿਤਕ ਸ਼ੈਲੀ ਤੇ ਰੂਪ ਨੂੰ ਹੀ ਸ਼ੁੱਧ ਇਤਿਹਾਸ ਮੰਨੇਗਾ ਅਤੇ ਬਾਕੀ ਵਕਿਆਤ ਨਿਗਾਰੀ ਨੂੰ ਕੇਵਲ ਗਾਥਾ, ਕਥਾ, ਕਹਾਣੀਆਂ, ਭੌਤਿਕਵਾਦੀ ਅਤੇ ਮਾਰਕਸੀ ਵਿਚਾਰਾਂ ਦਾ ਧਾਰਨੀ ਕੇਵਲ ਆਰਥਕ ਉਤਪਾਦਨ ਤੇ ਸੰਜਮ ਅਤੇ ਸ਼੍ਰੇਣੀ ਸੰਘਰਸ਼ ਨੂੰ ਹੀ ਬੁਨਿਆਦੀ ਰੂਪ ਮਨੁੱਖੀ ਇਤਿਹਾਸ ਦੀ ਮਲ ਕੇ ਵਾਕਿਆਤ ਅਤੇ ਤੱਥਾਂ ਨੂੰ ਭੌਤਿਕੀ ਕਰਮ ਪ੍ਰਤੀਕਰਮ ਦੇ ਸ਼ਿਕੰਜੇ ਵਿੱਚ ਜਕੜੇਗਾ। ਮਨੁੱਖੀ ਵਿਕਾਸ ਅਤੇ ਅਵਿਕਾਸ ਨੂੰ ਕਿਸੇ ਅਦ੍ਰਿਸ਼ਟ ਭੂਮੀ ਤੋਂ ਚਲਾਇਮਾਨ ਕੀਤਾ ਜਾ ਰਿਹਾ ਹੈ। ਮੰਨਣ ਵਾਲੇ ਰੱਬੀ ਰਜ਼ਾ ਅਤੇ ਮਨੁੱਖ ਦੀ ਅਧਿਆਤਮਕ ਹੋਣੀ ਨੂੰ ਧਰੁਵ ਮੰਨ ਕੇ
ਇਤਿਹਾਸ ਸਿਰਜੇਗਾ। ਇਤਿਹਾਸ ਅਥਵਾ ਹਿਸਟਰੀ ਨੂੰ ਸਵੰਭੂ ਜਲਵਾ ਸਵੀਕਾਰਨ ਵਾਲਾ ਹੋਰ ਹੀ ਹਿਸਟਰੀ ਦੀ ਸ਼ੈਲੀ ਨੁਹਾਰ ਤੇ ਰੂਪਰੇਖਾ ਉਕਰੇਗਾ ਅਤੇ ਇਤਿਹਾਸ ਨੂੰ ਕੇਵਲ ਕਿਸੇ ਕਲਪਿਤ ਏਕਾ ਕੇਂਦਰਿਤ ਅੰਤ ਨੂੰ ਸਥਿਰ ਤੇ ਉੱਚਤਮ ਰੂਪ ਵਾਲਾ ਵਿਕਾਸ ਮਿਥਣ ਵਾਲਾ ਅੰਤਿਮ ਸਮਾਜ ਵਿਧਾਨ ਇਸਲਾਮ ਆਦਿ ਹਿਸਟਰੀ ਨੂੰ ਹੋਰ ਢੰਗ ਨਾਲ ਲਿਖੇਗਾ। ਇਤਿਹਾਸ ਇੱਕ ਨਹੀਂ, ਕਈ ਇਤਿਹਾਸ ਹਨ। ਮਨਹਠ ਬੁੱਧੀ ਕੇਤੀਆ। ਦੂਜਾ ਦਰਪਣ ਰੂਪ ਇਤਿਹਾਸ। ਜੋ ਕੁਝ ਵਾਪਰਿਆ ਉਸ ਨੂੰ ਇਨ ਬਿਨ ਨਿਜ ਵਿਚਾਰ ਨਿਸ਼ਠਾ ਰੁਚੀ ਤੋਂ ਨਿਰਲੇਪ ਰੱਖ ਕੇ ਹਿਸਟਰੀ ਲਿਖਣ ਦਾ ਦਾਅਵੇਦਾਰ ਘੋਰ ਭਰਮ ਭੁਲੇਖਿਆ ਦਾ ਮਾਰਿਆ ਹੋਇਆ ਹੈ। ਨੀਰ ਬਿਰੋਲੇ ਖਪ ਖਪ ਮਰਤਾ ਪੰਡਿਤ ਵਾਚੇ ਪੋਥੀਆਂ ਅਨਕਿਉ ਮਤੀ ਦੇ ਚੱਲੇ ਮਾਇਆ ਕਾ ਵਪਾਰ। ਜੋ ਇਹ ਸਮਝਦੇ ਹਨ ਕਿ ਜੇ ਉਹ ਕੋਈ ਆਪਣੀ ਰਾਏ ਨਾ ਦੇਣ ਅਤੇ ਨਾ ਹੀ ਭਾਵਾਰਥ ਵਿਸ਼ਲੇਸ਼ਣ ਦ੍ਰਿਸ਼ਟੀ ਗੋਚਰ ਵਾਕਿਆ ਦਾ ਕਰਨ ਅਤੇ ਨਾ ਹੀ ਹੱਥਾਂ ਤੱਥਾਂ ਨੂੰ ਪ੍ਰਾਸਾਦਕ ਦਾ ਰੂਪ ਧਾਰ ਕੇ ਗੁੰਦਣ ਸਵਾਰਨ ਦਾ ਯਤਨ ਕਰਨ ਅਤੇ ਨਾ ਹੀ ਆਪਣੀ ਕਿਸੇ ਦ੍ਰਿੜ ਨਿਸ਼ਠਾ ਦਾ ਛਾਇਆ ਮੰਡਲ ਇਸ ਇਤਿਹਾਸ ਦੇ ਕਾਕ ਪਕਸ਼ ਕੇਸਾਂ ਦੇ ਜੂੜੇ ਉੱਤੇ ਰੱਖਣ, ਤਦ ਉਹ ਸ਼ੁੱਧ ਨਿਰਲੇਪ ਰੂਪ ਇਤਿਹਾਸ ਦਾ ਦਰਸਾ ਦੇਣਗੇ। ਉਹ ਭੁੱਲ ਜਾਂਦੇ ਹਨ ਕਿ ਆਪਣੀ ਰਾਏ ਅਤੇ ਮਤ ਦਾ ਤਿਆਗ ਕਰਕੇ ਉਹ ਅਣਜਾਣੇ ਹੀ ਹੋਰਨਾਂ ਬੇਗਾਨਿਆਂ ਦੀ ਮੁਖਾਲਫਾਨਾ ਰਾਏ ਮੰਦ ਮਤ ਦੇ ਜਾਲ ਵਿੱਚ ਆਪ ਵੀ ਫਸ ਗਏ ਹੋਏ ਹਨ ਅਤੇ ਆਪਣੇ ਪਾਠਕਾਂ ਨੂੰ ਵੀ ਫਸਾ ਰਹੇ ਹਨ। ਇਹੋ ਜਿਹੇ ਇਤਿਹਾਸਕਾਰ ਆਮ ਤੌਰ ਉਤੇ ਭੁਲੇਖਾ ਪਾਊ ਵੀ ਹੁੰਦੇ ਹਨ ਅਤੇ ਮਨ ਉਕਤਾਊ ਵੀ ਹੁੰਦੇ ਹਨ। ਦਰਪਣ ਇਤਿਹਾਸ ਇੱਕ ਸਵੈ ਵਿਰੋਧੀ ਅਤੇ ਅਸਾਰ ਵਿਚਾਰ ਹੈ। ਸੰਸਾਰ ਵਿੱਚ ਵਾਪਰੇ ਤੱਥ ਤੇ ਵਾਕਿਆਤ ਤਾਂ ਅਸੰਖਾ ਹਨ। ਉਹਨਾਂ ਵਿੱਚੋਂ ਜਿਹੜੇ ਇਤਿਹਾਸ ਲਿਖਣ ਵੇਲੇ ਚੁਣਨੇ ਹਨ, ਉਹਨਾਂ ਚੁਣੇ ਹੋਏ ਤੱਥਾਂ ਦਾ ਆਖਰੀ ਗੰਢ ਚਿਤਰਾਵਾਂ ਕਿਵੇਂ ਕਰਨਾ ਹੈ, ਕਿਸ ਸੇਧ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਤੱਥਾਂ ਨੂੰ ਗੂੰਦਣਾ ਹੈ। ਇਸ ਗੁੰਝਲਦਾਰ ਕਿਰਿਆ ਵਿੱਚੋਂ ਇਤਿਹਾਸਕਾਰ ਦੀ ਰੁਚੀ ਨਿਸ਼ਠਾ ਪੂਰਵ ਕਲਪਨਾਵਾਂ ਨੂੰ ਇੱਕ ਲਾਂਭੇ ਰੱਖਣਾ ਸਰਾਸਰ ਅਸੰਭਵ ਹੈ ਅਤੇ ਜੋ ਅਜਿਹਾ ਨਿਰਾਰਥ ਯਤਨ ਜਾਂ ਦਾਵਾ ਕਰਦਾ ਹੈ ਆਪ ਵੀ ਪੰਬਲ ਪੂਸਿਆਂ ਵਿੱਚ ਪੈਂਦਾ ਹੈ ਅਤੇ ਆਪਣੇ ਪਾਠਕਾਂ ਨੂੰ ਵੀ ਗਦੀ ਗੇੜ ਵਿੱਚ ਪਾਉਂਦਾ ਹੈ। ਮਨ ਕੀ ਮਤੀ ਕੇਤੀਆ ਪਏ ਫਿਰਨ ਅਸਗਾ ਗੋਤੇ ਖਾ ਨਾ ਨਿਕਲੈ। ਗੁਰੂ ਨਾਨਕ ਦੇ ਗੁਰਵਾਕ ਤਾਂ ਹੈ ਨਹੀਂ, ਪਰ ਮਾਰਕਸ, ਫਰਾਇਡ, ਯੂੰਗ ਆਦਿ ਤੁਰੰਦਰ ਪੱਛਮੀ ਚਿੰਤਕ ਵੀ ਇਸੇ ਸਿਧਾਂਤ ਦੇ ਧਾਰਨੀ ਹਨ। 20ਵਾਂ ਸਾਖੀ ਪੋਥੀ ਦੀ ਇਤਿਹਾਸਕ ਕੂਦ ਤੇ ਸਥਾਨ ਨਿਸ਼ਚਿਤ ਕਰਨ ਤੋਂ ਪਹਿਲਾਂ ਅਯੋਗ ਨਹੀਂ ਹੋਵੇਗਾ। ਜੇ ਅਜੋਕੇ ਵਿਦਿਅਕ ਖੋਜ ਦਾ ਬੁਖਾਰ ਤਾਪ ਜਿਹੜੀਆਂ ਸਾਡੀਆਂ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਨੂੰ ਭਾਰੀ ਮਾਤਰਾ ਵਿੱਚ ਚੜਿਆ ਹੋਇਆ ਹੈ, ਉਸ ਬਾਬਤ ਵੀ ਇੱਕ ਦੋ ਸ਼ਬਦ ਕਹਿ ਦਿੱਤੇ ਜਾਣ। ਇਹ ਖੋਜ ਪੜਤਾਲ ਕਿਰਿਆ ਸਾਇੰਸ ਨੂੰ ਛੱਡ ਕੇ ਬਾਕੀ ਵਿਸ਼ਿਆਂ ਵਿੱਚ ਅੱਜ ਕੱਲ੍ਹ ਅਵਸ਼ਯ ਜਾਂ ਸਰਵ ਸ੍ਰੇਸ਼ਟ ਵਿਦਿਆ ਪ੍ਰਣਾਲੀ ਨਹੀਂ ਮੰਨਿਆ ਜਾਂਦਾ, ਜਿਵੇਂ ਕਿ ਪੱਛਮ ਦੇ ਵਿਸ਼ਵ ਵਿਦਿਆਲਿਆਂ ਵਿੱਚ 20ਵੀਂ ਸਦੀ ਦੇ ਅੱਧ ਤੱਕ ਮੰਨਿਆ ਜਾਂਦਾ ਸੀ। ਸਨ 1926 ਵਿੱਚ ਬਰਮਿੰਘਮ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲਾਰਡ ਸੇਸਿਲ ਆਫ ਚੇਲਵੁੱਡ ਨੇ ਕਿਹਾ ਸੀ, ਜੇ ਖੋਜ ਪੜਤਾਲ ਬਹੁਮੁੱਲੀ ਕਿਰਿਆ ਹੈ ਤਦ ਖੋਜ ਕਰਨ ਵਾਲੇ ਵਿਦਵਾਨ ਹੋਰ ਵੀ ਬਹੁਮੁੱਲੇ ਹਨ। ਇਹਨਾਂ ਮਹਾਨ ਖੋਜੀਆਂ ਤੋਂ ਬਿਨਾਂ ਜਿਹੋ ਜਿਹੇ ਕਿ ਸਾਡੇ ਕੋਲ ਹਨ, ਵਿਦਿਅਕ ਜਾਣਨ ਤੇ ਚਮਤਕਾਰ ਸੰਭਵ ਹੀ ਨਹੀਂ। ਇਹ ਖੋਜੀ ਵਿਦਵਾਨ ਹੀ ਹਨ ਜਿਨ੍ਹਾਂ ਦੀ ਪ੍ਰਤਿਭਾ ਸਾਡੀਆਂ ਯੂਨੀਵਰਸਿਟੀਆਂ ਦਾ ਆਧਾਰ ਹੈ, ਜਿਸ ਤੋਂ ਬਗੈਰ ਯੂਨੀਵਰਸਿਟੀਆਂ ਜੀਵਿਤ ਹੀ ਨਹੀਂ ਰਹਿ ਸਕਦੀਆਂ। ਮਿਸਟਰ ਜੈਕ ਬੈਨੋਟ ਮੰਗਦਾ ਲੋਨ ਕਾਲਜ ਆਕਸਫੋਰਡ ਦਾ ਇੱਕ ਟਿਊਟਰ ਇਤਿਹਾਸ ਅਧਿਆਪਕ ਹੁਣ ਕਹਿੰਦਾ ਹੈ ਕਿ ਅੱਜ ਕੱਲ੍ਹ ਦੀ ਵਿਦਿਅਕ ਖੋਜ ਪ੍ਰਣਾਲੀ ਸਾਡੇ ਸਿਰ ਚੜਿਆ ਇੱਕ ਗੁੰਡਾ ਜਰਵਾਣਾ ਹੈ ਅਤੇ ਉਹ ਖੋਜ ਪੜਤਾਲ ਦੀ ਅੱਜ ਕੱਲ੍ਹ ਦੀਆਂ ਯੂਨੀਵਰਸਿਟੀਆਂ ਵਿੱਚ ਪ੍ਰਚਲਿਤ ਕਿਰਿਆ ਨੂੰ ਕੀਟ ਕੀੜਾ ਕਹਿੰਦਾ ਹੈ, ਜਿਸ ਨੇ ਕਿ ਯੂਨੀਵਰਸਿਟੀ ਦਾ ਸਾਹ ਸੱਤ ਮਾਰ ਸੁੱਟਿਆ ਹੈ। ਆਕਸਫੋਰਡ ਯੂਨੀਵਰਸਿਟੀ ਵਿੱਚ ਜੋ ਬੀਫਿਲ ਦਾ ਨਵਾਂ ਕੋਰਸ 1962 ਵਿੱਚ ਚਾਲੂ ਹੋਇਆ ਹੈ, ਉਹ ਖੋਜ ਪੜਤਾਲ ਨੂੰ ਕੋਈ ਵੱਡੀ ਗੌਰਵਤਾ ਨਹੀਂ ਦਿੰਦਾ ਅਤੇ ਆਦੇਸ਼ਾ ਆਧਾਰ ਅਧਿਐਨ ਅਤੇ ਉਸਤਾਦਾਂ ਅਤੇ ਪ੍ਰਮਾਣਿਕ ਵਿਦਵਾਨਾਂ ਨਾਲ ਤੇ ਵਿਦਿਆਰਥੀਆਂ ਦੇ ਆਪਸੀ ਲਗਾਤਾਰ ਸੰਪਰਕ ਨੂੰ ਗੌਰਵਮਈ ਅਤੇ ਜ਼ਰੂਰ ਮੰਨਦਾ ਹੈ। 21ਵਾਂ ਸਾਖੀ ਪੋਥੀ ਦੇ 4 ਅੰਸ਼ ਦ੍ਰਿਸ਼ਟੀ ਗੋਚਰ ਰੱਖਣੇ ਚਾਹੀਏ ਤਾਂ ਜੋ ਇਸ ਮਹਾਨ ਗ੍ਰੰਥਿਕਾ ਦਾ
ਇਤਿਹਾਸਿਕ ਮੁਲਾਂਕਣ ਹੋ ਸਕੇ। ਪਹਿਲਾ, ਪੂਰਵ ਕਲਪਨਾ ਇਹਨਾਂ ਸਾਖੀਆਂ ਦੇ ਲਿਖਾਰੀਆਂ ਦੀ ਇਹ ਹੈ ਕਿ ਨਵਮ ਗੁਰੂ ਅਤੇ ਦਸਮ ਗੁਰੂ ਪਰਾਭੌਤਿਕ ਅੰਗਮੀ ਪੁਰਖ ਹਨ, ਜਿਨ੍ਹਾਂ ਦਾ ਸਹੀ ਆਤਮਿਕ ਕੱਦ ਕਾਠ ਸੰਸਾਰੀ ਮਨੁੱਖਾਂ ਨਾਲੋਂ ਬਹੁਤ ਵਡੇਰਾ ਅਤੇ ਕਿਤੇ ਉਚੇਰਾ ਹੈ। ਜਿਵੇਂ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਜੈਪੁਰ ਬਾਬਤ ਕਿਹਾ ਸੀ ਕਿ ਰਾਜਾ ਜੈ ਸਿੰਘ ਮਨੁੱਖ ਗਤੀ ਤੋਂ ਉੱਤੇ ਹੈ, ਅਤੇ ਉਸ ਸਮੇਂ ਰਾਜਾ ਜੈ ਸਿੰਘ ਅਤੇ ਉਸਦੇ ਉੱਤਰਾਧਿਕਾਰੀ ਸਵਾਈ ਦੀ ਉਪਾਧੀ ਧਾਰਨ ਕਰਨ ਲੱਗ ਪਏ ਹਨ। ਉਵੇਂ ਹੀ ਸਾਖੀ ਪੋਥੀ ਦੇ ਲਿਖਾਰੀਆਂ ਦਾ ਦ੍ਰਿੜ ਮਤ ਹੈ ਕਿ ਗੁਰੂ ਸਾਹਿਬ ਮ੍ਰਿਤਿੂ ਲੋਕ ਦੇ ਵਾਸੀ ਮਨੁੱਖ ਨਹੀਂ ਹਨ, ਕਾਲ ਰਹਿਤ ਅਦ੍ਰਿਸ਼ਟ ਦੇ ਵਾਸੀ ਹਨ, ਮਰਦ ਅਗੰਬੜੇ। ਉਹਨਾਂ ਦੀ ਇਤਿਹਾਸਿਕ ਗਾਥਾ ਬਗੈਰ ਉਹਨਾਂ ਅਗੰਮੀ ਚਮਤਕਾਰਾਂ ਦੇ ਨਿਰੂਪਣ ਤੋਂ ਜਿਹੜੇ ਕਿ ਗੁਰੂ ਸਾਹਿਬ ਦੇ ਮਾਲਵੇ ਦੇ ਸਫ਼ਰ ਦੇ ਦੌਰਾਨ ਜ਼ਹੂਰ ਵਿੱਚ ਆਏ ਠੀਕ ਨਹੀਂ ਕਹੀ ਜਾ ਸਕਦੀ। ਦੂਜਾ, ਇਹਨਾਂ ਸਾਖੀਆਂ ਦੇ ਲਿਖਾਰੀ ਸ਼ੁੱਧ ਹਿਰਦੇ ਅਤੇ ਸੰਖੇਪ ਸਰਲ ਵਾਕਾਂ ਵਿੱਚ ਇਹ ਗੁਰਗਾਥਾ ਕਹਿੰਦੇ ਹਨ, ਬਿਨਾਂ ਸਾਹਿਤਕ ਪੂਛਣੀ ਕਰਨ ਦੇ, ਤਾਂ ਜੋ ਪਾਠਕਾਂ ਨੂੰ ਉਹ ਸੇਧ ਮਿਲ ਸਕੇ ਜਿਸ ਨੂੰ ਗ੍ਰਹਿਣ ਕਰਕੇ ਪਾਠਕ ਲਈ ਗੁਰੂ ਸਾਹਿਬ ਦੇ ਕਥਨ ਕੀਤੇ ਹੋਏ ਕਾਰਨਾਮਿਆਂ ਦਾ ਸਹੀ ਰੂਪ ਆਪਣੇ ਮਨ ਬੁੱਧੀ ਵਿੱਚ ਚਿਤਰ ਸਕੇ। ਤੀਜਾ, ਇਹਨਾਂ ਸਾਖੀਆਂ ਦੇ ਲਿਖਾਰੀਆਂ ਦਾ ਮੂਲ ਤੱਤ ਇਹ ਹੈ ਕਿ ਇਤਿਹਾਸ ਦੀ ਪ੍ਰਗਤੀ ਦੇ ਪ੍ਰਾਣ ਆਰਥਿਕ ਢਾਂਚਾ ਅਤੇ ਬੌਧਿਕ ਕਰਮ ਪ੍ਰਤੀਕਰਮ ਨਹੀਂ ਹਨ, ਸਗੋਂ ਚਮਤਕਾਰੀ ਕਰਤਾਰੀ ਪੁਰਖ, ਜਿਨ੍ਹਾਂ ਨੂੰ ਕਿ ਕਾਰਲਾਈਲ ਹੀਰੋ ਕਹਿੰਦਾ ਹੈ, ਉਹ ਹੀ ਤਵਾਰੀਖ ਰਚਣ ਵਾਲੇ, ਤਵਾਰੀਖ ਨੂੰ ਚਾਲੂ ਰੱਖਣ ਵਾਲੇ ਅਤੇ ਇਸ ਨੂੰ ਨੱਥ ਪਾਉਣ ਵਾਲੇ ਹਨ। ਅਤੇ ਇਹਨਾਂ ਸਰਬੋਤਮ ਪੁਰਖਾਂ ਦਾ ਵਰਣਨ ਬਿਰਤਾਂਤ ਹੀ ਸਹੀ ਇਤਿਹਾਸ ਹੈ। ਚੌਥਾ, ਸਾਹਿਤਕ ਪ੍ਰਜਾਤੀ ਸਾਖੀ ਪੋਥੀ ਦਾ ਉਹ ਪ੍ਰਾਚੀਨ ਸਾਹਿਤਕ ਰੂਪ ਸੂਤਰ ਹੈ ਜਿਸ ਦਾ ਮੂਲ ਸਿਧਾਂਤ ਹੈ ਕਿ ਥੋੜੇ ਤੋਂ ਥੋੜੇ ਪਰ ਸਪਸ਼ਟ ਸ਼ਬਦਾਂ ਵਿੱਚ ਕਿਸੇ ਵਿਸ਼ੇ ਦਾ ਸਾਰ ਵਰਣਨ ਕਰ ਦਿੱਤਾ ਜਾਵੇ। ਬਿਨਾਂ ਅਲੰਕਾਰਾਂ ਪੂਛਣਾ ਤੋਂ ਇਸ ਨੂੰ ਪੜ੍ਹ ਸੁਣ ਕੇ ਪਾਠਕ ਆਪ ਆਪਣੇ ਧਿਆਨ ਵਿੱਚ ਐਸੇ ਸੂਤਰ ਰੂਪ ਇਤਿਹਾਸ ਦਾ ਫੈਲਾਓ ਵਿਸਤਾਰ ਅਨੂਪੇ ਅਤੇ ਇਉਂ ਇਸ ਨੂੰ ਅਨੁਰੂਪਿਤ ਵਿਸਤਾਰ ਨੂੰ ਆਪਣੇ ਗਿਆਨ ਭੰਡਾਰ ਵਿੱਚ ਸੰਕਲਨ ਸੰਚਾਰ ਕਰੇ। ਆ ਸਾਡਾ ਪ੍ਰਾਚੀਨ ਵਿਦਿਆ ਸਿਧਾਂਤ ਵਿਦਿਆ ਗ੍ਰਹਿਣ ਦੇ 3 ਪੜਾਅ ਮੰਨਦਾ ਹੈ: ਸਰਵਣ, ਮੰਨਣ, ਨਿਧਿਆਸਨ। ਸੁਣਿਆ, ਮੰਨਿਆ, ਮਨ ਕੀਤਾ ਭਾਉ। ਸਾਖੀ ਪੋਥੀ ਦੀ ਪ੍ਰਜਾਤੀ ਸਰਵਣ ਮੰਨਣ ਦੇ ਪੜਾਅ ਸਹਿਜੇ ਹੀ ਪ੍ਰਾਪਤ ਹੋਏ ਜਾਂ ਹੋਣ ਵਾਲੇ ਮਿੱਥ ਕੇ ਪਾਠਕ ਨੂੰ ਨਿਧਿਆਸਨ ਦੇ ਪੜਾਅ ਉੱਤੇ ਪੁੱਜਣ ਲਈ ਸੰਕੇਤ, ਇਸ਼ਾਰੇ, ਪੌੜੀ ਸਹਾਰਾ ਦਿੰਦੀ ਹੈ ਅਤੇ ਲੇਖਕ ਅਤੇ ਪਾਠਕ ਦੀ ਨਿੱਜੀ ਕਰਤਾਰੀ ਸ਼ਕਤੀ ਵਿੱਚ ਵਿਘਨ ਨਹੀਂ ਪਾਉਣਾ ਚਾਹੁੰਦੀ। 22ਵਾਂ, ਇਉਂ ਸਮਝਿਆ ਵਿਚਾਰਿਆਂ ਸਾਖੀ ਪੋਥੀ ਨਾਮੀ ਗ੍ਰੰਥਿਕਾ ਦਾ ਇਤਿਹਾਸਿਕ ਮੁੱਲ ਤੇ ਸਥਾਨ ਉੱਚਾ ਤੇ ਦੁਰਲਭ ਸਪਸ਼ਟ ਹੋ ਆਉਂਦਾ ਹੈ। ਅਕਾਲ ਚੈਨਲ ਦੇ YouTube ਚੈਨਲ ਅਕਾਲ ਆਡੀਓ ਬੁੱਕਸ ਦੇ ਤੁਸੀਂ ਸੁਣ ਰਹੇ ਸੀ ਲੇਖਕ ਸਰਦਾਰ ਕਪੂਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਰਾਜ ਕਰੇਗਾ ਖਾਲਸਾ ਤੇ ਹੋਰ ਨਿਬੰਧ ਦਾ 17ਵਾਂ ਅਧਿਆਇ, ਜਿਸ ਦਾ ਨਾਮ ਸੀ ਸਫਰਾਂ ਦਾ ਸਾਖੀ, ਪੋਥੀ ਉਤੇ ਇੱਕ ਪੰਛੀ ਦ੍ਰਿਸ਼ਟੀ। ਹੁਣ ਮੈਨੂੰ ਸੰਦੀਪ ਸਿੰਘ ਨੂੰ ਦਿਓ ਇਜਾਜ਼ਤ, ਜਲਦੀ ਹੀ ਲੈ ਕੇ ਆਵਾਂਗਾ ਇਸੇ ਕਿਤਾਬ ਦਾ ਅਗਲਾ ਅਧਿਆਇ, ਜਿਸ ਦਾ ਨਾਮ ਹੈ ਸੁਖਮਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।